कि जे चाਹੁंदे आ ते शायद ਜਦੋਂ ਕੁੜੀ ਇੱਕ ਨਾਮ ਕਰਦੀ ਆ ਤੇ ਇੱਕ ਪਰਿਵਾਰ ਲਈ ਇੱਕ ਫਾਦਰ ਲਈ ਉਦੋਂ ਵੱਡੀ ਪ੍ਰਾਊਡ ਵਾਲੀ ਗੱਲ ਸ਼ਾਇਦ ਨਹੀਂ ਹੁੰਦੀ, ਕਿਉਂਕਿ ਮੈਂ ਵੇਖੀ ਆ ਉਹ ਖੁਸ਼ੀ ਉਹਨਾਂ ਦੇ ਅੱਖਾਂ 'ਚ ਵੇਖੀ ਆ। ਤੁਸੀਂ ਮੰਨੋਗੇ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਵਰਲਡ ਲੈਵਲ 'ਤੇ ਮੇਰਾ ਮੈਡਲ ਸੀਗਾ ਅਤੇ ਮੈਨੂੰ ਸਿਰਫ ਸਰਕਾਰ ਨੇ ਸੈਂਟਰ ਗੌਰਮੈਂਟ ਨੇ 1.5 ਲੱਖ ਰੁਪਈਆ ਦਿੱਤਾ ਸੀ। ਜਦੋਂ ਕਾਮਨਵੈਲਥ ਦੀ ਸਿਲੈਕਸ਼ਨ ਹੋਈ ਫਿਰ ਕਿਸੇ ਨੂੰ ਕੋਈ ਇੰਨੀ ਉਮੀਦ ਨਹੀਂ ਸੀ ਕਿ ਇਹਦਾ ਮੈਡਲ ਵੀ ਆਊਗਾ। ਜਦੋਂ ਆਪਾਂ ਆਪਣੇ ਨੂੰ ਜ਼ਿਆਦਾ ਪ੍ਰੋਬਲਮ ਵਾਲੇ ਲੋਕਾਂ ਨੂੰ ਵੇਖੀਦਾ ਫਿਰ ਆਪਾਂ ਨੂੰ ਲੱਗਦਾ ਹੈ ਕਿ ਇਹ ਵੀ ਤਾਂ ਰਹਿਣ ਦੇ ਆ ਜੀ। ਵੇਖੋ ਮੈਂ ਖੁਦ ਹੈਰਾਨ ਆ, ਮੇਰੇ ਬ੍ਰਦਰ ਕੈਨੇਡਾ ਹੀ ਰਹਿੰਦਾ, ਬਰੈਂਪਟਨ ਰਹਿੰਦਾ ਆ। ਉਹ ਜਦੋਂ ਉਹ ਇੰਡੀਆ ਆਇਆ ਸੀ ਉਹਨੇ ਮੈਨੂੰ ਇੰਨੀ ਗੱਲ ਕਹੀ, ਆਂਦਾ ਮੂਸੇ ਵਾਲੇ ਨੇ ਕਈ ਪੱਗਾਂ ਬਚਾਤੀਆਂ ਸਿਰ 'ਤੇ। ਆਂਦਾ ਮੈਂ ਆਪ ਨਹੀਂ ਇਸੇ ਕਰਕੇ ਵਾਲ ਕਟਾਏ ਕਿ ਉਹ ਬੰਦੇ ਨੇ ਕਿਹਾ ਸੀ ਕਿ ਟਾਵਲ ਨਹੀਂ ਸਿਰਾਂ 'ਤੇ ਆ ਮਾਣ ਜੱਟਾਂ ਦਾ। ਅਤੇ ਜਦੋਂ ਅਸੀਂ ਉਹਦੇ ਗਾਣੇ ਸੁਣਦੇ ਹਾਂ ਅਤੇ ਅਸੀਂ ਸੋਚਦੇ ਹਾਂ ਕਿ ਕੋਈ ਗੱਲ ਨਹੀਂ, ਇਹ ਬੰਦੇ ਨੇ ਆਪਣੇ ਪੰਜਾਬ ਨੂੰ ਆਪਣੇ ਸੂਬੇ ਨੂੰ ਕਿੱਥੋਂ ਤੱਕ ਪਹੁੰਚਾਇਆ ਕਿ ਡਰੇਕ ਉਹ ਬੰਦੇ ਨੂੰ ਜਾਣਦਾ ਸੀ। ਅਤੇ ਫਿਰ ਸਾਡਾ ਜੀਅ ਕਰਦਾ ਹੈ ਕਿ ਅਸੀਂ ਵੀ ਆਪਣੀ ਲਾਈਫ 'ਚ ਕੁਛ ਇੱਦਾਂ ਦਾ ਕਰੀਏ ਕਿ ਗੋਰੇ ਕਾਲੇ ਸਾਨੂੰ ਵੀ ਜਾਣਨ। ਸਾਨੂੰ ਬੜਾ ਪਹਿਲਾਂ ਮੇਰੇ ਫਾਦਰ ਸਾਹਿਬ ਨੂੰ ਵੀ ਕਿਹਾ ਵੀ ਤੂੰ ਛੱਡ ਕੇ ਤੁਸੀਂ ਹਰਿਆਣੇ ਚੱਲ ਜਾਓ, ਹਰਿਆਣੇ ਜ਼ਮੀਨ ਲੈ ਲਓ, ਉੱਥੋਂ ਪਾਰਟੀਸਪੇਟ ਕਰੋ। ਪਰ ਜ਼ਮੀਰ ਨਹੀਂ ਮੰਨਦਾ, ਪੰਜਾਬ ਆ ਨਾ, ਪੰਜਾਬੀ ਆ, ਤਾਂ ਫਿਰ ਕਿੱਦਾਂ ਜਾ ਸਕਦੇ। ਅਸੀਂ ਆਪਣੇ ਦੇਸ਼ ਦਾ, ਆਪਣੇ ਸੂਬੇ ਦਾ, ਆਪਣੇ ਪੰਜਾਬ ਦਾ ਨਾਮ ਇੱਦਾਂ ਹੀ ਰੌਸ਼ਨ ਕਰਦੇ ਰਹਾਂਗੇ, ਭਾਵੇਂ ਸਾਨੂੰ ਜਿੰਨੀਆਂ ਮਰਜ਼ੀ ਠੋਕਰਾਂ ਵੱਜਣ, ਅਸੀਂ ਗਿਵ ਅਪ ਨਹੀਂ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਟਵੀਨ ਅਸ ਵਿਦ ਬਿੰਦੂ ਬਰਾੜ। ਪਿਛਲੇ ਦਿਨੀ ਬਹੁਤ ਹੀ ਵੱਡੀ ਦੁਰਘਟਨਾ ਹੋਈ ਜਿਸ ਵਿੱਚ ਸਾਡੇ ਬਹੁਤ ਹਰਮਨ ਪਿਆਰੇ ਸ਼ੁਭਦੀਪ ਸਿੰਘ ਸਿੱਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਸੀਂ ਇਸ ਘਟਨਾ ਦੀ ਕਰੜੇ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਔਰ ਉਸ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਉਹਨਾਂ ਦੇ ਮਾਂ-ਬਾਪ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਣ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਮੈਂ ਅੱਜ ਜਿਨ੍ਹਾਂ ਨਾਲ ਤੁਹਾਨੂੰ ਮਿਲਾ ਰਹੀ ਹਾਂ ਉਹਨਾਂ ਬਾਰੇ ਮੈਂ ਕਹੂੰਗੀ, ਉਹ ਕੁੜੀ ਇੰਨੀ ਖੂਬਸੂਰਤ ਹੈ ਕਿ ਯੁੱਗ ਪਲਟਣ ਦਾ ਮਹੂਰਤ ਹੈ। ਵਾਕਈ ਯੁੱਗ ਪਲਟਣ ਦਾ ਮਹੂਰਤ ਹੈ। ਉਹਨਾਂ ਨੇ, ਜੇ ਮੈਂ ਉਹਨਾਂ ਦੀ ਇੰਟਰੋਡਕਸ਼ਨ ਦੇ ਵਿੱਚ ਕਹਾਂ, ਉਹਨਾਂ ਨੇ ਵਰਲਡ ਜੂਨੀਅਰ ਮੈਡਲਿਸਟ ਨੇ। ਉਹ ਕਾਮਨਵੈਲਥ ਗੇਮਸ ਦੇ ਵਿੱਚ 2018 ਦੇ ਵਿੱਚ ਬ੍ਰੋਂਜ਼ ਮੈਡਲ ਜਿੱਤਿਆ। ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਵੀ ਨਵਾਜ਼ਿਆ ਗਿਆ ਉਹਨਾਂ ਨੂੰ। ਐਂਡ ਹੁਣ ਉਹ ਇਨਕਮ ਟੈਕਸ ਦੇ ਵਿੱਚ ਬਤੌਰ ਇੰਸਪੈਕਟਰ ਸੇਵਾ ਨਿਭਾ ਰਹੇ ਹਨ। ਬਾਕੀ ਗੱਲਾਂ ਉਹਨਾਂ ਨੂੰ ਮਿਲ ਕੇ ਹੀ ਕਰਾਂਗੇ ਕਿ ਉਹਨਾਂ ਦੀ ਇਹ ਜਰਨੀ ਕਿਵੇਂ ਰਹੀ ਔਰ ਹੁਣ ਉਹਨਾਂ ਦੀ ਜਿਹੜੀ ਸਿਲੈਕਸ਼ਨ ਹੋ ਚੁੱਕੀ ਹੈ, ਕਿਹੜੀਆਂ ਗੇਮਸ ਲਈ ਹੋ ਚੁੱਕੀ ਹੈ, ਆਪਾਂ ਉਹਨਾਂ ਨੂੰ ਮਿਲ ਕੇ ਉਹਨਾਂ ਤੋਂ ਹੀ ਪੁੱਛਦੇ ਹਾਂ। ਨਵਜੀਤ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ? ਬਸ ਵਧੀਆ, ਠੀਕ ਠਾਕ। ਅੱਜ ਕੱਲ੍ਹ ਬਸ ਮੈਨੂੰ ਸਟਾਰਟਿੰਗ ਤੋਂ ਹੀ ਤੁਸੀਂ ਦੱਸੋ ਕਿ ਜਿਹੜੀ ਤੁਸੀਂ ਤਿਆਰੀ ਕਾਹਦੀ ਕਰ ਰਹੇ ਹੋ, ਆਪਾਂ ਪਰਿਵਾਰ ਵੱਲ ਫਿਰ ਜਾਂਦੇ ਹਾਂ। ਠੀਕ ਹੈ ਜੀ। ਮੈਂ ਰੀਸੈਂਟਲੀ ਅਜੇ ਕਾਮਨਵੈਲਥ ਗੇਮਸ ਦੀ ਤਿਆਰੀ ਕਰ ਰਹੀ ਹਾਂ, ਜਿਹੜੀਆਂ ਕਿ ਜੁਲਾਈ ਦੇ ਵਿੱਚ 28 ਜੁਲਾਈ ਤੋਂ ਸ਼ੁਰੂ ਹੋਣਗੀਆਂ। ਬ੍ਰਿਸਬੇਨ UK ਦੇ ਵਿੱਚ ਨੇ ਅਤੇ ਅਜੇ ਉਹਦੇ ਲਈ ਤਿਆਰੀ ਚੱਲ ਰਹੀ ਹੈ ਮੇਰੀ। ਰੀਸੈਂਟਲੀ ਉਹਦੇ ਲਈ ਸਿਲੈਕਸ਼ਨ ਹੋਈ ਸੀ ਲਾਸਟ ਮੰਥ ਅਤੇ ਹੁਣ ਉਹਦੇ ਲਈ ਤਿਆਰੀ ਕਰ ਰਹੀ ਹਾਂ ਮੈਂ। ਡਿਸਕਸ ਥਰੋ? ਜੀ, ਡਿਸਕਸ ਥਰੋ ਦੇ। ਹਾਂਜੀ, ਮੈਂ ਸੌਰੀ ਪਹਿਲਾਂ ਦੱਸਣਾ ਭੁੱਲ ਗਈ ਕਿ ਡਿਸਕਸ ਥਰੋ ਦੇ ਵਿੱਚ ਇਹਨਾਂ ਨੇ ਇੰਨੀਆਂ ਮੱਲਾਂ ਮਾਰੀਆਂ। ਸੋ ਤੁਸੀਂ ਪਰਿਵਾਰ ਬਾਰੇ ਥੋੜ੍ਹਾ ਜਿਹਾ ਮੈਨੂੰ ਦੱਸੋ ਕਿ ਘਰ 'ਚ ਕੌਣ ਕੌਣ ਹੈ। ਮੈਨੂੰ ਇਹ ਵੀ ਪਤਾ ਲੱਗਿਆ ਕਿ ਪੂਰੀ ਫੈਮਿਲੀ ਜਿਹੜੀ ਹੈਗੀ ਆ ਸਪੋਰਟਸ ਨਾਲ ਜੁੜੀ ਹੋਈ ਆ। ਹਾਂਜੀ ਹਾਂਜੀ, ਬਿਲਕੁਲ ਜੀ। ਮੇਰੇ ਫਾਦਰ ਸਾਹਿਬ ਜਿਹੜੇ ਉਹ ਫਾਰਮਰ ਸ਼ਾਟ ਪੁੱਟਰ ਨੇ, ਉਹ ਗੋਲਾ ਸਿੱਟਦੇ ਸੀਗੇ। ਫਿਰ ਮੇਰੇ ਮਦਰ ਹਾਕੀ ਪਲੇਅਰ ਰਹੇ ਨੇ, ਉਹ ਵੀ ਏਸ਼ੀਅਨ ਗੇਮਸ ਦੇ ਵਿੱਚ ਬ੍ਰੌਂਜ਼ ਮੈਡਲਿਸਟ ਨੇ, ਜੋ 1986 ਦੇ ਵਿੱਚ ਸਿਓਲ ਏਸ਼ੀਅਨ ਗੇਮਸ ਹੀ ਹੋਈਆਂ, ਉਹਦੇ ਵਿੱਚ ਬ੍ਰੌਂਜ਼ ਮੈਡਲਿਸਟ ਨੇ। ਫਾਦਰ ਸਾਹਿਬ ਮੇਰੇ ਸਾਊਥ ਏਸ਼ੀਅਨ ਗੇਮਸ ਦੇ ਸਿਲਵਰ ਮੈਡਲਿਸਟ ਨੇ। ਬ੍ਰਦਰ ਮੇਰੇ ਮੈਨੂੰ 5 ਸਾਲ ਵੱਡੇ ਨੇ। ਉਹਨਾਂ ਨੂੰ ਵੇਖ ਕੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਮੈਂ ਸਪੋਰਟਸ ਜਰਨੀ ਦੇ ਵਿੱਚ ਆਈ ਹਾਂ। ਉਹ ਵੀ ਸਾਊਥ ਏਸ਼ੀਅਨ ਗੇਮਸ ਦੇ ਸਿਲਵਰ ਮੈਡਲਿਸਟ ਨੇ। ਅਤੇ ਜਿੱਦਾਂ ਕਿ ਤੁਸੀਂ ਮੇਰੀ ਪ੍ਰਾਪਤੀਆਂ ਦੀ ਗੱਲ ਕੀਤੀ, ਮੇਰੇ ਫਾਦਰ ਅਤੇ ਬ੍ਰਦਰ ਅਸੀਂ ਐਥਲੈਟਿਕਸ ਦੇ ਫੀਲਡ ਦੇ ਵਿੱਚ ਹਾਂ। ਮਦਰ ਹਾਕੀ ਕਰਦੇ ਸੀਗੇ ਅਤੇ ਬ੍ਰਦਰ ਨੂੰ ਵੇਖ ਕੇ ਹੀ ਮੈਂ ਡਿਸਕਸ ਥਰੋ ਦੇ ਵਿੱਚ ਆਈ ਸੀਗੀ, ਕਿਉਂਕਿ ਡਿਸਕਸ ਸ਼ਾਟ ਪੁੱਟ ਅਤੇ ਡਿਸਕਸ ਦੋਵੇਂ ਟੈਕਨੀਕਲੀ ਸੇਮ ਇਵੈਂਟ ਹੁੰਦੇ ਨੇ। ਮੇਰੇ ਮਦਰ ਨੇ ਵੀ ਕਿਹਾ ਸੀ ਕਿ ਤੂੰ ਦੇਖ ਲਾ ਹਾਕੀ ਕਰਨੀ ਆ, ਪਰ ਮੇਰਾ ਇੰਡੀਵਿਜੂਅਲ ਇਵੈਂਟ ਦੇ ਵਿੱਚ ਥੋੜ੍ਹਾ ਜ਼ਿਆਦਾ ਇੰਟਰਸਟ ਸੀ। ਫਿਰ ਉਹਨਾਂ ਨੂੰ ਵੇਖ ਕੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਫਿਰ ਮੈਂ ਇਸ ਫੀਲਡ ਦੇ ਵਿੱਚ ਆਈ ਸੀਗੀ। ਐਕਚੁਅਲੀ ਐਸੇ ਪਰਿਵਾਰ ਨਾ ਅੱਜ ਕੱਲ੍ਹ ਬੜੇ ਘੱਟ ਮਿਲਦੇ ਆ ਕਿ ਜਿਹੜਾ ਸਾਰਾ ਪਰਿਵਾਰ ਹੀ ਇੱਕ ਫੀਲਡ ਦੇ ਵਿੱਚ ਇਨਵੋਲਵ ਹੋਵੇ, ਹੈ ਨਾ। ਔਰ ਉਹ ਵੀ ਜਿਨ੍ਹਾਂ ਨੇ ਸਭ ਨੇ ਪਤਾ ਨਹੀਂ ਕਿੰਨੇ ਮੈਡਲ ਜਿੱਤੇ। ਮੈਂ ਦੇਖ ਰਹੀ ਸੀ ਇੱਧਰ ਵੀ ਬਾਹਰ ਵੀ। ਤਾਂ ਕਿਵੇਂ ਲੱਗਦਾ ਹੈ ਕਿ ਜਦੋਂ ਸਾਰੀ ਫੈਮਿਲੀ ਇੱਕੋ ਹੀ ਫੀਲਡ 'ਚ ਹੁੰਦੀ ਹੈ ਤਾਂ ਫਿਰ ਇੱਕ ਦੂਜੇ ਨੂੰ ਸਪੋਰਟ ਵੀ ਮੇਰੇ ਖਿਆਲ ਬਹੁਤ ਮਿਲ ਜਾਂਦੀ ਹੋਣੀ ਆ? ਜੀ ਬਿਲਕੁਲ, ਸਪੋਰਟ ਵੀ ਮਿਲਦੀ ਆ ਅਤੇ ਸ਼ਾਇਦ ਉਹਨੀਆਂ ਲੜਾਈਆਂ ਝਗੜਿਆਂ ਵੀ ਸਾਡੇ ਥੋੜ੍ਹੇ ਜ਼ਿਆਦਾ ਹੁੰਦੇ ਆ, ਕਿਉਂਕਿ ਜਦੋਂ ਇੱਕੋ ਫੀਲਡ ਦੇ ਵਿੱਚ ਹੋਈਏ ਤਾਂ ਫਿਰ ਹਰ ਤਰ੍ਹਾਂ ਦੇ ਖੇਤਰ ਨੂੰ ਲੈ ਕੇ, ਹਰ ਤਰ੍ਹਾਂ ਦੇ ਚੀਜ਼ਾਂ ਨੂੰ ਲੈ ਕੇ ਸਾਨੂੰ ਗੱਲਬਾਤ ਕਰਨੀ ਪੈਂਦੀ। ਘਰੇ ਸਾਡੇ ਵੈਸੇ ਕੋਈ ਹੋਰ ਗੱਲ ਹੁੰਦੀ ਨਹੀਂ ਸਪੋਰਟਸ ਤੋਂ ਇਲਾਵਾ। ਸਵੇਰੇ ਸਪੋਰਟ ਟ੍ਰੇਨਿੰਗ ਕਰਨ ਜਾਣਾ, ਆ ਕੇ ਉਸ ਤੋਂ ਬਾਅਦ ਤੁਸੀਂ ਡਾਈਟ ਕੀ ਕਰਨੀ ਆ, ਕਿੱਦਾਂ ਪ੍ਰੋਪਰ ਤੁਸੀਂ ਰੈਸਟ ਕਰਨੀ ਆ, ਜਿਹਦੇ ਲਈ ਸ਼ਾਮ ਨੂੰ ਤੁਸੀਂ ਪ੍ਰੀਪੇਅਰ ਹੋ ਸਕੋ ਅਗਲੇ ਸੈਸ਼ਨ ਲਈ। ਸੋ ਬੜਾ ਵਧੀਆ ਮਾਹੌਲ ਰਹਿੰਦਾ ਆ। ਗੱਲਾਂ ਬਾਤਾਂ ਸਿਰਫ ਸਪੋਰਟਸ ਦੀਆਂ, ਸਪੋਰਟਸ ਪਰਸਨ ਦੀਆਂ, ਇੱਕ ਦੂਜੇ ਨੂੰ ਮੋਟੀਵੇਟ ਕਰਨ ਦੀਆਂ।
ਜਦੋਂ ਕੋਈ ਮੈਨੂੰ ਪੁੱਛਦਾ ਹੈ ਕਿ ਤੁਹਾਡੀ ਮੋਟੀਵੇਸ਼ਨ ਕੌਣ ਆ, ਤੇ ਮੈਨੂੰ ਸ਼ਾਇਦ ਬਾਹਰ ਜਾਣ ਦੀ ਉਨੀ ਲੋੜ ਨਹੀਂ ਪੈਂਦੀ, ਕਿਉਂਕਿ ਮੇਰੇ ਘਰੇ ਹੀ ਸਾਰੇ ਇੱਕ ਤੋਂ ਵੱਧ ਕੇ ਇੱਕ ਨੇ, ਤੇ ਹਰ ਇੱਕ ਉਹਨਾਂ ਨੇ ਆਪਣੀ ਫੀਲਡ, ਫਾਦਰ ਮਦਰ ਨੇ ਆਪਣੀ ਫੀਲਡ ਦੇ ਵਿੱਚ ਬੜਾ ਕੁਝ ਵੇਖਿਆ ਆ, ਸਿੱਖਿਆ ਆ। ਤੇ ਸ਼ਾਇਦ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦੀ ਹਾਂ ਕਿ ਮੈਂ ਇਸ ਪਰਿਵਾਰ ਦੇ ਵਿੱਚ ਪੈਦਾ ਹੋਈ। ਫਿਰ ਮੈਨੂੰ ਇਹ ਮੌਕਾ ਮਿਲਿਆ ਕਿ ਮੈਂ ਜੋ ਸਾਡੇ ਪਰਿਵਾਰ ਦੀ ਰੀਤ ਆ ਉਹਨੂੰ ਗਾਂਹ ਤੋਰਨ ਦਾ। ਨਹੀਂ ਤੇ ਲੜਕੀਆਂ ਨੂੰ ਸਪੋਰਟਸ ਉਸ ਟਾਈਮ 'ਤੇ ਕਰਾਉਣਾ ਕੋਈ ਵੀ ਨਹੀਂ ਕਰਾਉਂਦਾ। ਮੇਰੇ ਮਦਰ ਨੇ ਉਸ ਟਾਈਮ 'ਤੇ ਕੀਤੀ, ਉਹਨਾਂ ਤੋਂ ਪ੍ਰੇਰਨਾ ਮਿਲੀ। ਸੋ ਵਧੀਆ ਲੱਗਦਾ ਆ, ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਸਾਰਾ ਦਿਨ ਸਪੋਰਟਸ ਦੀਆਂ, ਫਿਰ ਵਧੀਆ ਲੱਗਦਾ ਰਹਿੰਦਾ, ਮਾਹੌਲ ਵਧੀਆ ਬਣਿਆ ਰਹਿੰਦਾ ਘਰੇ। ਬਾਕੀ ਉਹ ਜਿਹੜੀ ਚੀਜ਼ ਦੀ ਨੌਲੇਜ ਹੋਵੇ ਨਾ, ਜਿੰਨਾ ਚਿਰ ਡਰਾਈਵਿੰਗ ਨਾ ਸਿੱਖੀ ਹੋਵੇ ਤੇ ਆਰਾਮ ਨਾਲ ਬੈਠੇ ਰਹੀਦਾ। ਜਦੋਂ ਕਾਰ ਚਲਾਉਣੀ ਆਉਂਦੀ ਹੋਵੇ ਨਾ, ਤੇ ਜਿਹੜਾ ਚਲਾਉਂਦਾ ਉਹਦੇ ਡਰ ਲੱਗਦਾ ਹੁੰਦਾ, ਬ੍ਰੇਕਾਂ ਥੱਲੇ ਆਉਂਦੀਆਂ ਵੱਜੀ ਜਾਂਦੀਆਂ, ਝਿੜਕਾਂ ਵੀ ਪੈਂਦੀਆਂ। ਸੋ ਮੈਨੂੰ ਲੱਗਦਾ ਡਿਸਕਸ ਚੱਲਦਾ ਰਹਿੰਦਾ ਹੋਊਗਾ ਸਾਰਾ ਦਿਨ, ਡਿਸਕਸ਼ਨ ਹੁੰਦੀ ਰਹਿੰਦੀ ਹੋਣੀ ਆ ਕਿ ਤੂੰ ਇੱਥੇ ਆ ਕੀਤਾ ਹੈ, ਹੁਣ ਇਹ ਕਰਨਾ ਹੈ, ਹੁਣ ਇਹ ਕਰਨਾ ਹੈ ਨਾ। ਜੀ ਬਿਲਕੁਲ ਜੀ। ਤੇ ਪਹਿਲਾ ਮੈਡਲ ਤੁਸੀਂ ਕਦੋਂ ਜਿੱਤਿਆ ਸੀ? ਮੈਂ 12 ਸਾਲ ਦੀ ਸੀਗੀ ਜਦੋਂ ਮੈਂ ਸਪੋਰਟਸ ਸ਼ੁਰੂ ਕਰਤੀ ਸੀ ਐਜ਼ ਅ ਪ੍ਰੋਫੈਸ਼ਨ। ਮੈਂ ਉਸ ਤੋਂ ਬਾਅਦ 13 ਸਾਲ ਦੀ ਸਾਂ ਜਦੋਂ ਮੈਂ ਜੂਨੀਅਰ ਦਾ ਰਿਕਾਰਡ ਕੀਤਾ ਸੀ ਅੰਡਰ 14 ਦਾ। ਉਦੋਂ ਮੇਰੇ ਫਾਦਰ ਸਾਹਿਬ ਨੇ ਕਿਹਾ ਸੀ ਕਿ ਮੇਰਾ ਸੁਪਨਾ ਹੈ ਕਿ ਮੈਂ ਆਪਣੀ ਬੇਟੀ ਤੋਂ ਗਾਂਹ ਅੱਗੇ ਇੰਟਰਨੈਸ਼ਨਲ ਲੈਵਲ 'ਤੇ ਇਹ ਤੋਂ ਮੈਡਲ ਦੀ ਪ੍ਰਾਪਤੀ ਇਹ ਕਰੂਗੀ ਅੱਗੇ ਜਾ ਕੇ। ਉਹਨਾਂ ਨੇ ਇਹ ਵਰਡਸ ਕਹੇ ਸੀਗੇ। ਸੋ ਜਿੱਦਾਂ ਬੱਚੇ ਦੇ ਮਨ 'ਚ ਉਹ ਗੱਲਾਂ ਬਹਿ ਜਾਂਦੀਆਂ, ਮੇਰੇ ਮਨ 'ਚ ਵੀ ਉਹ ਗੱਲਾਂ ਉਸੇ ਤਰ੍ਹਾਂ ਬਹਿ ਗਈਆਂ ਕਿ ਜੇ ਇਹ ਚਾਹੁੰਦੇ ਆ ਤਾਂ ਸ਼ਾਇਦ ਜਦੋਂ ਕੁੜੀ ਇੱਕ ਨਾਮ ਕਰਦੀ ਆ ਤੇ ਇੱਕ ਪਰਿਵਾਰ ਲਈ, ਇੱਕ ਫਾਦਰ ਲਈ ਉਦੋਂ ਵੱਡੀ ਪ੍ਰਾਊਡ ਵਾਲੀ ਗੱਲ ਸ਼ਾਇਦ ਨਹੀਂ ਹੁੰਦੀ, ਕਿਉਂਕਿ ਮੈਂ ਵੇਖੀਆਂ ਉਹ ਖੁਸ਼ੀ ਉਹਨਾਂ ਦੇ ਅੱਖਾਂ 'ਚ ਵੇਖੀ ਆ। ਤੇ ਉਸ ਤੋਂ ਬਾਅਦ ਮੈਨੂੰ ਮੇਰੇ ਫਾਦਰ ਸਾਹਿਬ ਨੇ ਪੁੱਛਿਆ ਕਿ ਤੂੰ ਸ਼ਿਓਰ ਆ ਕਿ ਤੂੰ ਇਹੋ ਗੇਮ ਕਰਨੀ ਆ, ਕਿਉਂਕਿ ਅੱਗੇ ਜਾ ਕੇ ਤੈਨੂੰ ਬਹੁਤ ਹੈਵੀ ਵੇਟ ਟ੍ਰੇਨਿੰਗ ਕਰਨੀ ਪੈਣੀ ਆ, ਫਿਰ ਲੋਕੀ ਕਹਿਣਗੇ ਕਿ ਤੇਰੀ ਬੋਡੀ ਇੱਦਾਂ ਦੀ ਆ, ਉੱਦਾਂ ਦੀ ਆ, ਤੂੰ ਬਿਲਟ ਬੜੀ ਵੱਡੀ ਕਰਨੀ। ਮੈਂ ਮੈਨੂੰ ਕੋਈ ਗੱਲ ਨਹੀਂ, ਮੈਂ ਕਰਨਾ ਹੀ ਕੁਛ ਇੱਦਾਂ ਦਾ ਚਾਹੁੰਦੀ ਆ ਜਿਹੜਾ ਦੁਨੀਆ ਤੋਂ ਥੋੜ੍ਹਾ ਵੱਖ ਹੋਵੇ। ਪੜ੍ਹਾਈ ਕਰਨੀ ਆਮ ਹਰ ਇੱਕ ਕੁੜੀ ਵਰਗੀ ਮੈਂ ਨਹੀਂ ਵੇਖਣਾ ਚਾਹੁੰਦੀ। ਤੇ ਮੇਰੇ ਫਾਦਰ ਸਾਹਿਬ ਨੇ ਪੂਰੀ ਸਪੋਰਟ ਕੀਤੀ, ਕਹਿੰਦੇ ਕੋਈ ਗੱਲ ਨਹੀਂ ਕਿ ਅਸੀਂ ਤੈਨੂੰ ਮੁੰਡਿਆਂ ਵਾਂਗੂ ਪਾਲਾਂਗੇ, ਉੱਦਾਂ ਹੀ ਰੱਖਾਂਗੇ ਜਿੱਦਾਂ ਤੂੰ ਚਾਹੁੰਦੀ ਆ। ਸੋ ਸ਼ਾਇਦ ਇਹਨਾਂ ਚੀਜ਼ਾਂ ਕਰਕੇ ਮੈਂ ਅੱਗੇ ਵੱਧ ਸਕੀ। ਉਸ ਤੋਂ ਬਾਅਦ 2011 ਦੇ ਵਿੱਚ ਯੂਥ ਕਾਮਨਵੈਲਥ ਗੇਮਸ ਹੋਈਆਂ ਸੀ, ਉਹਦੇ ਲਈ ਮੇਰੀ ਸਿਲੈਕਸ਼ਨ ਹੋਈ। ਫਿਰ ਮੇਰਾ ਪਹਿਲਾ ਇੰਟਰਨੈਸ਼ਨਲ ਲੈਵਲ 'ਤੇ ਮੇਰਾ ਮੈਡਲ ਆਇਆ ਸੀਗਾ। ਫਿਰ ਇਹ ਦੌਰ ਚੱਲਦਾ ਰਿਹਾ। ਫਿਰ ਉਸ ਤੋਂ ਬਾਅਦ ਅੰਡਰ 18 ਦਾ ਰਿਕਾਰਡ, ਅੰਡਰ 20 ਦਾ ਰਿਕਾਰਡ ਕੀਤਾ, ਨੈਸ਼ਨਲ ਰਿਕਾਰਡ ਕੀਤਾ। ਫਿਰ ਵਰਲਡ ਚੈਂਪੀਅਨਸ਼ਿਪ ਜਿਹੜੀ ਮੇਰੇ ਲਈ ਸਭ ਤੋਂ ਵੱਡਾ ਟਾਰਗੇਟ ਸੀ। ਤੇ ਉਸ ਤੋਂ ਪਹਿਲਾਂ ਵਰਲਡ ਚੈਂਪੀਅਨਸ਼ਿਪ ਦੇ ਵਿੱਚ 2001 ਦੇ ਵਿੱਚ ਸੀਮਾ ਪੂਨੀਆ ਜਿਹੜੇ ਸੀਨੀਅਰ ਨੇ ਸਾਡੇ ਹਰਿਆਣਾ ਤੋਂ ਬਿਲੋਂਗ ਕਰਦੇ ਹੋ, ਉਹਨਾਂ ਦਾ ਮੈਡਲ ਸੀ। ਉਸ ਤੋਂ ਬਾਅਦ 'ਚ ਮੇਰਾ ਮੈਡਲ ਮਤਲਬ 14 ਸਾਲ ਬਾਅਦ ਆਇਆ ਸੀ। ਸੋ ਇੱਕ ਉਹ ਸਭ ਤੋਂ ਵੱਡੀ ਪ੍ਰਾਪਤੀ ਸੀਗੀ ਕਿ ਉਹ ਪੰਜਾਬ ਵੱਲੋਂ ਇੱਕ ਮੈਡਲ ਲਿਆ ਗਿਆ ਵੀ ਇੱਕ ਕੁੜੀ ਵੱਲੋਂ। ਸੋ ਮੇਰੇ ਫਾਦਰ ਉਦੋਂ ਬਹੁਤ ਖੁਸ਼ ਹੋਏ। ਤੇ ਮੈਨੂੰ ਅਜੇ ਵੀ ਯਾਦ ਹੈ ਕਿ ਜਦੋਂ ਮੈਡਲ ਲੈ ਕੇ ਮੈਂ ਘਰੇ ਪਰਤੀ ਹਾਂ ਤੇ ਮੈਂ ਕਿਹਾ ਕਿ ਮੈਂ ਅਜੇ 2-3 ਦਿਨ ਦੀ ਆਰਾਮ ਕਰਤੀ ਹਾਂ, ਰੈਸਟ। ਮੈਨੂੰ ਕਹਿੰਦੇ ਕਿ ਅਜੇ ਕੰਮ ਖਤਮ ਨਹੀਂ ਹੋਇਆ, ਜੇ ਆਪਣਾ ਸਿਲਸਿਲਾ ਅੱਗੇ ਹੋਰ ਵੀ ਜਾਰੀ ਆ, ਤੂੰ ਇਹ ਨਾ ਸੋਚ ਕਿ ਇੱਥੇ ਖਤਮ ਹੋ ਜਾਣਾ, ਜੇ ਅੱਗੇ ਸੋਚ। ਸੋ ਮੈਂ ਕੰਪੀਟੀਸ਼ਨ ਤੋਂ ਵਾਪਸ ਆ ਕੇ ਅਗਲੇ ਦਿਨ ਮੈਨੂੰ ਫਾਦਰ ਸਾਹਿਬ ਮੇਰੇ ਗਰਾਊਂਡ ਲੈ ਕੇ ਕਿ ਆਪਾਂ ਅਗਲੀ ਕੰਪੀਟੀਸ਼ਨ ਲਈ ਤਿਆਰੀ ਕਰੀਏ। ਸੋ ਇਹ ਚੀਜ਼ਾਂ ਇੱਦਾਂ ਹੀ ਚੱਲ ਰਹੀਆਂ ਆ, ਅਜੇ ਵੀ ਚੱਲਦੀਆਂ ਪਈਆਂ ਆ। ਸੋ ਵਧੀਆ ਲੱਗਦਾ ਆ ਕਿ ਫਾਦਰ ਦੀ ਸਪੋਰਟ ਹੋਣੀ ਉਹ ਬੜੀ ਵੱਡੀ ਗੱਲ ਆ ਜੀ। ਵੈਸੇ ਪੁੱਛਣ ਵਾਲੀ ਗੱਲ ਤਾਂ ਨਹੀਂ, ਮੈਂ ਫਿਰ ਹੀ ਪੁੱਛੂੰ, ਕ੍ਰੈਡਿਟ ਕਿਹਨੂੰ ਦੋਗੇ ਇਸ ਸਾਰੇ ਪ੍ਰਾਪਤੀਆਂ ਦਾ? ਉਹ ਤਾਂ ਪਤਾ ਹੀ ਹੈ ਜੀ ਬਿਲਕੁਲ। ਵੇਖੋ ਫਾਦਰ ਸਾਹਿਬ ਨੂੰ ਬੜਾ ਵੱਡਾ ਸ਼੍ਰੇਅ ਜਾਂਦਾ ਆ ਕਿ ਇੱਕ ਕੁੜੀ ਨੂੰ ਸਪੋਰਟਸ ਵੀ ਕਰਾਉਣੀ। ਫਿਰ ਜਦ ਕਿ ਉਹਨਾਂ ਦੇ ਫਰੈਂਡ ਵੀ ਕਹਿੰਦੇ ਸੀਗੇ ਕਿ ਨਹੀਂ ਕਰਾਉਣੀ ਚਾਹੀਦੀ ਸਪੋਰਟਸ, ਕੁੜੀਆਂ ਨੂੰ ਇੱਦਾਂ ਫੀਲਡ ਨਹੀਂ ਵਧੀਆ ਇਹ, ਪਰ ਫਿਰ ਵੀ ਉਹਨਾਂ ਨੇ ਕਿਹਾ ਨਹੀਂ, ਮੈਂ ਆਪਣੀ ਬੇਟੀ ਨੂੰ ਬੇਟਿਆਂ ਵਾਂਗੂ ਰੱਖਿਆ ਹੈ, ਕੋਈ ਗੱਲ ਨਹੀਂ। ਫਿਰ ਸਭ ਤੋਂ ਵੱਡਾ ਸ਼੍ਰੇਅ ਜਾਂਦਾ ਮੇਰੇ ਫਾਦਰ ਸਾਹਿਬ ਨੂੰ। ਦੂਜਾ ਸਭ ਤੋਂ ਵੱਡਾ ਕਿ ਮੇਰੇ ਮਦਰ, ਜਿਨ੍ਹਾਂ ਨੇ ਮੈਨੂੰ ਹਰ ਪੈਰ 'ਤੇ, ਜਦੋਂ ਮੈਨੂੰ ਇੱਦਾਂ ਕਦੀ ਫੀਲ ਹੋਇਆ ਕਿ ਸ਼ਾਇਦ ਇਹ ਚੀਜ਼ਾਂ ਔਖੀਆਂ ਮੈਂ ਨਹੀਂ ਕਰ ਸਕਦੀ, ਤੇ ਉਹ ਹਮੇਸ਼ਾ ਆਪਣੇ ਲਾਈਫ ਦੀਆਂ ਸਟੋਰੀਆਂ ਦੱਸਦੇ ਸੀ ਕਿ ਕਿੱਦਾਂ ਉਹਨਾਂ ਨੇ ਗਿਵ ਅਪ ਨਹੀਂ ਕੀਤਾ। 84 ਲਈ ਉਹਨਾਂ ਦੀ ਸਿਲੈਕਸ਼ਨ ਹੋਈ ਸੀ, ਉਹਨਾਂ ਨੇ ਗਿਵ ਅਪ ਨਹੀਂ ਕੀਤਾ। ਉਸ ਤੋਂ ਬਾਅਦ 86 ਦੀ ਏਸ਼ੀਅਨ ਗੇਮਾਂ ਦੀ ਉਹਨਾਂ ਨੇ ਤਿਆਰੀ ਰੱਖੀ। ਸੋ ਉਹ ਚੀਜ਼ਾਂ ਬੜੀਆਂ ਮੋਟੀਵੇਟ ਕਰਦੀਆਂ ਆ। ਇੱਕ ਇਹੋ ਜਿਹੇ ਪਰਿਵਾਰ ਤੋਂ ਉੱਠ ਕੇ ਆਉਣਾ ਆ, ਸਭ ਤੋਂ ਛੋਟੀ ਲੜਕੀ ਘਰ ਦੀ, ਫਿਰ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਲੋਕਾਂ ਦੀਆਂ ਗੱਲਾਂ ਨੂੰ ਇਗਨੋਰ ਕਰਕੇ ਅੱਗੇ ਵਧਣਾ। ਸੋ ਇਹ ਉਸ ਟਾਈਮ 'ਤੇ ਜ਼ਿਆਦਾ ਔਖਾ ਸੀ ਸਪੋਰਟਸ ਕਰਨਾ, ਆਪਣੇ ਮਾਈਂਡ ਨੂੰ ਟ੍ਰੇਨ ਕਰਨਾ। ਸੋ ਮੋਟੀਵੇਸ਼ਨ, ਇੰਸਪੀਰੇਸ਼ਨ ਸਾਰਾ ਕੁਛ ਘਰੇ ਹੀ ਸੀਗਾ, ਸਿਰਫ ਤੁਰੇ ਰਹੇ ਅਸੀਂ ਵੀ। ਨਹੀਂ, ਬਹੁਤ ਵਧੀਆ, ਕਿਉਂਕਿ ਅਕਸਰ ਕੁੜੀਆਂ ਨੂੰ ਅੰਡਰ ਐਸਟੀਮੇਟ ਕੀਤਾ ਜਾਂਦਾ ਹੈ। ਸੋ ਜਿੱਦਾਂ ਹੁਣ ਤੁਸੀਂ ਇੰਨਾ ਨਾਮ ਕੀਤਾ ਹੈ ਪੇਰੈਂਟਸ ਦਾ, ਆਪਣਾ, ਪੰਜਾਬ ਦਾ, ਇੰਡੀਆ ਦਾ, ਹੈ ਨਾ। 14 ਸਾਲ ਬਾਅਦ ਮੈਡਲ ਮਿਲਿਆ ਸੀਗਾ ਤੁਸੀਂ ਜਿਹੜਾ ਲੈ ਕੇ ਆਏ ਸੀਗੇ ਇੰਡੀਆ ਨੂੰ, ਹੈ ਨਾ, ਔਰ ਬੜੇ ਪ੍ਰਾਊਡ ਵਾਲੀ ਗੱਲ ਹੈਗੀ ਆ। ਤੇ ਮੈਨੂੰ ਲੱਗਦਾ ਕਿ ਜਿੱਦਾਂ ਘਰ 'ਚ ਸਾਰੇ ਹੀ ਪਲੇਅਰ ਹੈਗੇ ਆ, ਕਿੰਨੇ ਵਧੀਆ, ਸਭ ਨੇ ਹੀ ਇੰਨੇ ਜ਼ਿਆਦਾ ਮੈਡਲ ਜਿੱਤੇ ਆ, ਤੇ ਕੰਪੀਟੀਸ਼ਨ ਇੱਕ ਘਰ 'ਚ ਵੀ ਮੈਨੂੰ ਲੱਗਦਾ ਚੱਲਦਾ ਹੋਊਗਾ। ਅੱਛਾ, ਬ੍ਰਦਰ ਮੈਡਲ ਲਿਆਇਆ, ਹੁਣ ਮੈਂ ਵੀ ਲੈ ਕੇ ਆਉਂਗੀ। ਬਿਲਕੁਲ। ਅਸਲ 'ਚ ਸਟਾਰਟਿੰਗ ਵਾਲਾ ਸਿਲਸਿਲਾ ਇੱਦਾਂ ਸ਼ੁਰੂ ਹੋਇਆ ਕਿ ਜਦੋਂ ਬ੍ਰਦਰ ਨੇ ਰਿਕਾਰਡ ਕੀਤਾ ਸੀਗਾ, ਉਦੋਂ ਮੈਂ ਬਹੁਤ ਛੋਟੀ ਸੀ। ਅਸੀਂ ਸਕੂਲ ਜਾਂਦੇ ਹਾਂ ਤੇ ਉਹਨਾਂ ਦੀ ਫੋਟੋ ਆਈ ਅਖਬਾਰ ਦੇ ਵਿੱਚ, ਤੇ ਮੈਂ ਵੇਖਣਾ ਤੇ ਮੈਂ ਕਹਿਣਾ ਅੱਛਾ, ਸਾਰਿਆਂ ਨੇ ਉਹਦੇ ਕੋਲ ਹੀ ਤੁਰੇ ਫਿਰਨਾ, ਸਾਰੇ ਪਰਿਵਾਰ ਨੇ, ਸਾਡੀ ਜੁਆਇੰਟ ਫੈਮਿਲੀ ਆ।
ਤੇ ਸਾਰਿਆਂ ਨੇ ਉਹਦੇ ਕੋਲ ਵਾਹ ਬੜਾ ਵਧੀਆ ਕੀਤਾ। ਮੈਂ ਕਿਹਾ ਮੈਂ ਵੀ ਕਰਦੀ ਹਾਂ, ਮੈਨੂੰ ਵੀ ਸ਼ਾਇਦ ਇੰਨਾ ਕ੍ਰੈਡਿਟ ਮਿਲੂਗਾ, ਉਹਨੂੰ ਚੀਜ਼ਾਂ ਮਿਲਣੀਆਂ ਨਵੀਆਂ। ਫਿਰ ਦਿਲ ਕਰਦਾ ਸੀ ਬੱਚੇ ਦਾ ਵੇਖ ਕੇ ਕਿ ਹਾਂ ਅੱਛਾ ਇਸ ਚੀਜ਼ ਕਰਕੇ ਇੱਦਾਂ ਹੁੰਦੇ ਆ। ਫਿਰ ਕੰਪੀਟੀਸ਼ਨ ਤੇ ਨਹੀਂ, ਅਸੀਂ ਇੱਕ ਦੂਜੇ ਦੀ ਪ੍ਰਾਪਤੀਆਂ ਤੋਂ ਹਮੇਸ਼ਾ ਖੁਸ਼ ਹੀ ਹੁੰਦੇ ਰਹੇ, ਇੱਕ ਦੂਜੇ ਨੂੰ ਬਹੁਤ ਪੁਸ਼ ਕੀਤਾ ਹਮੇਸ਼ਾ। ਮੇਰੇ ਬ੍ਰਦਰ ਨੇ ਬੜੀ ਸਪੋਰਟ ਕੀਤੀ ਕਿ ਨਹੀਂ ਤੇ ਕਈ ਪਰਿਵਾਰਾਂ 'ਚ ਭੈਣਾਂ ਨੂੰ ਸ਼ਾਇਦ ਨਹੀਂ ਅੱਗੇ ਆਉਂਦੇ ਤੇ ਪਰ ਹਰ ਇੱਕ ਚੀਜ਼ ਨੂੰ ਅਗਰ ਅਸੀਂ ਕੁਛ ਖਰੀਦਣ ਜਾਣੇ, ਕੱਪੜੇ ਖਰੀਦਣ ਜਾਣੇ, ਕਿਤੇ ਵੀ ਜਾਣਾ ਤਾਂ ਉਹਨੇ ਹਮੇਸ਼ਾ ਮੈਨੂੰ ਪੁੱਛ ਕਰਨਾ ਕਿ ਨਹੀਂ ਤੂੰ ਆਹ ਨਹੀਂ ਆਹ ਲੈ, ਤੈਨੂੰ ਉੱਤੇ ਤੇ ਆਹ ਜੱਚਦਾ। ਮਤਲਬ ਅਸੀਂ ਭੈਣ ਭਰਾ ਘੱਟ ਤੇ ਅਸੀਂ ਜਿੱਦਾਂ ਫਰੈਂਡਸ ਜ਼ਿਆਦਾ ਰਹੇ ਇੱਕ ਦੂਜੇ ਦੇ। ਮੇਰੇ ਤੋਂ 5 ਸਾਲ ਵੱਡੇ ਸੀ ਪਰ ਉਹਨੂੰ ਮੈਂ ਗੁੱਸੇ ਵੀ ਹੋ ਜਾਣਾ, ਝਿੜਕਾਂ ਵੀ ਮਾਰ ਦੇਣੀਆਂ ਤੇ ਮੈਨੂੰ ਸਾਰੇ ਕਹਿਣਾ ਤੇ ਤਾਂ ਛੋਟਾ ਹੈ। ਮੈਂ ਕਿਹਾ ਨਹੀਂ ਮੇਰੇ ਤੋਂ ਵੱਡਾ ਆ ਪਰ ਮੈਂ ਥੋੜ੍ਹੀ ਜ਼ਿਆਦਾ ਲਾਡਲੀ ਹਾਂ ਇਹਦੀ। ਫਿਰ ਉਹ ਵੀ ਕੰਪੀਟੀਸ਼ਨ ਤੇ ਨਹੀਂ, ਚਲੋ ਅਸੀਂ ਇੱਕ ਦੂਜੇ ਦੀ ਬਹੁਤ ਸਪੋਰਟ ਕਰਦੇ ਰਹੇ, ਬਹੁਤ ਵੱਡੀ ਸਪੋਰਟ ਰਹੀ ਉਹਨਾਂ ਦੀ ਮੇਰੀ ਲਾਈਫ 'ਚ। ਬਹੁਤ ਵਧੀਆ। ਅੱਛਾ ਨਵਜੀਤ, ਜੇ ਮੈਂ ਪੁੱਛਾਂ ਕਿ ਡਿਸਕਸ ਥਰੋ ਹੀ ਕਿਉਂ ਚੁਣਿਆ ਸੀ ਤੁਸੀਂ? ਡਿਸਕਸ ਥਰੋ ਇਸ ਕਰਕੇ ਕਿਉਂਕਿ ਲੋਕਾਂ ਨੂੰ ਜ਼ਿਆਦਾ ਪਤਾ ਨਹੀਂ ਸੀ ਇਸ ਗੇਮ ਬਾਰੇ ਤੇ ਮੈਨੂੰ ਸੀਗਾ ਕਿ ਸ਼ਾਇਦ ਮੈਂ ਕੁਛ ਨਾਮ ਕਰਾਂ ਆਪਣੇ ਪੰਜਾਬ 'ਚ, ਲੋਕਾਂ ਨੂੰ ਵੀ ਪਤਾ ਲੱਗੇ। ਨਹੀਂ ਤਾਂ ਲੋਕੀ ਲੌਨ ਟੈਨਿਸ, ਟੇਬਲ ਟੈਨਿਸ, ਬੈਡਮਿੰਟਨ ਇਹਦੇ ਬਾਰੇ ਲੋਕੀ ਸੁਣਦੇ ਰਹਿੰਦੇ ਸੀ। ਤੇ ਦੂਜਾ ਇਹ ਕਰਕੇ ਕਿ ਫਾਦਰ ਸਾਹਿਬ ਹਮੇਸ਼ਾ ਨਾਲ ਰਹਿਣਗੇ, ਉਹਨਾਂ ਦੀ ਸਪੋਰਟ ਵੀ ਰਹੂਗੀ। ਬ੍ਰਦਰ ਸ਼ਾਟਪੁੱਟ ਕਰਦੇ ਸੀ, ਫਾਦਰ ਫਿਰ ਸ਼ਾਟਪੁੱਟ ਕਰਦੇ ਸੀ, ਟੈਕਨੀਕਲੀ ਸੇਮ ਹੀ। ਮੈਂ ਬਹੁਤ ਛੋਟੀ ਹਾਂ ਜਦੋਂ ਅਸੀਂ ਗਰਾਊਂਡ, ਮਤਲਬ ਸਾਡੇ ਪਰਿਵਾਰ ਦਾ ਇਹ ਕੰਮ ਸੀ ਕਿ ਜੇ ਅਸੀਂ ਸਵੇਰੇ ਸਕੂਲ ਜਾਣਾ, ਸਕੂਲ ਤੋਂ ਆ ਕੇ ਸ਼ਾਮੀ ਸਾਡਾ ਗਰਾਊਂਡ 'ਚ ਪੱਕਾ ਸਾਡੇ ਘਰ ਨੂੰ ਲੋਕ ਲਾ ਕੇ ਕੋਈ ਨਹੀਂ ਆਉਂਦਾ ਸਾਡੇ ਘਰੇ ਸ਼ਾਮੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਸਾਰਾ ਪਰਿਵਾਰ ਉੱਥੇ ਗਰਾਊਂਡ ਹੀ ਹੋਊਗਾ। ਤੇ ਬਿਲਕੁਲ ਉਦੋਂ ਪਹਿਲਾਂ ਮੇਰੇ ਚਾਚੂ ਵੀ ਕਰਦੇ ਸੀਗੇ ਸਪੋਰਟਸ ਤੇ ਫਿਰ ਪਾਪਾ ਚਾਚੂ ਉਹਨਾਂ ਨੂੰ ਕਰਾਉਂਦੇ ਸੀ, ਮੇਰੇ ਸੀਨੀਅਰਸ ਸਾਰੇ ਆਉਂਦੇ ਸੀ। ਤੇ ਮੈਂ 4-5 ਸਾਲ ਦੀ ਹਾਂ ਜਦੋਂ ਗਰਾਊਂਡ ਜਾਣ ਲੱਗ ਪਈ। ਫਿਰ ਇਸ ਗੇਮ ਨਾਲ ਜਿੱਦਾਂ ਪਿਆਰ ਜਿਹਾ ਪੈ ਗਿਆ ਤੇ ਉਦੋਂ ਬਾਅਦ ਗੇਮ, ਫਿਰ ਗਰਾਊਂਡ, ਗੇਮ, ਵਰਕਆਊਟ ਇਹ ਇੱਕ ਨਸ਼ੇ ਵਰਗਾ ਆ, ਜਦੋਂ ਬੰਦੇ ਨੂੰ ਲੱਗ ਜਾਂਦਾ ਫਿਰ ਛੁੱਟਦਾ ਨਹੀਂ। ਤੇ ਉਹ ਇੱਦਾਂ ਹੀ ਫਿਰ ਜਦੋਂ ਸ਼ੁਰੂ ਕਰਤਾ ਆ ਫਿਰ ਉਸ ਤੋਂ ਬਾਅਦ ਲੱਗਾ ਕਿ ਆਪਾਂ ਕੁਛ ਵਧੀਆ ਕਰ ਸਕਦੇ ਹਾਂ ਇਹਦੇ। ਤੇ ਇਸ ਕਰਕੇ ਕਿ ਚਲੋ ਇਸ ਗੇਮ ਨੂੰ ਥੋੜ੍ਹਾ ਅੱਗੇ ਲੈ ਕੇ ਜਾਈਏ, ਪੰਜਾਬ 'ਚ ਲੋਕਾਂ ਨੂੰ ਪਤਾ ਲੱਗੂਗਾ ਕਿ ਡਿਸਕਸ ਥਰੋ ਵੀ ਇੱਕ ਇਵੈਂਟ ਹੁੰਦਾ ਆ, ਤਾਂ ਕਰਕੇ। ਤੁਸੀਂ ਇੰਨੇ ਖੂਬਸੂਰਤ ਹੋ ਤੇ ਕਦੇ ਮਾਡਲਿੰਗ ਬਾਰੇ ਨਹੀਂ ਸੋਚਿਆ? ਐਕਚੁਅਲੀ ਵੈਸੇ ਜਿਹੜੀ ਸਪੋਰਟਸ ਵਾਲੀ ਐਂਡ ਇੱਕ ਪੰਜਾਬੀ ਇੰਡਸਟਰੀ, ਫਿਲਮ ਇੰਡਸਟਰੀ ਜਾਂ ਕੁਛ ਸਾਰੇ ਗਲੈਮਰਸ ਦੀ ਦੁਨੀਆ ਹੈਗੀ ਹੈ ਨਾ, ਪਰ ਫਿਰ ਵੀ ਕਦੇ ਮਾਡਲਿੰਗ ਬਾਰੇ ਨਹੀਂ ਸੋਚਿਆ ਕਿ ਕਿਸੇ ਮਾਡਲ ਬਣੋ ਕਿਸੇ ਦੇ, ਕਿਸੇ ਬ੍ਰਾਂਡ ਦੇ ਜਾਂ ਕੁਛ ਇਹੋ ਜਿਹਾ? ਨਹੀਂ, ਮਤਲਬ ਸੋਚਿਆ ਹੀ, ਮੇਰਾ ਇਹ ਵੀ ਇੱਕ ਸ਼ੌਂਕ ਹੀ ਤੁਸੀਂ ਕਹਿ ਲਓ। ਜਦ ਮੈਂ ਸਕੂਲ ਹੁੰਦੀ ਸੀਗੀ ਤੇ ਸਕੂਲ ਦੇ ਵਿੱਚ ਮੈਂ ਕਲਚਰਲ ਐਕਟੀਵਿਟੀ 'ਚ ਬਹੁਤ ਪਾਰਟੀਸਪੇਟ ਕਰਦੀ ਹਾਂ, ਗਿੱਧਾ ਹੋਵੇ, ਭੰਗੜਾ ਤੇ ਜਿੱਦਾਂ ਸਟੇਜ ਸ਼ੋਅ ਮੇਰੇ ਹਮੇਸ਼ਾ ਫੇਵਰੇਟ ਰਹੇ ਆ ਬਹੁਤ, ਪਰ ਕਦੀ ਮੌਕਾ ਨਹੀਂ ਮਿਲਿਆ, ਪਰ ਸ਼ੌਂਕ ਬਹੁਤ ਸੀਗਾ ਇਸ 'ਚ। ਫਿਰ ਕਿੱਤਾ ਥੋੜ੍ਹਾ ਇੱਦਾਂ ਦਾ ਸੀ ਕਿ ਅਸੀਂ ਸਪੋਰਟਸ ਵੱਲ ਜ਼ਿਆਦਾ ਰੁੱਝੇ ਰਹੇ, ਕਦੀ ਟਾਈਮ ਵੀ ਨਹੀਂ ਮਿਲਿਆ ਤੇ ਕਦੀ ਮੌਕਾ ਹੀ ਨਹੀਂ ਮਿਲਿਆ। ਹਾਂ, ਔਰ ਸਪੋਰਟਸ ਨੂੰ ਟਾਈਮ ਵੀ ਬਹੁਤ ਦੇਣਾ ਪੈਂਦਾ। ਫਿਰ ਮੈਂ ਦੇਖਿਆ ਅਰਲੀ ਮਾਰਨਿੰਗ ਨੇਰੇ ਹੀ ਉੱਠ ਕੇ ਗਰਾਊਂਡ 'ਚ ਚਲੇ ਜਾਣਾ, ਬਹੁਤ ਜ਼ਿਆਦਾ ਹੁੰਦਾ। 2011 ਦੇ ਵਿੱਚ ਤੁਸੀਂ ਬ੍ਰੌਂਜ਼ ਮੈਡਲ ਜਿੱਤਿਆ ਸੀ, ਉਦੋਂ ਬਹੁਤ ਛੋਟੀ ਏਜ ਸੀ ਤੁਹਾਡੀ? ਹਾਂਜੀ, ਮੈਂ ਉਦੋਂ 16 ਇਅਰਸ ਦੀ ਸੀਗੀ। ਯੂਥ ਕਾਮਨਵੈਲਥ ਹੁੰਦੀਆਂ ਸੀਗੀਆਂ, ਅੰਡਰ 17 ਹੁੰਦੀਆਂ ਸੀ, ਅੰਡਰ 17 ਏਜ ਗਰੁੱਪ ਦੀਆਂ, ਤੇ ਉਦੋਂ ਮੇਰਾ ਮੈਡਲ ਆਇਆ ਸੀਗਾ ਉੱਥੇ। ਤੇ 16 ਸਾਲ ਦੇ ਹਾਂ, ਜੇ ਦੁਨੀਆ ਵੇਖਣ ਲੱਗੇ ਹਾਂ ਹੌਲੀ ਹੌਲੀ। ਫਿਰ ਉਹ ਜਦੋਂ ਮੈਡਲ ਆਇਆ ਉਹਨਾਂ ਮੋਟੀਵੇਸ਼ਨ ਹੋਰ ਮਿਲ ਗਈ ਕਿ ਅੱਗੇ ਹੋਰ ਵਧੀਆ ਕਰੀਏ। ਬਿਲਕੁਲ। ਸਪੋਰਟਸ ਦੇ ਵਿੱਚ ਨਾ ਡਾਈਟ ਦਾ ਵੀ ਬਹੁਤ ਖਿਆਲ ਰੱਖਣਾ ਪੈਂਦਾ ਹੈ ਨਾ, ਕਿਆ ਖਾਣਾ, ਨਹੀਂ ਖਾਣਾ, ਉਹ ਖਾਣਾ ਹੈ। 16 ਸਾਲ ਦੀ ਉਮਰ 'ਚ ਮੈਨੂੰ ਲੱਗਦਾ ਕਿ ਕਈ ਵਾਰੀ ਆਪਾਂ ਇਸ ਚੀਜ਼ ਤੋਂ ਕਿਨਾਰਾ ਵੀ ਕਰ ਜਾਂਦੇ ਕਿ ਨਹੀਂ ਕੁਛ ਨਹੀਂ ਹੁੰਦਾ, ਕਿ ਉਹ ਮਾਈਂਡ ਹੀ ਉੱਧਰ ਸੀਗਾ, ਇੱਕ ਏਮ ਸੀਗਾ ਇਸ ਕਰਕੇ? ਨਹੀਂ, ਬਿਲਕੁਲ ਮਾਈਂਡ ਹੀ ਉੱਧਰ ਸੀਗਾ। ਤੁਸੀਂ ਕਹਿ ਲਓ ਕਿ ਮੇਰੇ ਫਾਦਰ ਸਾਹਿਬ ਨੇ, ਅਸੀਂ ਗਰਾਊਂਡ ਜਾਣਾ, ਸਵੇਰੇ ਟ੍ਰੇਨਿੰਗ ਕਰਕੇ ਆਉਣਾ, ਉਹਨਾਂ ਨੇ ਖੁਦ ਕਿਚਨ 'ਚ ਸਾਰਾ ਸਾਡਾ ਬ੍ਰੇਕਫਾਸਟ ਤਿਆਰ ਕਰਨਾ, ਫਿਰ ਅਸੀਂ ਲੰਚ ਸਕੂਲੇ ਕੀ ਲੈ ਕੇ ਜਾਣਾ ਉਹ ਤਿਆਰ ਕਰਨਾ। ਫਿਰ ਉਹ ਇੱਦਾਂ ਲੱਗਦਾ ਸੀ ਕਿ ਜਦੋਂ ਉਹ ਇੰਨੀ ਮਿਹਨਤ ਕਰਨ ਦੇ ਆ ਤੇ ਫਿਰ ਉਹਨਾਂ ਦੀ ਮਿਹਨਤ ਨੂੰ ਵੀ ਫਲ ਮਿਲਣਾ ਚਾਹੀਦਾ ਹੈ। ਸੋ ਫਿਰ ਅਸੀਂ ਕਦੀ ਸਾਨੂੰ ਉਸ ਟਾਈਮ ਤੇ 5 ਰੁਪਏ ਮਿਲਦੇ ਹੁੰਦੇ ਸੀ ਸੈਟਰਡੇ ਨੂੰ ਕਿ ਕੁਛ ਨਾ ਕੁਛ ਬਾਹਰੋਂ ਤੁਸੀਂ ਖਾ ਸਕਦੇ। ਪਰ ਇਹ ਹੀ ਕਿ ਜਿੱਦਾਂ ਸਾਨੂੰ ਇੱਕ ਇਸ ਚੀਜ਼ ਦਾ ਬੜਾ ਵੱਡਾ ਰੋਲ ਹੈਗੀ ਡਾਈਟ ਦਾ, ਕਿ ਜਦੋਂ ਅਸੀਂ ਕਿਤੇ ਬਾਹਰ ਜਾਂਦੇ ਹਾਂ ਕੰਪੀਟੀਸ਼ਨ ਦੀ, ਉੱਥੇ ਅਸੀਂ ਡਾਈਟ ਸਾਡੀ ਬਿਲਕੁਲ ਡਿਫਰੈਂਟ ਹੋ ਜਾਂਦੀ, ਬਿਲਕੁਲ ਚੇਂਜ ਹੋ ਜਾਂਦੀ ਆ। ਸੋ ਫਾਦਰ ਸਾਹਿਬ ਨੇ ਸਟਾਰਟਿੰਗ ਤੋਂ ਹੀ ਉਹ ਚੀਜ਼ਾਂ ਖਵਾਉਣੀਆਂ ਸ਼ੁਰੂ ਕਰਤੀਆਂ ਕਿ ਸਾਡਾ ਟੇਸਟ ਹੀ ਉੱਦਾਂ ਦਾ ਵਾ, ਜੇ ਸਾਨੂੰ ਪ੍ਰੋਬਲਮ ਨਾ ਆਵੇ। ਮੇਰਾ ਸੁਭਾਅ ਇੱਦਾਂ ਦਾ, ਮੈਂ ਬੜੇ ਸ਼ੌਂਕ ਨਾਲ ਖਾਂਦੀ ਰਹੀ ਕਿ ਅੱਛਾ ਨਹੀਂ ਇਹਦੀ ਚੀਜ਼ ਨਾਲ ਮੈਨੂੰ ਮੇਰੀ ਥਰੋ 'ਚ ਇਫੈਕਟ ਮਿਲੂਗਾ ਤੇ ਚਲੋ ਕੋਈ ਗੱਲ ਨਹੀਂ। ਸੋ ਡਿਸਿਪਲਿਨ ਵੀ ਮੈਟਰ ਕਰਦਾ ਆ ਬਹੁਤ ਸਪੋਰਟਸਮੈਨ ਦੀ ਲਾਈਫ 'ਚ, ਫਿਰ ਉਹ ਥੋੜ੍ਹਾ ਡਿਸਿਪਲਿਨਡ ਰਹਿਣਾ ਪਿਆ। ਹਾਂ, ਪ੍ਰੋਟੀਨ ਵਗੈਰਾ ਜ਼ਿਆਦਾ ਲੈਣਾ ਹੁੰਦਾ। ਫਿਰ ਵੈਸੇ ਚਿਕਨ ਤਾਂ ਪੂਰਾ, ਫਿਰ ਆਪਣੇ ਪੰਜਾਬੀ ਤਾਂ ਵੈਸੇ ਹੀ ਬੜੇ ਸ਼ੌਕੀਨ, ਔਰ ਉਹ ਵੀ ਅੰਮ੍ਰਿਤਸਰ ਵਾਲੇ। ਹਾਂਜੀ, ਖਾਣ ਪੀਣ ਦੇ ਸ਼ੁਰੂ ਤੋਂ ਹੀ ਬੜੇ ਸ਼ੌਕੀਨ। ਹਾਂ, ਹੈ ਨਾ, ਸੋ ਚਿਕਨ ਪੂਰਾ ਚੱਲਦਾ ਹੋਣਾ। ਬਿਲਕੁਲ ਬਿਲਕੁਲ ਜੀ। ਅੱਛਾ ਨਵਜੀਤ, ਜਿੱਦਾਂ ਆਪਾਂ ਪੰਜਾਬੀਆਂ ਦੀ ਗੱਲ ਕੀਤੀ ਕਿ ਖਾਣ ਪੀਣ ਦੇ ਬੜੇ ਸ਼ੌਕੀਨ, ਪੰਜਾਬੀਆਂ ਦੀ ਨਾ ਇੱਕ ਅਲੱਗ ਹੀ ਪਹਿਚਾਣ ਹੈਗੀ ਆ। ਜਿੱਦਾਂ ਵਧੀਆ ਆਪਾਂ ਜੇ ਇੱਕ ਪੰਜਾਬੀ ਦਾ ਨਾਮ ਲਈਏ ਤਾਂ ਇੱਦਾਂ ਅੱਖਾਂ ਕੀ ਆਉਂਦਾ ਕਿ ਕੋਈ ਤਕੜਾ ਗੱਭਰੂ ਜਾਂ ਮੁਟਿਆਰ ਜਾਂ ਸਾਰੇ, ਹੈ ਨਾ, ਖਾਣ ਪੀਣ ਦੇ ਵੀ ਸ਼ੌਕੀਨ।
ਤੇ ਸਪੋਰਟਸ ਦੇ ਵਿੱਚ ਇਦਾਂ ਹੀ ਚਾਹੀਦਾ ਹੁੰਦਾ ਹੈ, ਸਿਹਤਾਂ ਇਹੋ ਜਿਹੀਆਂ ਚਾਹੀਦੀਆਂ ਹੁੰਦੀਆਂ। ਕੀ ਰੀਜ਼ਨ ਹੈ ਕਿ ਹੁਣ ਸਪੋਰਟਸ ਦੇ ਵਿੱਚ ਪੰਜਾਬੀ ਥੋੜੇ ਘਟ ਗਿਆ ਤੇ ਮੈਨੂੰ ਲੱਗਦਾ ਕਿ ਹਰਿਆਣੇ ਵਾਲਿਆਂ ਦਾ ਨਾਮ ਜ਼ਿਆਦਾ ਹੋ ਗਿਆ ਹੈ? ਜੀ ਬਿਲਕੁਲ, ਉਹਦਾ ਵੱਡਾ ਰੀਜ਼ਨ ਇਹ ਆ ਕਿ ਸਾਡੇ ਪੰਜਾਬ 'ਚ ਲੋਕੀ ਥੋੜੇ ਜਿਹੇ ਮਾਡਰਨ ਹੋ ਗਏ ਆ, ਸ਼ਾਇਦ ਇਹ ਗੱਲਾਂ ਚੁੱਭਣ ਗਈਆਂ ਵੀ ਕਈਆਂ ਨੂੰ, ਕਿ ਅਸੀਂ ਆਪਣੀ ਮਿੱਟੀ ਨਾਲੋਂ ਥੋੜੇ ਵੱਖ ਹੁੰਦੇ ਜਾਂਦੇ ਆ। ਅਸੀਂ ਬੇਸਿਕ ਚੀਜ਼ਾਂ ਨੂੰ ਛੱਡ ਕੇ ਮਾਡਰਨਾਈਜੇਸ਼ਨ ਪਿੱਛੇ ਪੈ ਗਏ ਆ, ਲੋਕਾਂ ਦੀ ਰੀਸ ਕਰਨ ਲੱਗ ਪਏ ਆ, ਸ਼ਾਇਦ ਉਸ ਚੀਜ਼ ਕਰਕੇ। ਤੁਸੀਂ ਇਹ ਵੇਖੋ ਗਰੋਥ ਲੈਵਲ ਵੀ ਘਟ ਗਿਆ ਹੈ ਆਪਣੇ ਪੰਜਾਬ ਦਾ, ਜੇ ਵੇਖਿਆ ਜਾਵੇ ਤੇ ਪਹਿਲਾਂ ਮੁੰਡੇ ਇੰਨੇ ਜਵਾਨ ਹੁੰਦੇ ਸੀ, ਕੁੜੀਆਂ ਵੀ ਜਵਾਨ ਸੀ। ਹੁਣ ਲੋਕੀ ਸ਼ਾਇਦ ਡਾਈਟ ਨੂੰ ਲੈ ਕੇ ਕੁਛ ਜਾਂ ਕੁਛ ਫੋਨ ਇੰਨੇ ਆ ਗਏ, ਲੋਕੀ ਇੰਨਾ ਜ਼ਿਆਦਾ ਰੁੱਝ ਗਏ ਆ ਉਹਨਾਂ ਚੀਜ਼ਾਂ ਦੇ ਵਿੱਚ ਹੀ, ਮਤਲਬ ਰੁੱਝੇ ਰਹਿ ਗਏ ਆ। ਬਾਹਰ ਨਿਕਲਣਾ ਨਹੀਂ ਚਾਹੁੰਦੇ, ਬਾਹਰ ਵੇਖਣਾ ਨਹੀਂ ਚਾਹੁੰਦੇ ਕਿ ਦੁਨੀਆ 'ਚ ਆਪਾਂ ਮਿਹਨਤ ਕਰਕੇ ਕੁਛ ਵਧੀਆ ਕਮਾ ਸਕਦੇ ਹਾਂ। ਹਰਿਆਣੇ 'ਚ ਲੋਕੀ ਅਜੇ ਵੀ ਆਪਣੀ ਗਰਾਊਂਡ ਲੈਵਲ ਨਾਲ ਜੁੜੇ ਆ, ਮਿਹਨਤੀ ਆ ਲੋਕ ਉੱਥੇ, ਉਹ ਆਪਣੀ ਮਿੱਟੀ ਨਾਲ ਬੜੇ ਜੁੜੇ ਆ। ਸ਼ਾਇਦ ਇਸ ਕਰਕੇ ਉਹ ਲੋਕੀ ਅੱਜ ਵੀ ਗਰੋ ਕਰਨ ਦੇ ਆ ਕਿ ਉਹਨਾਂ 'ਚ ਅਜੇ ਵੀ ਉਹਨਾਂ ਦੀ ਪੁਰਾਣੀ ਜਿਹੜੀ ਆ, ਉਹਨਾਂ ਦੇ ਪੁਰਖਾਂ ਦੀ ਜਿਹੜੀ ਜੋ ਡਾਈਟ ਹੀ, ਜੋ ਸਭ ਕੁਛ ਹੀ, ਉਹ ਅਜੇ ਵੀ ਉੱਧਰ ਤੁਰਿਆ ਜਾਂਦੇ ਆ। ਸੋ ਮੇਨ ਪ੍ਰੋਬਲਮ ਕੁਛ ਗੌਰਮੈਂਟ ਕਰਕੇ ਵੀ ਆ, ਕੁਛ ਸਰਕਾਰਾਂ ਕਰਕੇ ਆ ਕਿ ਸਰਕਾਰਾਂ ਸ਼ਾਇਦ ਉਹਨਾਂ ਸਪੋਰਟ ਨਹੀਂ ਕਰਦੀਆਂ, ਤਾਂ ਕਰਕੇ ਲੋਕੀ ਇਸ ਫੀਲਡ ਵੱਲ ਆਉਂਦੇ ਨਹੀਂ, ਸਪੋਰਟਸ ਵਾਲੀ ਫੀਲਡ ਵੱਲ, ਕਿ ਮਿਹਨਤ ਨਹੀਂ ਕਰਨਾ ਚਾਹੁੰਦੇ। ਜਿੱਥੋਂ ਸੌਖਾ ਮਿਲਦਾ ਆ ਉਹ ਲੋਕੀ ਉੱਧਰ ਵੱਲ ਨੂੰ ਭੱਜਦੇ ਆ, ਜਿਹੜਾ ਈਜ਼ੀ ਵੇ ਆ ਉੱਧਰ ਨੂੰ ਜਾਂਦੇ ਆ। ਮੇਨ ਪ੍ਰੋਬਲਮ ਇਹ ਆ ਕਿ ਜੇ ਸਰਕਾਰਾਂ ਨਾ ਸਾਥ ਦੇਣ, ਜੋ ਜਿੰਨਾ ਹੀ ਮਿਹਨਤ ਕਰਨੇ ਆ ਉਸ ਚੀਜ਼ ਦਾ ਸਾਨੂੰ ਆਊਟਕਮ ਮਿਲੇ, ਤੇ ਫਿਰ ਸ਼ਾਇਦ ਲੋਕੀ ਇਸ ਫੀਲਡ 'ਚ ਆਉਣਗੇ। ਮਿਹਨਤ ਕਰਨੀ ਵੇਖੋ ਸੌਖੀ ਨਹੀਂ, ਕਿਉਂਕਿ ਅਸੀਂ ਮਾਈਂਡ, ਆਪਣੀ ਬੋਡੀ ਨੂੰ ਵੀ ਟ੍ਰੇਨ ਕਰਨਾ, ਆਪਣੇ ਮਾਈਂਡ ਨੂੰ ਵੀ ਟ੍ਰੇਨ ਕਰਨਾ ਬੜਾ ਔਖਾ ਕੰਮ ਹੈ। ਪਰ ਜੇ ਆਊਟਕਮ ਹੀ ਚੰਗੇ ਹੋਣਗੇ, ਕਿਉਂ ਨਹੀਂ ਲੋਕੀ ਇਸ ਕੰਮ ਵੱਲ ਆਉਣਗੇ? ਜੇ ਵੇਖਿਆ ਜਾਵੇ ਹਰਿਆਣੇ ਦੇ ਵਿੱਚ ਉਹਨਾਂ ਨੇ ਗਰਾਊਂਡ ਲੈਵਲ 'ਤੇ ਹੀ ਗਰਾਊਂਡਸ ਹੀ ਇੰਨੀਆਂ ਬਣਾਤੀਆਂ ਆ, ਗਰਾਊਂਡ ਲੈਵਲ 'ਤੇ ਬੱਚਿਆਂ ਨੂੰ ਇੰਨਾ ਸਪੋਰਟ ਕਰਨ ਲੱਗ ਪਏ ਆ। ਹੁਣ ਸਾਡੇ ਕੋਲ ਇੱਥੇ ਗਰਾਊਂਡਾਂ ਹੀ ਨਹੀਂ ਹੈਗੀਆਂ, ਸਾਨੂੰ ਖੁਦ ਤਰਲੇ ਮਾਰਨੇ ਪੈਂਦੇ ਆ ਗਰਾਊਂਡ ਜਾਣ ਲਈ। ਖਾਲਸਾ ਕਾਲਜ ਸਾਡਾ ਇੰਨਾ ਬਹਿਸ ਬਸਾਈ ਹੋਈ ਉਹਨਾਂ ਨਾਲ ਕਿ ਸਾਨੂੰ ਅੰਦਰ ਨਹੀਂ ਜਾਣ ਦਿੰਦੇ ਟ੍ਰੇਨਿੰਗ ਕਰਨ ਲਈ, ਉੱਥੇ ਰੌਲਾ ਰੱਪਾ ਹੋਇਆ। ਹੁਣ ਜੇ ਸਾਡੇ ਵਰਗੇ ਪਲੇਅਰ ਜਿਹੜੇ ਇੰਟਰਨੈਸ਼ਨਲ ਮੈਡਲਿਸਟ ਆ, ਕਿੰਨੇ ਕੁ ਇੰਟਰਨੈਸ਼ਨਲ ਮੈਡਲਿਸਟ ਆ ਆਪਣੇ ਕੋਲ ਇਸ ਟਾਈਮ 'ਤੇ ਪੰਜਾਬ 'ਤੇ, ਜੇ ਸਾਨੂੰ ਹੀ ਜਾਣ ਨਹੀਂ ਦੇਣਗੇ, ਫਿਰ ਆਉਣ ਵਾਲੀ ਪੀੜ੍ਹੀ ਵੀ ਤਾਂ ਇਹ ਵੇਖੂਗੀ ਕਿ ਜੇ ਇਹਨਾਂ ਦੀ ਇਹ ਵੈਲਿਊ, ਸਾਡੀ ਕੀ ਵੈਲਿਊ ਹੋਊਗੀ। ਸੋ ਮੇਨ ਇੱਥੇ ਸਰਕਾਰਾਂ ਦਾ ਵੀ ਕਸੂਰ ਹੈ, ਇੱਥੇ ਪ੍ਰਸ਼ਾਸਨ ਦਾ ਸਭ ਤੋਂ ਜ਼ਿਆਦਾ ਕਸੂਰ ਆ। ਜਿਹੜੇ ਇੰਨੀਆਂ ਗਰਾਊਂਡਾਂ ਬਣਾਈਆਂ, ਤੁਸੀਂ ਉਹਨਾਂ ਨੂੰ ਮੇਨਟੇਨ ਕਰੋ। ਮੇਨਟੇਨੈਂਸ ਘੱਟ ਆ, ਕੋਚਿੰਗ ਦੀ ਪ੍ਰੋਬਲਮ ਆ। ਹੁਣ ਹਰਿਆਣੇ ਦੇ ਵਿੱਚ ਇੰਨੇ ਕੋਚ, ਉਹਨਾਂ ਨੇ ਮੇਨ ਕੋਚ ਉਹ ਜਿਹੜੇ ਲਾਏ ਜਿਨ੍ਹਾਂ ਨੇ ਆਪ ਮਿਹਨਤ ਕੀਤੀ ਆ। ਹੁਣ ਸਾਡੇ ਇੱਥੇ ਜਿਹੜੇ ਵਿਚਾਰੇ ਜਿਨ੍ਹਾਂ ਨੇ ਮਿਹਨਤ ਕੀਤੀ ਆਪ ਆਪਣੇ ਹੱਥੀਂ, ਜਿਹੜੇ ਹੁਣ ਉਹਨਾਂ ਨੂੰ ਗਾਂਹ ਅੱਗੇ ਜੋਬ ਲੈਣੀਆਂ ਔਖੀਆਂ ਹੁੰਦੀਆਂ। ਮੇਨ ਪ੍ਰੋਬਲਮ ਇਹ ਆ, ਜੇ ਉਹਨਾਂ ਨੂੰ ਉਸੇ ਹੀ ਫੀਲਡ ਦੇ ਵਿੱਚ ਨੌਕਰੀਆਂ ਮਿਲਣ ਤੇ ਉਹਨਾਂ ਲਈ ਵੀ ਈਜ਼ੀ ਹੋ ਜੇ। ਮੇਰੇ ਜਿਹੜੇ ਸੀਨੀਅਰਸ ਨੇ, ਮੈਂ ਬਹੁਤ ਵੇਖੇ ਜਿਹੜੇ ਆਪਣਾ ਪੰਜਾਬ ਛੱਡ ਕੇ ਬਾਹਰ ਜਾਂਦੇ ਆ, ਬਾਹਰ ਨਹੀਂ ਜਾਣਗੇ ਫਿਰ ਉਹ ਕੀ ਕਰਨਗੇ? ਪ੍ਰੋਬਲਮ ਹੀ ਇਹ ਆ, ਜੇ ਤੁਸੀਂ ਉਹਨਾਂ ਨੂੰ ਨੌਕਰੀਆਂ ਨਹੀਂ ਦਿਓਗੇ। ਇੱਕ ਬੰਦੇ ਨੇ ਕਿਤਾਬ ਪੜ੍ਹ ਕੇ ਉਹ ਕੋਚ ਲੱਗਾ ਆ, ਇੱਕ ਬੰਦੇ ਨੇ ਖੁਦ ਕੀਤਾ ਆ, ਪ੍ਰੈਕਟੀਕਲੀ ਕੀਤਾ ਆ, ਤੁਸੀਂ ਉਹਨੂੰ ਨਹੀਂ ਉਹ ਫੀਲਡ ਦੇਣ ਦੇ, ਫਿਰ ਕਿੱਦਾਂ ਤੁਸੀਂ ਸੋਚ ਸਕਦੇ ਕਿ ਆਪਣੇ ਪੰਜਾਬ 'ਚ ਜਿਹੜੇ ਗਾਂਹ ਮੈਡਲ ਆਉਣਗੇ? ਸੋ ਮੇਨ ਪ੍ਰੋਬਲਮਾਂ ਬਹੁਤ ਜ਼ਿਆਦਾ ਆ, ਇਹਨਾਂ 'ਤੇ ਸੁਧਾਰ, ਇਹਨਾਂ 'ਤੇ ਕੰਮ ਕਰਨਾ ਜ਼ਰੂਰੀ ਆ। ਸਾਡੇ ਨਾਲ ਦਾ ਹੀ ਸੂਬਾ ਆ ਹਰਿਆਣਾ, ਕੋਈ ਦੂਰ ਥੋੜ੍ਹੀ ਸਾਡੇ ਤੋਂ। ਤੁਸੀਂ ਉੱਥੇ ਵੇਖੋ ਉਹਨਾਂ ਦੇ ਇੰਨੇ ਬੱਚੇ, ਇੰਨੇ ਜਾਣੇ ਇੰਟਰਨੈਸ਼ਨਲ ਓਲੰਪੀਅਨ ਬਣਦੇ, ਓਲੰਪਿਕ ਮੈਡਲ ਲੈ ਕੇ ਆਉਂਦੇ ਆ। ਆਪਣੇ ਪੰਜਾਬ 'ਚ ਕਿੰਨੇ ਕੁ ਓਲੰਪੀਅਨ ਆ? ਈਵਨ ਆਪਣੇ ਪੰਜਾਬੀ ਵੀ ਕਈ ਉਹ ਸਟੇਟ ਤੋਂ ਜਾ ਕੇ ਖੇਡਦੇ ਆ, ਕਿਉਂਕਿ ਉਹਨਾਂ ਦਾ ਫਿਊਚਰ ਅੱਛਾ ਹੈ, ਉਹ ਜ਼ਿਆਦਾ ਕੇਅਰ ਕਰਦੇ ਉਹਨਾਂ ਦੀ। ਜੀ ਬਿਲਕੁਲ, ਇਹੋ ਮੇਨ ਪ੍ਰੋਬਲਮ ਆ। ਹੁਣ ਸਾਡੇ ਹਾਕੀ ਵਾਲੇ ਜਿਹੜੇ ਜਿੰਨੇ ਵੀ ਬੱਚੇ ਆ, ਜਿਨ੍ਹਾਂ ਨੇ ਵੀ ਹੁਣ ਪਾਰਟੀਸਪੇਟ ਕੀਤਾ ਓਲੰਪਿਕ 'ਚ ਮੈਡਲ ਲਏ ਆ, ਉਹ ਵੀ ਤਾਂ ਉੜੀਸਾ ਜਾ ਕੇ ਪ੍ਰੈਕਟਿਸ ਕਰਨ ਦੇ ਆ। ਉੜੀਸਾ ਗੌਰਮੈਂਟ ਉਹਨਾਂ ਨੂੰ ਸਪੋਰਟ ਕਰਨ ਦੀ ਆ। ਇੰਨੇ ਪੰਜਾਬੀ ਆ ਤੁਹਾਡੇ, ਇੰਨੇ ਪੰਜਾਬ ਦੇ ਪਲੇਅਰ ਆ, ਤੇ ਪੰਜਾਬ 'ਚ ਇੱਦਾਂ ਦੀ ਗਰਾਊਂਡਾਂ ਬਣਾ ਦਿਓ, ਉਹਨਾਂ ਨੂੰ ਫੈਸਿਲਿਟੀਜ਼ ਇੱਦਾਂ ਦੀਆਂ ਦਿਓ ਕਿ ਉਹ ਇੱਥੇ ਵੀ ਰਹਿ ਕੇ ਟ੍ਰੇਨਿੰਗ ਕਰ ਸਕਣ। ਆਉਣ ਵਾਲੀ ਜਿਹੜੇ ਪੀੜ੍ਹੀ ਆ, ਜਿਹੜੇ ਜੂਨੀਅਰ ਬੱਚੇ, ਉਹਨਾਂ ਨੂੰ ਵੇਖ ਕੇ ਮੋਟੀਵੇਟ ਤੇ ਹੋਣ। ਉੜੀਸਾ ਦੇ ਬੱਚੇ ਮੋਟੀਵੇਟ ਹੋਣਗੇ, ਸਾਡੇ ਕਿੱਦਾਂ ਮੋਟੀਵੇਟ ਹੋਣਗੇ ਉਹਨਾਂ ਨੂੰ ਵੇਖ ਕੇ? ਸੋ ਮੇਨ ਇੱਥੇ ਵੱਡੀ ਪ੍ਰੋਬਲਮ ਤੇ ਗਰਾਊਂਡ ਅਵੇਲੇਬਲ ਨਹੀਂ ਹੈਗੀਆਂ ਬੱਚਿਆਂ ਲਈ। ਹੁਣ ਸਾਡਾ ਸਾਰਾ ਯੂਥ ਖਰਾਬ ਹੁੰਦੇ ਆ, ਰੂਰਲ ਏਰੀਆ ਦੇ ਵਿੱਚ ਬੱਚੇ ਆ, ਚੰਗਾ ਟੈਲੈਂਟ ਆ, ਉਹਨਾਂ 'ਚ ਟੈਲੈਂਟ ਸਾਰਾ ਵੇਸਟ ਹੁੰਦੇ ਆ, ਕਿਉਂਕਿ ਜੋ ਵੇਖਣਗੇ ਸਾਰੇ ਉਹ ਚੀਜ਼ਾਂ ਉੱਦਾਂ ਦੇ ਹੋ ਜਾਣਗੇ। ਹੁਣ ਜੇ ਤੁਸੀਂ ਗਰਾਊਂਡ ਦੇ ਵਿੱਚ ਕੋਈ ਚੰਗਾ ਪਲੇਅਰ ਟ੍ਰੇਨਿੰਗ ਕਰਦੇ ਆ, ਉਹਨਾਂ ਨੂੰ ਵੇਖਣਗੇ, ਉਹ ਉੱਦਾਂ ਦੇ ਹੋ ਜਾਣਗੇ। ਜਦੋਂ ਪਲੇਅਰਾਂ ਨੂੰ ਨਹੀਂ ਗਰਾਊਂਡ ਮਿਲਣ ਦੀ, ਫਿਰ ਉੱਥੇ ਪ੍ਰੋਬਲਮ ਉੱਥੇ ਸ਼ੁਰੂ ਹੁੰਦੀ ਹੈ। ਮੈਨੂੰ ਲੱਗਦਾ ਜੇ ਸਪੋਰਟਸ ਨੂੰ ਸਪੋਰਟ ਕੀਤਾ ਜਾਵੇ ਤਾਂ ਉਹਦੇ ਨਾਲ ਜਿਹੜੇ ਨਸ਼ੇ ਆ ਉਹਨਾਂ 'ਚ ਵੀ ਬੜੀ ਕਮੀ ਆਊ। ਜਿਹੜੇ ਪੁੱਠੇ ਪਾਸੇ ਅੱਜ ਕੱਲ੍ਹ ਮਾਈਂਡ ਲੱਗੇ ਹੋਏ ਆ, ਗੈਂਗਸਟਰ ਪੈਦਾ ਹੋ ਰਹੇ ਆ, ਮੈਨੂੰ ਲੱਗਦਾ ਕਿ ਉਹਨਾਂ ਦੀ એનર્ਜੀ ਜਿਹੜੀ ਇਹ ਗਲਤ ਪਾਸੇ ਨਿਕਲਦੀ ਆ, ਤਾਂ ਉਹ ਇੱਧਰ ਨਿਕਲੇ ਤਾਂ ਬਹੁਤ ਹੀ ਵਧੀਆ, ਕਿਉਂਕਿ ਹਰ ਇਨਸਾਨ ਦੀ એનર્ਜੀ ਕਿਤੇ ਨਿਕਲਣੀ ਚਾਹੀਦੀ ਆ। ਜਦੋਂ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਮਿਲਦੀ ਤਾਂ ਉਹ ਫਿਰ ਪੁੱਠੇ ਕੰਮ ਕਰਦੇ ਆ। ਤਾਂ ਮੈਨੂੰ ਲੱਗਦਾ ਕਿ ਸਪੋਰਟਸ ਸਭ ਤੋਂ ਵਧੀਆ ਇੱਕ ਜ਼ਰੀਆ ਹੈਗਾ ਹੈ ਕਿ ਜੇ ਜਿਹੜੀ ਯੂਥ ਹੈ ਜਾਂ ਜਿਹੜੀ ਆਉਣ ਵਾਲੀ ਜਨਰੇਸ਼ਨ ਹੈਗੀ ਆ, ਉਹ ਬਹੁਤ ਵਧੀਆ ਤਰੀਕੇ ਨਾਲ ਅੱਗੇ ਵੱਧ ਸਕਦੀ ਆ। ਤਾਂ ਇਹਦੇ 'ਚ ਜ਼ਰੂਰ ਕੁਝ ਕਰਨਾ ਚਾਹੀਦਾ। ਜਿੱਦਾਂ ਜਿਹੜੇ ਖੇਡ ਮੰਤਰੀ ਵਗੈਰਾ ਹੁੰਦੇ, ਉਹ ਜਿਵੇਂ ਤੁਸੀਂ ਉਹ
ਮੇਨ ਜਿਹੜੇ ਖਿਡਾਰੀ ਹੈਗੇ ਆ ਫੈਡਰੇਸ਼ਨ ਨੂੰ ਲੈ ਕੇ ਇੱਕ ਮੀਟਿੰਗ ਕਰਨ, ਹੈ ਨਾ, ਜੀ ਜੀ ਜੀ, ਕਿ ਆਪਾਂ ਕੀ ਕਰ ਸਕਦੇ ਹਾਂ। ਹਾਂਜੀ ਹਾਂਜੀ, ਜਿੱਦਾਂ ਹੁਣ ਵੇਖਿਆ ਜਾਵੇ ਜਿੱਦਾਂ ਪਿੰਡਾਂ ਦੇ ਵਿੱਚ ਨਸ਼ਾ ਜ਼ਿਆਦਾ ਆ ਉੱਥੇ, ਕਿਉਂਕਿ ਲੋਕਾਂ ਨੂੰ ਇੰਨੀ ਸਮਝ ਨਹੀਂ ਹੈਗੀ, ਸੋਝੀ ਨਹੀਂ ਹੈਗੀ। ਤੁਸੀਂ ਹੁਣ ਪਿੰਡਾਂ ਦੇ ਵਿੱਚ ਛੋਟੀਆਂ ਛੋਟੀਆਂ ਗਰਾਊਂਡਸ ਬਣਾਓ, ਉੱਥੇ ਕੋਚਿਸ ਲਓ ਜਿਹੜੇ ਆਪਣੇ ਪੰਜਾਬ 'ਚ ਹੁਣ ਕੋਚ ਹੈਗੇ ਆ, ਕੋਚ ਏਸੀ 'ਚ ਬਹਿ ਕੇ ਕੰਮ ਕਰੀ ਜਾਣਗੇ, ਫਿਰ ਕਿੱਦਾਂ ਕੰਮ ਚੱਲੂਗਾ। ਜੇ ਉੱਥੇ ਕੋਚਿਸ ਅਵੇਲੇਬਲ ਕਰਾਓ, ਕੋਚਾਂ ਨੂੰ ਕਹੋ ਤੁਸੀਂ ਗਰਾਊਂਡ 'ਚ ਜਾਓ, ਬੱਚੇ ਆਉਣਗੇ, ਆਉਣਾ ਚਾਹੁੰਦੇ ਆ ਗਰਾਊਂਡ ਦੇ ਵਿੱਚ, ਬੱਚੇ ਆਉਣਾ ਚਾਹੁੰਦੇ। ਅਸੀਂ ਵੇਖੀ, ਮੈਂ ਤਰਨ ਜਾਂਦੀ ਕਈ ਵਾਰ ਟ੍ਰੇਨਿੰਗ ਕਰਨ ਉੱਥੇ ਟਰੈਕ ਦੇ ਵਿੱਚ, ਤਾਂ ਵੇਖੀਦਾ ਕਿ ਉੱਥੇ ਬਹੁਤ ਕਰਾਊਡ ਹੁੰਦਾ ਆ। ਪਰ ਗੱਲ ਇਹ ਆ ਕਿ ਉਹ ਕਰਾਊਡ ਦਾ ਵੀ ਕੀ ਫਾਇਦਾ ਜੇ ਜਿੰਨੇ ਵੀ ਕੋਚ ਆ, ਜੇ ਤੁਸੀਂ ਆਫਿਸ 'ਚ ਬਹਿ ਕੇ ਵਾਪਸ ਚੱਲ ਜਾਓਗੇ, ਤੁਸੀਂ ਸ਼ਾਮੀ ਗਰਾਊਂਡ 'ਚ ਆਓ, ਕੋਚ ਤੇ ਸਾਨੂੰ ਗਰਾਊਂਡ 'ਚ ਚਾਹੀਦੇ ਆ। ਸੋ ਮੇਨ ਪ੍ਰੋਬਲਮ ਉੱਥੋਂ ਸ਼ੁਰੂ ਹੁੰਦੀ, ਜੇ ਤੁਸੀਂ ਛੋਟੀਆਂ ਛੋਟੀਆਂ ਗਰਾਊਂਡਸ ਬਣਾ ਦੋਗੇ, ਉੱਥੇ ਕੋਚ ਅਵੇਲੇਬਲ ਕਰਾਓਗੇ, ਬੱਚੇ ਕਿਉਂ ਨਹੀਂ ਆਉਣਗੇ। ਫਿਰ ਇਹੋ ਪ੍ਰੋਬਲਮ ਹੈ, ਛੋਟੇ ਛੋਟੇ ਕਲੱਬ ਬਣਾਓ, ਜਿੰਨੇ ਵੀ ਵਧੀਆ ਪਲੇਅਰ ਆ ਉਹ ਛੋਟੇ ਛੋਟੇ ਕਲੱਬ ਬਣਾਉਣ ਤਾਂ ਕਿ ਬੱਚਿਆਂ ਨੂੰ ਮੋਟੀਵੇਸ਼ਨ ਮਿਲੇ। ਫਿਰ ਮੇਨ ਪ੍ਰੋਬਲਮ ਉੱਥੇ ਸ਼ੁਰੂ ਹੁੰਦੀ ਆ। ਫਿਰ ਜੇ ਤੁਸੀਂ ਗਰਾਊਂਡਾਂ ਨਹੀਂ ਬਣਾਉਣੀਆਂ, ਕਰਨਾ ਨਹੀਂ, ਕੋਚ ਨਹੀਂ ਅਵੇਲੇਬਲ ਕਰਾਉਣੇ, ਫਿਰ ਲੋਕਾਂ ਨੇ ਪੁੱਠੇ ਪਾਸੇ ਜਾਣਾ, ਉੱਧਰ ਨੂੰ ਹੀ ਜਾਣਾ। ਬਸ ਬਹੁਤ ਵੱਡਾ ਕਾਰਨ ਹੈਗਾ ਇੱਕ ਇਸ ਚੀਜ਼ ਦਾ। ਹੁਣ ਜੇ ਸਕੂਲਸ ਦੇ ਵਿੱਚ ਵੇਖੀਏ, ਜਿਹੜੇ ਸਕੂਲਾਂ ਦੇ ਵਿੱਚ ਨਾ ਸਪੋਰਟਸ ਹੁੰਦੀਆਂ, ਬੱਚੇ ਖੇਡਦੇ ਆ, ਇੰਨੇ ਵਧੀਆ ਬੱਚੇ ਹੁੰਦੇ ਆ ਕਈ ਸਪੋਰਟ ਦੇ ਵਿੱਚ, ਹੈ ਨਾ, ਸਪੋਰਟਸ ਦੇ ਵਿੱਚ ਬੜਾ ਵਧੀਆ ਕਰਦੇ ਆ। ਉਹ +2 ਤੋਂ ਬਾਅਦ ਉਹ ਅਚਾਨਕ ਸਪੋਰਟ ਜਿਹੜੀ ਹੁੰਦੀ ਆ ਗੇਮਾਂ ਛੱਡ ਦਿੰਦੇ ਆ, ਛੱਡ ਕੇ ਕੁਝ ਹੋਰ ਪੜ੍ਹਨ ਲੱਗ ਗਏ ਜਾਂ ਬਾਹਰ ਚਲੇ ਗਏ। ਉਹ ਮੈਨੂੰ ਲੱਗਦਾ +2 ਤੱਕ ਜਦੋਂ ਉਹਨਾਂ ਨੂੰ ਕੁਝ ਨਹੀਂ ਇਸ ਚੀਜ਼ ਦਾ ਮਿਲਦਾ, ਤਾਂ ਫਿਰ ਉਹ ਪੇਰੈਂਟਸ ਵੀ ਕਹਿੰਦੇ ਕਿ ਠੀਕ ਹੈ ਤੁਸੀਂ ਇੱਧਰ ਜਾਓ। ਮੇਰਾ ਬੇਟਾ 5th ਕਲਾਸ ਦੇ ਵਿੱਚ ਬੈਸਟ ਐਥਲੀਟ ਬਣਿਆ ਸੀ, ਔਰ ਹਾਈ ਜੰਪ ਦੇ ਵਿੱਚ ਉਹਨੇ ਨਾ ਸਕੂਲ ਦਾ ਰਿਕਾਰਡ ਤੋੜਿਆ ਸੀ, ਜਿੰਨਾ ਚਲੋ ਹੈਗਾ ਸੀਗਾ ਉਹ ਕਾਫੀ ਅੱਛਾ। ਤੇ ਉਸ ਤੋਂ ਬਾਅਦ ਉਹ ਮੈਨੂੰ ਬਹੁਤ ਕਹਿੰਦਾ ਰਿਹਾ ਕਿ ਮੈਨੂੰ ਹਾਈ ਜੰਪ ਦੀ ਮੈਨੂੰ ਟ੍ਰੇਨਿੰਗ ਦਿਵਾ ਦਿਓ। ਮੈਂ, ਤੁਸੀਂ ਮੰਨੋਗੇ, ਮੁਹਾਲੀ ਚੰਡੀਗੜ੍ਹ 'ਚ ਇੰਨੇ ਥਾਵਾਂ 'ਤੇ ਪਤਾ ਕੀਤਾ, ਮੈਨੂੰ ਕਿਤੇ ਕੋਚ ਹੀ ਨਹੀਂ ਮਿਲਿਆ ਹੈਗਾ। ਜੇ ਮੈਨੂੰ ਇੱਕ ਕੋਚ ਮਿਲਿਆ ਤਾਂ ਉਹਨੇ ਕਿਹਾ ਕਿ ਠੀਕ ਹੈ ਮੈਂ ਕਰਵਾ ਦਿਆ ਕਰੂ, ਤੂੰ ਗੱਦਾ ਘਰੋਂ ਲੈ ਆਈ। ਬਿਲਕੁਲ ਇਹੋ ਪ੍ਰੋਬਲਮ ਹੈ। ਵੇਖੋ ਇਕਵਿਪਮੈਂਟ ਨਹੀਂ ਹੈਗੇ ਇਹਨਾਂ ਕੋਲ, ਹੁਣ ਇਹ ਕਹੋ ਕਿ ਇਹਨਾਂ ਕੋਲ ਪੈਸਾ ਨਹੀਂ ਹੈਗਾ, ਪੈਸਾ ਹੈਗਾ ਆ, ਸਾਰਾ ਕੁਝ ਹੈਗਾ ਆ, ਚੀਜ਼ਾਂ ਅਵੇਲੇਬਲ ਕਰਾਉਣ ਦੀ ਪ੍ਰੋਬਲਮ ਆ, ਚੀਜ਼ਾਂ ਸਾਨੂੰ ਨਹੀਂ ਅਵੇਲੇਬਲ ਮਿਲਦੀਆਂ। ਅਸੀਂ ਇੱਥੇ ਸਪੋਰਟਸ ਡਿਪਾਰਟਮੈਂਟ ਚਾਹੀਦਾ, ਨੂੰ ਕਹਿੰਦਾ ਸਾਨੂੰ ਆਹ ਚੀਜ਼ਾਂ ਚਾਹੀਦੀਆਂ, ਅਸੀਂ ਵੇਟ ਟ੍ਰੇਨਿੰਗ ਸੈੱਟ ਚਾਹੀਦਾ, ਸਾਨੂੰ ਟ੍ਰੇਨਿੰਗ ਸੈੱਟ ਅਵੇਲੇਬਲ ਕਰਾਓ। ਇਹਨਾਂ ਦੇ ਕੋਲ ਕਹਿਣਗੇ ਸਾਡੇ ਕੋਲ ਟ੍ਰੇਨਿੰਗ ਸੈੱਟ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਮੇਨ ਪ੍ਰੋਬਲਮ ਤੇ ਦੱਸੋ। ਤੁਸੀਂ ਬੇਸਿਕ ਤੁਸੀਂ ਗਰਾਊਂਡਸ ਬਣਾਓ, ਗਰਾਊਂਡ ਦੇ ਵਿੱਚ ਪ੍ਰੋਪਰ ਜਿਮ ਬਣਾਓ, ਵਧੀਆ ਬੱਚੇ ਆਉਣ, ਵੇਖਣ, ਕਰਨਗੇ ਨਾ। ਹੁਣ ਹਰਿਆਣੇ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿੰਨੀਆਂ ਗਰਾਊਂਡਾਂ ਆ, ਫਿਰ ਉੱਥੇ ਕੋਚ ਅਵੇਲੇਬਲ ਆ, ਕਿੰਨੇ ਉਹਨਾਂ ਕੋਲ ਸੈਂਟਰ ਆ, ਤੇ ਫਿਰ ਉੱਥੇ ਨੈਚੁਰਲੀ ਉਹਨਾਂ ਨੇ ਬੱਚੇ ਕੱਢਣੇ ਆ, ਵਧੀਆ ਪਲੇਅਰ ਆਉਣੇ ਉੱਥੋਂ। ਸਾਡਾ ਪੰਜਾਬ ਕਿਸੇ ਟਾਈਮ 'ਤੇ ਤੁਸੀਂ ਵੇਖੋ, ਖਾਲਸਾ ਕਾਲਜ, ਮੇਰੇ ਜਦ ਫਾਦਰ ਸਾਹਿਬ ਉੱਥੇ ਸਟੱਡੀ ਕਰਦੇ ਸੀ, ਖਾਲਸਾ ਕਾਲਜ ਦੇ ਵਿੱਚ ਕਿੰਨੇ ਪਲੇਅਰ ਸੀਗੇ ਚੰਗੇ ਸਾਡੇ, ਸਾਰੇ ਮਿਲਖਾ ਸਿੰਘ ਲਾ ਲਓ, ਗੁਰਬਚਨ ਸਿੰਘ ਜੀ, ਇਹ ਸਾਰੇ ਆਪਣੇ ਪੰਜਾਬ ਤੋਂ ਹੀ ਤੇ ਸ਼ੁਰੂ ਹੋਏ ਸੀ। ਕਿੱਥੇ ਗਏ ਉਹ ਸਾਰੇ? ਹੁਣ ਗੁੰਮ ਹੋ ਗਏ ਆ। ਹੁਣ ਕੋਈ ਅੱਗੇ ਇਹ ਫੀਲਡ ਦੇ ਵਿੱਚ ਪੈਣਾ ਨਹੀਂ ਚਾਹੁੰਦਾ ਕਿ ਮਿਹਨਤ ਉਸ ਲੈਵਲ ਤੇ ਕੋਈ ਵੀ ਨਹੀਂ ਆਇਆ। ਉਸ ਤੋਂ ਬਾਅਦ ਕਿੱਥੇ ਆਇਆ ਕੋਈ? ਬਹੁਤ ਘੱਟ। ਵੇਖੋ ਤੁਸੀਂ, ਲੋਕੀ ਸੋਸ਼ਲ ਮੀਡੀਆ ਵੱਲ ਨੂੰ ਵੀ ਜ਼ਿਆਦਾ ਹੋ ਗਏ ਆ। ਮੇਨ ਪ੍ਰੋਬਲਮ ਇਹ ਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਦੇ ਵਿੱਚ ਜਿਹੜੀਆਂ ਚੀਜ਼ਾਂ ਨੂੰ ਆਪਾਂ ਨੂੰ ਮਿਲਣਾ ਚਾਹੀਦਾ ਆ, ਕਿ ਇਹਨੂੰ ਮੋਟੀਵੇਸ਼ਨ ਜਾਂ ਇਹਨੂੰ ਪ੍ਰਮੋਸ਼ਨ ਮਿਲਣੀ ਚਾਹੀਦੀ, ਉਹਨਾਂ ਨੂੰ ਛੱਡ ਕੇ ਲੋਕੀ ਰੀਲਾਂ ਵੱਲ ਨੂੰ ਜ਼ਿਆਦਾ ਹੋ ਗਏ ਆ। ਛੋਟੇ ਛੋਟੇ ਬੱਚੇ ਅਸੀਂ ਵੇਖੀਦਾ, ਉਹਨਾਂ ਨੂੰ ਹੀ ਅਸੀਂ ਰੀਲਾਂ 'ਚ ਵੇਖੀਦਾ, ਜਦੋਂ ਸਾਹਮਣੇ ਵੇਖੀਦਾ ਤੇ ਅਸੀਂ ਆਪ ਹੈਰਾਨ ਹੋ ਜਾਂਦੇ ਆ ਕਿ ਮਤਲਬ ਇੱਧਰ ਨੂੰ ਦੁਨੀਆ ਚੱਲ ਗਈ ਆ, ਉੱਥੋਂ ਲੋਕੀ ਪੈਸਾ ਕਮਾਉਣ ਲੱਗ ਗਏ, ਕਿਉਂਕਿ ਈਜ਼ੀ ਵੇ ਆ। ਫਿਰ ਜੇ ਸਾਨੂੰ ਜਿੱਦਾਂ ਸਪੋਰਟਸ ਕੋਈ ਵਧੀਆ ਕਰਦਾ ਆ ਜਾਂ ਕੋਈ ਵਧੀਆ ਆਪਣੀ ਫੀਲਡ 'ਚ ਕਰਦਾ, ਜੇ ਉਹਨੂੰ ਉਹਦਾ ਪੇ ਬੈਕ ਮਿਲੂਗਾ। ਜੇ ਸਾਨੂੰ ਜੇ ਹੁਣ ਕੈਸ਼ ਅਵਾਰਡ ਦੀ ਗੱਲ ਕਰੀਏ, ਤਾਂ ਹਰਿਆਣੇ ਗੌਰਮੈਂਟ ਦੇ ਵਿੱਚ 3 ਕਰੋੜ ਏਸ਼ੀਅਨ ਗੇਮਸ ਦਾ ਗੋਲਡ ਮੈਡਲਿਸਟ ਦਾ ਆ, ਇੱਥੇ 1 ਕਰੋੜ ਹੁਣ ਹੋਇਆ ਸੀ, ਤੇ 1 ਕਰੋੜ ਤੇ 3 ਕਰੋੜ ਦੇ ਵਿੱਚ ਬਹੁਤ ਡਿਫਰੈਂਸ ਆ। ਉਹ ਲੋਕਾਂ ਤਾਂ ਕਹਿਣਾ ਹਰਿਆਣੇ ਵੱਲੋਂ ਪਾਰਟੀਸਪੇਟ, ਉੱਥੇ ਥੋੜੀ ਜ਼ਮੀਨ ਲੈ ਕੇ ਉੱਥੋਂ ਪਾਰਟੀਸਪੇਟ ਕਰ ਲੈਂਦੇ ਆ, ਉਹ ਈਜ਼ੀ ਵੇ ਆ। ਫਿਰ ਸਾਡੇ ਆਪਣੇ ਪੰਜਾਬ ਦੇ ਕਈ ਪਲੇਅਰ ਜਿਹੜੇ ਬਾਹਰ ਜਾ ਕੇ ਬਾਹਰ ਦੇ ਸੂਬਿਆਂ ਤੋਂ ਪਾਰਟੀਸਪੇਟ ਕਰਨਾ ਪੈਂਦੇ ਆ, ਕਿਉਂਕਿ ਇੱਥੇ ਸਾਨੂੰ ਓਨੀ ਵਧੀਆ ਸ਼ਾਇਦ ਪਿੱਛੋਂ ਮਿਲ ਨਹੀਂ ਰਹੇ, ਸਪੋਰਟ ਹੀ ਨਹੀਂ ਮਿਲ ਰਹੀ ਸਾਡੀ ਗੌਰਮੈਂਟ ਤੋਂ। ਸੋ ਬੜੀ ਪ੍ਰੋਬਲਮਸ ਬਹੁਤ ਆ, ਤੇ ਇਹਨਾਂ ਤੇ ਕੰਮ ਹੋਊਗਾ ਸ਼ਾਇਦ ਆਉਣ ਵਾਲੇ ਟਾਈਮ ਤੇ। ਜੇ ਹੁਣ ਗੌਰਮੈਂਟ ਚੇਂਜ ਹੋਈ ਆ, ਜੇ ਇਹਨਾਂ ਤੇ ਕੰਮ ਹੋਊਗਾ ਤੇ ਹੋ ਸਕਦਾ ਹੈ ਕਿ ਸ਼ਾਇਦ ਜਿਹੜੇ ਲੋਕੀ ਬਾਹਰੋਂ ਪਾਰਟੀਸਪੇਟ ਕਰਨ ਦੇ ਆ, ਬਾਹਰ ਜਾ ਨੌਕਰੀਆਂ ਕਰਨੀਆਂ ਪੈਂਦੀਆਂ, ਉਹ ਸ਼ਾਇਦ ਖਤਮ ਹੋਣਗੀਆਂ ਹੁਣ ਹੌਲੀ ਹੌਲੀ। ਬਾਕੀ ਮੈਂ ਨਾ ਤੁਹਾਡੇ ਇੰਸਟਾਗ੍ਰਾਮ ਖੋਲ ਕੇ ਦੇਖ ਰਹੀ ਸੀ, ਮੈਨੂੰ ਇੱਕ ਤੁਹਾਡਾ ਵੀਡੀਓ ਛੋਟਾ ਜਿਹਾ ਦਿਖਿਆ ਸੀ, ਖਾਲਸਾ ਕਾਲਜ ਵਾਲਿਆਂ ਨਾਲ ਪੰਗਾ ਪਿਆ ਸੀਗਾ ਕੋਈ, ਉਹ ਕੀ ਚੱਕਰ ਹੋਇਆ ਸੀ? ਤੁਸੀਂ ਦੱਸੋ, ਮੈਂ ਸੁਣਨਾ ਚਾਹੁੰਦੀ ਹਾਂ। ਬਿਲਕੁਲ, ਉਹ ਵੀਡੀਓ ਵਾਇਰਲ ਵੀ ਕਾਫੀ ਹੋਈ ਸੀ। ਉਹ ਮੇਨ ਪ੍ਰੋਬਲਮ ਸੀਗੀ ਕਿ ਸਾਨੂੰ ਗਰਾਊਂਡ ਜਾਣ ਤੋਂ ਮਨਾ ਕਰਨ ਦੇ ਸੀ। ਉਹ ਕਹਿੰਦੇ ਸੀ ਤੁਸੀਂ ਇਸ ਕਾਲਜ ਦੇ ਵਿੱਚ ਸਟੱਡੀ ਨਹੀਂ ਕਰਦੇ ਤੇ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਅੰਦਰ। ਅਸੀਂ ਕਿਹਾ ਤੁਸੀਂ ਸਾਨੂੰ, ਮਤਲਬ ਅਸੀਂ ਸਟੱਡੀ ਨਹੀਂ ਕਰਦੇ, ਅਸੀਂ ਇਸ ਕਾਲਜ ਨੂੰ ਰਿਪਰੈਜ਼ੈਂਟ ਕਰਦੇ ਰਹੇ, ਮੇਰੇ ਫਾਦਰ ਉਸ ਕਾਲਜ ਨੂੰ ਰਿਪਰੈਜ਼ੈਂਟ ਕਰਦੇ ਰਹੇ, ਫਿਰ ਮੇਰੇ ਬ੍ਰਦਰ ਨੇ ਉਸ ਕਾਲਜ ਨੂੰ ਰਿਪਰੈਜ਼ੈਂਟ ਕੀਤਾ, ਕਿੰਨੇ ਪਲੇਅਰ ਉੱਥੋਂ ਚੰਗੇ ਕੱਢੇ, ਉਹਨਾਂ ਨੂੰ ਜੋਬ 'ਤੇ ਲਵਾਇਆ ਮੇਰੇ ਫਾਦਰ ਸਾਹਿਬ ਨੇ। ਫਿਰ ਮਤਲਬ ਮੈਂ ਉਸ ਕਾਲਜ ਨੂੰ ਰਿਪਰੈਜ਼ੈਂਟ ਕਰਦੀ ਰਹੀ, ਤੇ ਮਤਲਬ ਜੇ ਅੱਜ ਅਸੀਂ ਨੌਕਰੀ ਕਰਨ ਲੱਗ ਪਏ, ਅਸੀਂ ਉਸ ਕਾਲਜ ਦੇ ਵਿੱਚ ਸਟੂਡੈਂਟ ਨਹੀਂ ਆ, ਤੇ ਤੁਸੀਂ ਸਾਨੂੰ ਪ੍ਰੈਕਟਿਸ ਹੀ ਨਹੀਂ ਕਰਨ ਜਾਣ ਦੇਣ ਦਿਓਗੇ। ਮਤਲਬ ਫਿਰ ਇਹੋ ਮੇਨ ਪ੍ਰੋਬਲਮ ਆ ਨਾ, ਕਿ ਅਸੀਂ ਉਹ
ਸਾਡੀ ਲੜਾਈ ਉਹਨਾਂ ਨਾਲ ਇਸ ਗੱਲ ਦੀ, ਫਿਰ ਉਹ ਕਹਿੰਦੇ ਕਿ ਨਹੀਂ ਤੁਸੀਂ ਆਓ ਸਾਨੂੰ। ਮੈਂ ਕਿਹਾ ਕਿ ਜਦੋਂ ਸਾਨੂੰ ਲੋੜ ਆ ਇਹ ਚੀਜ਼ ਦੀ, ਹੁਣ ਅਸੀਂ ਕਾਮਨਵੈਲਥ ਗੇਮਸ ਲਈ ਮੈਂ ਉਦੋਂ ਤਿਆਰੀ ਕਰਨੀ ਹਾਂ, ਮੈਨੂੰ ਗਰਾਊਂਡ ਨਹੀਂ ਅੰਦਰ ਜਾਣ ਦੇਣ ਦੇ ਸੀ ਅਵੇਲੇਬਲ। ਸਾਡਾ ਸਾਰਾ ਸਮਾਨ ਅਸੀਂ ਲੈ ਕੇ ਆਪਣਾ ਰੱਖਿਆ, ਆਪਣੇ ਡੰਬਲ, ਸਾਡਾ ਵੇਟ ਸੈੱਟ ਸਾਡਾ ਸੀਗਾ ਉੱਥੇ, ਅਸੀਂ ਇਕਵਿਪਮੈਂਟ ਸਾਡੇ ਆਪਣੇ ਪਏ, ਸਰਕਲ ਅਸੀਂ ਆਪ ਤਿਆਰ ਕਰਾਏ ਉਸ ਗਰਾਊਂਡ ਦੇ ਆਪਣੇ ਹੱਥੀਂ। ਮੇਰੇ ਬ੍ਰਦਰ ਹੋਣੀ ਉਸ ਗਰਾਊਂਡ ਦਾ ਘਾਹ ਕੱਟਦੇ ਰਹੇ ਆ ਮਸ਼ੀਨ ਲੈ ਕੇ। ਤੇ ਮਤਲਬ ਜਦੋਂ ਹੁਣ ਸਾਨੂੰ ਲੋੜ ਆ ਉਹ ਗਰਾਊਂਡ ਦੀ, ਤੇ ਤੁਸੀਂ ਸਾਨੂੰ ਕਹਿੰਦੇ ਜੇ ਕਿ ਅਸੀਂ ਉਹ ਗਰਾਊਂਡ 'ਚ ਜਾਣ ਨਹੀਂ ਦੇਣਾ। ਮੇਰੇ ਫਾਦਰ ਸਾਹਿਬ ਨੇ ਹੱਥੀਂ ਉੱਥੇ ਵੇਟ ਹਾਲ ਤਿਆਰ ਕਰਵਾਇਆ, ਵੇਟ ਹਾਲ ਜਿਹੜਾ ਪੂਰਾ ਬਣਾਇਆ ਸੀ ਉਹਨਾਂ ਨੇ ਆਪ ਤਿਆਰ ਕਰਾਇਆ ਸੀ, ਆਪ ਪੈਸੇ ਪਾ ਕੇ ਉਹ ਬਣਵਾਇਆ। ਤੇ ਹੁਣ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਅੰਦਰ ਨਹੀਂ ਜਾਣ ਦੇਣਾ ਸੀ। ਫਿਰ ਸਾਡਾ ਮਸਲਾ ਹੀ ਇਹ ਹੋਇਆ ਕਿ ਜੇ ਤੁਸੀਂ ਕੀ ਉਮੀਦ ਰੱਖਦੇ ਜੇ ਕਿ ਕੱਲ੍ਹ ਨੂੰ ਇਹ ਖਾਲਸਾ ਕਾਲਜ ਦੇ ਵਿੱਚੋਂ ਪਲੇਅਰ ਚੰਗੇ ਨਿਕਲਣਗੇ। ਉਹ ਐਡਮਿਨਿਸਟ੍ਰੇਸ਼ਨ ਹੀ ਉੱਥੋਂ ਦੀ ਇੰਨੀ ਬੇਕਾਰ ਹੋਈ ਪਈ ਆ ਕਿ ਸਟੂਡੈਂਟ ਜਿੰਨੇ ਵੀ ਆ ਜਾਂ ਜਿੰਨੇ ਵੀ ਉੱਥੇ ਦੇ ਪਲੇਅਰ ਆ ਉਹ ਸਾਰੇ ਰੋਂਦੇ ਆ। ਉਹ ਕਹਿੰਦੇ ਵੀ ਜੇ ਤੁਹਾਨੂੰ ਨਹੀਂ ਅੰਦਰ ਜਾਣ ਦੇਣਦੇ ਸਾਡਾ ਤਾਂ ਕੀ ਹਾਲ ਹੋਊਗਾ ਫਿਰ। ਸੋ ਮੇਨ ਪ੍ਰੋਬਲਮ ਇਹੋ ਆ ਕਿ ਜਦੋਂ ਇਹ ਚੀਜ਼ਾਂ ਲੋਕੀ ਵੇਖਦੇ ਆ ਕਰਦੇ, ਫਿਰ ਉਹ ਬੱਚੇ ਆਪਣੇ ਬੱਚੇ ਸਪੋਰਟਸ 'ਚ ਪਾਉਣ ਤੋਂ ਵੀ ਡਰਦੇ। ਉਹੀ ਬੇਕਦਰੀ ਦੀ ਗੱਲ ਹੋ ਜਾਂਦੀ ਕਿ ਹੁਣ ਤੁਸੀਂ ਇੰਨੇ ਵੱਡੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਹੋ, ਹੈ ਨਾ, ਤੇ ਜੇ ਇਹਨਾਂ ਨਾਲ ਹੀ ਇਹੋ ਜਿਹਾ ਸਲੂਕ ਹੁੰਦਾ ਹੈ, ਚਾਹੇ ਉਹ ਕੋਈ ਵੀ ਹੈ, ਕਿਤੇ ਕਾਲਜ ਹੈ ਜਾਂ ਕੋਈ ਸੰਸਥਾ ਹੈ ਜਾਂ ਕੁਛ ਵੀ, ਤਾਂ ਦਿਲ ਟੁੱਟਦਾ ਹੈ। ਔਰ ਉਹਨਾਂ ਨੂੰ ਦੇਖ ਕੇ ਪਤਾ ਨਹੀਂ ਕਿੰਨੇ ਜਣੇ ਪਿੱਛੇ ਹਟ ਜਾਣਗੇ ਕਿ ਯਾਰ ਇਹਨਾਂ ਨਾਲ ਆ ਹੋ ਰਿਹਾ ਤੇ ਸਾਡੇ ਨਾਲ ਕੀ ਹੋਊਗਾ, ਸਾਨੂੰ ਕੀ ਮਿਲਣਾ ਇਸ ਚੀਜ਼ 'ਚੋਂ, ਹੈ ਨਾ। ਤੇ 2014 ਚ ਤੁਸੀਂ ਮੈਡਲ ਜਿੱਤਿਆ ਸੀਗਾ, ਹੈ ਨਾ, ਤੇ 2014 ਤੋਂ ਇੰਨਾ ਵਧੀਆ ਮੈਡਲ ਜਿੱਤਣ ਤੋਂ ਬਾਅਦ 2018 ਤੱਕ ਇੱਕ ਬੜਾ ਟਫ ਜਿਹਾ ਪੀਰੀਅਡ ਹੋ ਗਿਆ ਸੀ ਤੁਹਾਡੇ ਲਈ। ਉਹ ਬੜਾ ਟਫ ਟਾਈਮ ਸੀਗਾ, ਉਹਦਾ ਕੀ ਰੀਜ਼ਨ ਸੀਗਾ? ਜੀ ਬਿਲਕੁਲ, ਜਦੋਂ 2014 ਚ ਮੈਂ ਉਦੋਂ 19 ਸਾਲ ਦੀ ਸੀਗੀ, ਤੇ ਥੋੜਾ ਮੈਂ ਜਦੋਂ ਇੰਨਾ ਵੱਡਾ ਮੈਡਲ ਲਿਆ ਵਰਲਡ ਚੈਂਪੀਅਨਸ਼ਿਪ ਦੇ ਵਿੱਚ, ਤਾਂ ਉਸ ਟਾਈਮ ਤੇ ਫਿਰ ਥੋੜਾ ਡਰਾਬੈਕ ਆਉਣ ਦਾ ਵੱਡਾ ਕਾਰਨ ਸੀਗਾ ਕਿ ਲੋਕਾਂ ਦੀਆਂ ਐਕਸਪੈਕਟੇਸ਼ਨਸ ਵੱਧ ਜਾਂਦੀਆਂ ਤੁਹਾਡੇ ਤੋਂ ਕਿ ਹੁਣ ਅੱਛਾ ਇਹ ਕਰਨ ਦੀ ਆ ਵਧੀਆ, ਇਹ ਅੱਗੇ ਆ ਕਰੂਗੀ, ਇੱਦਾਂ ਕਰੂਗੀ। ਕੁਛ ਚੀਜ਼ਾਂ ਮਾਈਂਡ 'ਤੇ ਪੈ ਗਈਆਂ ਕਿ ਉਹ ਕਿੱਦਾਂ ਮੈਂ ਇਸ ਚੀਜ਼ 'ਚੋਂ ਨਿਕਲੂੰਗੀ, ਜਾਂ ਮੈਨੂੰ ਆਪਣੇ ਆਪ ਨੂੰ ਥੋੜ੍ਹਾ ਚੇਂਜ ਕਰਨਾ, ਕਿਉਂਕਿ ਮੈਂ ਸ਼ੁਰੂ ਤੋਂ ਹੀ ਬੜੇ ਖੁੱਲ੍ਹੇ ਸੁਭਾਅ ਦੀ ਰਹੀ ਹਾਂ, ਮੈਂ ਕਦੀ ਬਾਹਲਾ ਕੇਅਰ ਨਹੀਂ ਕਰਦੀ ਹਾਂ ਕਿਸੇ ਚੀਜ਼ ਦਾ। ਸੋ ਉਹਨਾਂ ਚੀਜ਼ਾਂ ਨੇ ਮਾਈਂਡ ਬਹੁਤ ਖਰਾਬ ਕੀਤਾ। 15 ਦੇ ਵਿੱਚ ਨੈਸ਼ਨਲ ਚੈਂਪੀਅਨ ਬਣੀ, 16 ਦੇ ਵਿੱਚ ਥੋੜ੍ਹਾ ਪੀਰੀਅਡ ਡਾਊਨ ਹੋਇਆ। ਫਿਰ ਮੈਂ ਘਰੇ ਆ ਗਈ, ਪਹਿਲਾਂ ਮੈਂ ਪਟਿਆਲੇ ਕੈਂਪ 'ਚ ਹਾਂ, ਜਦੋਂ ਘਰੇ ਆ ਗਈ ਟ੍ਰੇਨਿੰਗ ਕੀਤੀ, ਮੰਮਾ ਨੇ ਸਮਝਾਇਆ, ਇੱਥੇ ਵਰਕਆਊਟ ਕੀਤਾ, ਸਾਰਾ ਕੁਛ ਕੀਤਾ। ਫਿਰ ਉਹਦਾ ਵੱਡਾ ਕਾਰਨ ਇਹ ਵੀ ਸੀ ਕਿ ਜਦੋਂ ਮੈਂ ਐਡਾ ਵੱਡਾ ਮੈਡਲ ਲਿਆ, ਮੈਨੂੰ ਕੋਈ ਸਪੋਂਸਰ ਨਹੀਂ ਸੀ ਮੇਰੇ ਕੋਲ। ਚਲੋ ਇੱਕ ਸਪੋਂਸਰ ਹੁੰਦਾ ਨਾ, ਸਪੋਂਸਰ ਦਾ ਮਤਲਬ ਇਹ ਨਹੀਂ ਕਿ ਮੈਨੂੰ ਫਾਈਨੈਂਸ਼ੀਅਲੀ ਸਪੋਰਟ ਚਾਹੀਦੀ, ਇੱਕ ਮੈਂਟਲੀ ਸਪੋਰਟ ਹੋ ਜਾਂਦੀ ਕਿ ਮੇਰੇ ਪਿੱਛੇ ਕੋਈ ਹੈਗਾ ਆ। ਕਿ ਜਦੋਂ ਬਾਕੀ ਪਲੇਅਰਾਂ ਨੂੰ ਸਪੋਂਸਰ ਮਿਲਦੇ ਆ, ਸਾਰਿਆਂ ਨੂੰ ਮਿਲਦੇ ਸੀ, ਤੇ ਫਿਰ ਜਦੋਂ ਮੇਰਾ ਇੰਨਾ ਵੱਡਾ ਮੈਡਲ ਸੀ, ਕੁਛ ਗੌਰਮੈਂਟ ਵੱਲੋਂ ਕੋਈ ਸਪੋਰਟ ਨਹੀਂ ਸੀ। ਤੁਸੀਂ ਮੰਨੋਗੇ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਵਰਲਡ ਲੈਵਲ 'ਤੇ ਮੇਰਾ ਮੈਡਲ ਸੀਗਾ, ਅਤੇ ਮੈਨੂੰ ਸਿਰਫ ਸਰਕਾਰ ਨੇ, ਸੈਂਟਰ ਗੌਰਮੈਂਟ ਨੇ 1.5 ਲੱਖ ਰੁਪਈਆ ਦਿੱਤਾ ਸੀ, ਸਿਰਫ 1.5 ਲੱਖ ਰੁਪਈਆ। ਸੋ ਉੱਥੇ ਵੀ ਮਾਈਂਡ ਬੜਾ ਖ਼ਰਾਬ ਹੋਇਆ ਕਿ ਸਿਰਫ 1.5 ਲੱਖ, ਔਰ ਪੰਜਾਬ ਗੌਰਮੈਂਟ ਨੇ ਕੋਈ ਫਾਈਨੈਂਸ਼ੀਅਲ ਸਪੋਰਟ ਨਹੀਂ, ਪੁੱਛਿਆ ਵੀ ਨਹੀਂ ਕਿ ਹਾਂ ਭਾਈ ਤੁਹਾਡਾ ਮੈਡਲ ਆਇਆ ਆ ਜਾਂ ਕਿੱਦਾਂ। ਇਹ ਹਾਲ ਹੀ ਇੱਥੇ। ਫਿਰ ਜਦੋਂ ਇਹਨਾਂ ਚੀਜ਼ਾਂ ਨੂੰ ਵੇਖਦੇ ਆ, ਫਿਰ ਔਖਾ ਵੀ ਬੜਾ ਲੱਗਦਾ ਸੀ, ਮਾਈਂਡ ਬੜਾ ਡਾਊਨ ਹੋਇਆ ਕਿ ਯਾਰ ਇਸ ਚੀਜ਼ ਕਰਕੇ ਹੀ ਸਪੋਰਟਸ ਕਰਨੇ ਆ ਕਿ ਕੋਈ ਇਹਦਾ ਕੰਮ ਬੈਕ ਨਹੀਂ, ਕੁਛ ਮਿਲਿਆ ਹੀ ਨਹੀਂ ਇਸ ਚੀਜ਼ ਦਾ ਪੇ ਬੈਕ। ਫਿਰ ਹੌਲੀ ਹੌਲੀ ਕਰਕੇ ਜਦੋਂ ਘਰੇ ਟ੍ਰੇਨਿੰਗ ਕੀਤੀ ਆ ਕੇ, ਫਿਰ ਟਾਰਗੇਟ ਰੱਖਿਆ 2018 ਕਿ 18 ਦੇ ਵਿੱਚ ਕਾਮਨਵੈਲਥ ਦੇ ਵਿੱਚ ਮੈਡਲ ਲਵਾਂਗੇ, ਆਪਣੇ ਆਪ ਨੂੰ ਦੁਬਾਰਾ ਪ੍ਰੂਵ ਕਰਾਂਗੇ, ਲੋਕਾਂ ਨੂੰ ਪਤਾ ਲੱਗੂਗਾ। ਸੋ 16-17 ਨੂੰ ਮੈਂ ਕੋਈ ਕੰਪੀਟੀਸ਼ਨ ਨਹੀਂ ਕਿਤੇ ਪਾਰਟੀਸਪੇਸ਼ਨ ਨਹੀਂ ਕੀਤੀ। 18 ਦੇ ਵਿੱਚ ਫਿਰ ਮੇਰੀ ਕਾਮਨਵੈਲਥ ਦੀ ਸਿਲੈਕਸ਼ਨ ਹੋਈ। ਜਦੋਂ ਕਾਮਨਵੈਲਥ ਦੀ ਸਿਲੈਕਸ਼ਨ ਹੋਈ, ਫਿਰ ਕਿਸੇ ਨੂੰ ਕੋਈ ਇੰਨੀ ਉਮੀਦ ਨਹੀਂ ਸੀ ਕਿ ਇਹਦਾ ਮੈਡਲ ਵੀ ਆਊਗਾ, ਕਿਉਂਕਿ ਕਈਆਂ ਨੂੰ ਹੁੰਦਾ ਨਾ ਕਿ ਇੰਨੇ ਪੁਰਾਣੇ ਐਥਲੀਟ ਆ ਉਹ ਅੱਗੇ ਜਾਣਗੇ। ਫਿਰ ਉੱਥੇ ਕਾਮਨਵੈਲਥ ਗੇਮਸ ਦੇ ਵਿੱਚ ਸਿਰਫ 3 ਮੈਡਲ ਸੀਗੇ ਆਪਣੇ ਇੰਡੀਆ ਦੇ ਐਥਲੈਟਿਕਸ, ਨੀਰਜ ਦਾ, ਮੇਰਾ ਤੇ ਅਸੀਮਾ ਅੰਟਿਲ ਜਿਹੜੇ ਸੀਨੀਅਰ ਐਥਲੀਟ ਨੇ ਉਹਨਾਂ ਦਾ, ਸਾਡੇ 3 ਮੈਡਲ ਸੀ। ਫਿਰ ਦੁਬਾਰਾ ਫਿਰ ਉੱਥੇ ਪ੍ਰੂਵ ਕੀਤਾ। ਫਿਰ ਵਧੀਆ ਲੱਗਾ ਕਿ ਚਲੋ ਹੁਣ ਆਪਾਂ ਆ ਗਏ ਹਾਂ। ਫਿਰ ਉਹ ਤੋਂ ਬਾਅਦ ਹੌਲੀ ਹੌਲੀ ਸਪੋਂਸਰਸ ਵੀ ਮਿਲੇ, ਸਾਰਾ ਕੁਛ। ਸੋ ਉਹ ਟਾਈਮ ਪੀਰੀਅਡ ਥੋੜ੍ਹਾ ਟਫ ਜ਼ਰੂਰ ਸੀ, ਪਰ ਉਹਦੇ 'ਚ ਸਿੱਖਿਆ ਬਹੁਤ ਕੁਛ। ਅਤੇ ਵੱਡੀ ਗੱਲ ਸੀ ਕਿ ਮੇਰੇ ਮਦਰ ਦੀ ਬਹੁਤ ਸਪੋਰਟ ਰਹੀ ਉੱਥੇ। ਉਹਨਾਂ ਨੇ ਮੈਨੂੰ ਮੇਰੇ ਨਾਲ ਗਰਾਊਂਡ ਜਾਣਾ, ਗਰਾਊਂਡ ਤੋਂ ਵਾਪਸ ਆਉਣਾ ਘਰੇ, ਮੇਰੇ ਨਾਲ ਪੂਰਾ ਦਿਨ ਰਹਿਣਾ, ਦੱਸਣਾ ਮੈਨੂੰ ਕਿ ਲਾਈਫ ਦੇ ਵਿੱਚ ਇਹ ਚੀਜ਼ਾਂ ਹੋਣਗੀਆਂ, ਔਖੀਆਂ ਲੱਗਦੀਆਂ, ਪਰ ਕੋਈ ਗੱਲ ਨਹੀਂ, ਆਪਾਂ ਗਿਵ ਅਪ ਨਹੀਂ ਕਰਨਾ। ਸੋ ਇਸੇ ਤਰ੍ਹਾਂ ਫਿਰ 18 ਦੇ ਵਿੱਚ ਕਮ ਬੈਕ ਕੀਤਾ ਸੀ ਮੈਂ। ਜਿਹੜਾ ਤੁਸੀਂ ਗਿਵ ਅਪ ਨਹੀਂ ਕੀਤਾ ਨਾ, ਇਹ ਵੀ ਇੱਕ ਤਰ੍ਹਾਂ ਦਾ ਮੈਡਲ ਹੀ ਆ, ਕਿਉਂਕਿ ਉਸ ਟਾਈਮ ਦੇ ਵਿੱਚ ਜਿੱਦਾਂ ਡਿਪਰੈਸ਼ਨ 'ਚ ਜਾਣ ਵਾਂਗੂ ਹੋ ਗਿਆ ਸੀ, ਇਸ ਚੀਜ਼ 'ਚੋਂ ਨਿਕਲਣਾ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ। ਔਰ ਦੁਬਾਰਾ ਫਿਰ ਤੋਂ ਉਸੇ ਟਰੈਕ 'ਤੇ ਆਉਣਾ ਔਰ ਉਨੀਆਂ ਹੀ ਪ੍ਰਾਪਤੀਆਂ ਕਰਨੀਆਂ, ਇਹ ਵੀ ਇਹਦੇ ਲਈ ਵੀ ਸੱਚੀ ਤੁਸੀਂ ਵਧਾਈ ਦੇ ਪਾਤਰ ਹੋ। ਕਿਉਂਕਿ ਆਪਣੇ ਇੱਥੇ ਨਾ ਇੰਡੀਆ 'ਚ ਕਾਉਂਸਲਿੰਗ ਵਗੈਰਾ ਬਹੁਤ ਘੱਟ ਹੁੰਦੀ ਹੈ, ਮਤਲਬ ਮੈਂਟਲੀ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨਾ, ਚਾਹੇ ਕੋਈ ਵੀ ਫੀਲਡ ਹੈਗਾ ਉਹਦੇ 'ਚ ਆਉਂਦੀਆਂ, ਤਾਂ ਉਹਨਾਂ ਲਈ ਵੀ ਮਤਲਬ ਕੁਛ ਇਹੋ ਜਿਹਾ ਹੈ ਨਹੀਂ ਕਿ ਉਹਨਾਂ ਬੱਚਿਆਂ ਨੂੰ ਥੋੜਾ ਮੋਟੀਵੇਟ ਕੀਤਾ ਜਾਵੇ। ਬਿਲਕੁਲ, ਉਸੇ ਕਰਕੇ ਬੱਚੇ ਬੜੇ ਪਿੱਛੇ ਪੈ ਜਾਂਦੇ ਆ, ਕਿਉਂਕਿ ਅਸੀਂ ਜਦੋਂ ਆਪਣੇ ਆਪ ਨੂੰ ਦਿਖਾਉਂਦੇ ਹਾਂ, ਅਸੀਂ ਸਪੋਰਟਸ ਫੀਲਡ ਦੇ ਵਿੱਚ ਵੀ ਅਸੀਂ ਟ੍ਰੇਨਿੰਗ ਕਰਦੇ ਹਾਂ, ਕੁਛ ਵੀ ਕਰਦੇ ਹਾਂ, ਕਈ ਵਾਰ
ਇਹੋ ਜਿਹੇ ਟਾਈਮ ਹੁੰਦਾ ਕਿ ਸਾਨੂੰ ਪ੍ਰਟੈਂਡ ਕਰਨਾ ਪੈਂਦਾ ਆ ਕਿ ਅਸੀਂ ਖੁਸ਼ ਹਾਂ, ਕੋਈ ਗੱਲ ਨਹੀਂ। ਲੋਕਾਂ ਨੂੰ ਲੱਗਦਾ ਵੀ ਆ ਕਿ ਇਹ ਵਧੀਆ ਹੋਇਆ, ਇਹਨਾਂ ਨੂੰ ਕਿਹੜਾ ਕੋਈ ਪ੍ਰੋਬਲਮ ਆ ਜਾਂ ਪਰ ਅੰਦਰੋਂ ਹੀ ਅੰਦਰੋਂ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਨੂੰ ਖਾਣ ਦੀਆਂ ਹੁੰਦੀਆਂ। ਸਾਨੂੰ ਪਤਾ ਆ ਵੀ ਉਹਨਾਂ ਚੀਜ਼ਾਂ ਤੋਂ ਸਾਨੂੰ ਕਮ ਬੈਕ ਕਰਨਾ ਕਿੰਨਾ ਔਖਾ ਆ, ਪਰ ਫਿਰ ਵੀ ਅਸੀਂ ਗਿਵ ਅਪ ਨਹੀਂ ਕਰਦੇ। ਸੋ ਮੇਰੇ ਖਿਆਲ ਨਾਲ ਸਪੋਰਟਸ ਜਿਹੜੀ ਆ ਸਾਨੂੰ ਜਿੱਤਣਾ, ਹਾਰਨਾ, ਗਿਵ ਅਪ ਨਾ ਕਰਨਾ, ਇਹ ਚੀਜ਼ਾਂ ਬਹੁਤ ਸਿਖਾਉਂਦੀ ਆ। ਫਿਰ ਉਹਦੇ 'ਚ ਸਭ ਤੋਂ ਵੱਡਾ ਰੋਲ ਪਲੇ ਕਰਦਾ ਹੈ ਕਿ ਤੁਸੀਂ ਕੀ ਵੇਖਦੇ ਜੇ, ਕੀ ਸੁਣਦੇ ਜੇ, ਕਿਹੋ ਜਿਹੀ ਕੰਪਨੀ 'ਚ ਬਹਿੰਦੇ ਜੇ, ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ। ਸੋ ਅੱਜ ਕੱਲ੍ਹ ਮੇਨ ਆਪਣਾ ਯੂਥ ਜਿਹੜਾ ਆ ਡਿਪਰੈਸ਼ਨ 'ਚ ਵੀ ਜਾਂਦੇ ਆ, ਪ੍ਰੋਬਲਮਸ ਵੀ ਬੜੀਆਂ ਹੁੰਦੀਆਂ ਉਹਨਾਂ ਨੂੰ, ਕੁਛ ਸਟੱਡੀ ਕਰਕੇ ਉਹਨਾਂ ਨੂੰ ਲੱਗਦਾ ਆ ਕਿ ਸ਼ਾਇਦ ਇੱਥੇ ਹੀ ਲਾਈਫ ਖਤਮ ਹੋ ਜਾਂਦੀ। ਪਰ ਜਦੋਂ ਆਪਾਂ ਆਪਣੇ ਨੂੰ ਜ਼ਿਆਦਾ ਪ੍ਰੋਬਲਮ ਵਾਲੇ ਲੋਕਾਂ ਨੂੰ ਵੇਖੀਦਾ, ਫਿਰ ਆਪਾਂ ਨੂੰ ਲੱਗਦਾ ਹੈ ਕਿ ਇਹ ਵੀ ਤਾਂ ਰਹਿੰਦੇ ਆ, ਇਹਨਾਂ ਲਈ ਵੀ ਤਾਂ ਔਖਾ ਆ, ਸਾਡੇ ਲਈ ਸ਼ਾਇਦ ਇਹ ਚੀਜ਼ਾਂ ਇੰਨੀਆਂ ਔਖੀਆਂ ਨਹੀਂ ਆ। ਕਿਉਂਕਿ ਮੈਨੂੰ ਯਾਦ ਹੈ ਮੈਂ ਗੋ ਸਪੋਰਟਸ ਫਾਊਂਡੇਸ਼ਨ ਦੇ ਨਾਲ ਆ, ਹੁਣ ਉਹ ਮੈਨੂੰ ਸਪੋਂਸਰ ਕਰਦੇ ਆ। ਸੋ ਉੱਥੇ ਕਈ ਪੈਰਾ ਐਥਲੀਟਸ ਨੇ, ਜਦੋਂ ਅਸੀਂ ਉਹਨਾਂ ਨੂੰ ਵੇਖੀਦਾ ਆ, ਚੰਗੇ ਭਲੇ ਜਵਾਨ ਮੁੰਡੇ, ਜਦੋਂ ਉਹਨਾਂ ਦੀ ਕਿਸੇ ਦੀ ਲੱਤ ਨਹੀਂ ਹੈਗੀ ਜਾਂ ਕਿੱਦਾਂ, ਉਹਨਾਂ ਦੀ ਲਾਈਫ ਦੀਆਂ ਪ੍ਰੋਬਲਮਸ ਇੰਨੀਆਂ ਔਖੀਆਂ, ਪਰ ਫਿਰ ਵੀ ਉਹ ਲੋਕ ਖੁਸ਼ ਨੇ, ਕਰ ਰਹੇ ਨੇ, ਗਿਵ ਅਪ ਨਹੀਂ ਕੀਤਾ ਉਹਨਾਂ ਨੇ। ਜਿੱਦਾਂ ਆਪਾਂ ਵੇਖੀਏ ਆਪਣਾ ਜੈਵਲਿਨ ਦਾ ਇੱਕ ਲੜਕਾ ਸੁਮਿਤ ਅੰਟੇ ਲਿਆ, ਜਿਨ੍ਹਾਂ ਨੇ ਗੋਲਡ ਲਿਆ ਸੀਗਾ ਓਲੰਪਿਕਸ, ਪੈਰਾਲੰਪਿਕਸ ਦੇ ਵਿੱਚ ਜੈਵਲਿਨ ਦੇ ਵਿੱਚ। ਸਿੱਧੋ ਉਹਨੂੰ ਵੇਖੀਦਾ ਐਂ ਲੱਗਦਾ ਹੈ ਕਿ ਯਾਰ ਇਹ ਲੋਕ ਵੀ ਤਾਂ ਆਪਣੀ ਲਾਈਫ 'ਚ ਗਿਵ ਅਪ ਨਾ ਕਰਕੇ, ਸਾਨੂੰ ਤਾਂ ਮਹਾਰਾਜ ਨੇ ਹੱਥ ਪੈਰ ਦਿੱਤੇ ਆ, ਸਾਰਾ ਕੁਝ ਦਿੱਤਾ ਆ, ਮਿਹਨਤ ਹੀ ਕਰਨੀ ਆ, ਉਹ ਵੀ ਅਸੀਂ ਕਰ ਲਾਂਗੇ, ਕੋਈ ਗੱਲ ਨਹੀਂ। ਸੋ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ। ਤੁਸੀਂ ਵੇਖਦੇ ਕੀ ਜੇ, ਕਿੱਥੇ ਖਲੋਂਦੇ ਬਹਿੰਦੇ, ਸਾਰੀਆਂ ਚੀਜ਼ਾਂ ਬਹੁਤ ਮੈਟਰ ਕਰਦੀਆਂ। ਬਿਲਕੁਲ। ਔਰ ਇੱਕ ਸਪੋਰਟਸ ਪਰਸਨ ਦੀ ਲਾਈਫ ਜਿਹੜੀ ਆ ਉਹ ਇੰਨੀ ਈਜ਼ੀ ਵੀ ਨਹੀਂ ਹੁੰਦੀ। ਉਹਦੇ ਲਈ ਉਹਨੂੰ ਕਿੰਨਾ ਬਾਡੀ ਪੇਨ ਕਿੰਨੀ ਸਹਿਣੀ ਪੈਂਦੀ, ਕਈ ਵਾਰੀ ਕੋਈ ਇੰਜਰੀ ਹੋ ਜਾਂਦੀ ਆ, ਉਹਦੇ ਵਾਸਤੇ ਕੁਛ ਬਾਡੀ ਦੇ ਵਿੱਚ ਐਕਸਰਸਾਈਜ਼ ਦੇ ਨਾਲ ਨੋਟਸ ਵਗੈਰਾ ਹੋ ਜਾਂਦੀਆਂ ਹੈ ਨਾ, ਉਹਦਾ ਵੀ ਕੁਛ ਹੁੰਦਾ। ਉਹਦੇ ਬਾਰੇ ਦੱਸੋਗੇ ਕੁਛ? ਜੀ ਬਿਲਕੁਲ। ਜਦੋਂ ਅਸੀਂ ਪ੍ਰੈਕਟਿਸ ਕਰਦੇ ਹਾਂ, ਲਗਾਤਾਰ ਟ੍ਰੇਨਿੰਗ ਕਰਨ ਦੇ ਹੁੰਦੇ ਆ, ਫਿਰ ਸਾਨੂੰ ਕਈ ਵਾਰ ਪੇਨ ਹੁੰਦੀਆਂ ਆ, ਜਾਂ ਫਿਰ ਉਹਦੇ ਲਈ ਸਾਨੂੰ ਨੀਡਲਿੰਗ ਕਰਾਉਣੀ ਪੈਂਦੀ। ਕਈ ਵਾਰ ਇੰਨੀ ਪੇਨ ਹੁੰਦੀ, ਮੈਨੂੰ ਅੱਜ ਵੀ ਯਾਦ ਹੈ, ਮੈਂ ਪਟਿਆਲੇ ਟ੍ਰੇਨਿੰਗ ਕਰਦੀ ਸਾਂ, ਮੇਰੇ ਫਾਦਰ ਸਾਹਿਬ ਉੱਥੇ ਨਾਲ ਸੀਗੇ, ਅਤੇ ਮੇਰੇ ਨੋਟ ਬਣ ਗਈ ਸੀ ਬੈਕ 'ਤੇ, ਅਤੇ ਉੱਥੇ ਇੱਕ ਫਿਜ਼ੀਓਥੈਰੇਪਿਸਟ ਉਹਨਾਂ ਨੂੰ ਵਿਖਾਇਆ ਮੈਂ, ਉਹਨਾਂ ਨੇ ਮਤਲਬ ਮੇਰੀ ਨੋਟ ਉਹ ਰਿਲੀਜ਼ ਕਰਨ ਦੇ ਸੀ, ਰਿਲੀਜ਼ ਕਰਦੇ ਕਰਦੇ ਮੇਰੇ ਅੱਖਾਂ 'ਚੋਂ ਪਾਣੀ ਆ ਗਿਆ ਇੰਨਾ ਜ਼ਿਆਦਾ। ਅਤੇ ਮੇਰੇ ਫਾਦਰ ਸਾਹਿਬ ਮੈਨੂੰ ਕਹਿੰਦੇ ਤੈਨੂੰ ਇੰਨੀ ਪੇਨ ਸੀ? ਮੈਂ ਕਿਹਾ ਮੈਨੂੰ ਬਹੁਤ ਜ਼ਿਆਦਾ ਪੇਨ ਸੀ। ਅਤੇ ਮਤਲਬ ਇੰਨੀ ਕਈ ਵਾਰ, ਕਿਉਂਕਿ ਇੱਕ ਉਹ ਫਾਦਰ ਆ, ਉਹ ਕੋਚ ਵੀ ਆ, ਪਿਓ ਵਾਲੀ ਉਹ ਚੀਜ਼ਾਂ ਵੇਖਣੀਆਂ ਕਈ ਵਾਰ ਥੋੜ੍ਹੀਆਂ ਔਖੀਆਂ ਹੋ ਜਾਂਦੀਆਂ। ਸੋ ਇਮੋਸ਼ਨਲੀ ਅਟੈਚਮੈਂਟ ਥੋੜ੍ਹੀ ਇੱਦਾਂ ਦੀ, ਫਿਰ ਸਾਨੂੰ ਬਿਲਕੁਲ ਇੱਦਾਂ ਦੀਆਂ ਬੜੀਆਂ ਪੇਨਸ ਆਉਂਦੀਆਂ। ਕਾਮਨਵੈਲਥ ਤੋਂ ਪਹਿਲਾਂ ਵੀ, ਜਦੋਂ ਲਾਸਟ ਕਾਮਨਵੈਲਥ ਗੇਮਸ ਸੀ, ਅਤੇ ਉਦੋਂ ਪਹਿਲਾਂ ਮੈਨੂੰ ਗਰੋਇੰਗ ਪੇਨ ਸੀ, ਅਤੇ ਸ਼ਾਮ ਨੂੰ ਕੰਪੀਟੀਸ਼ਨ ਸੀ, ਸਵੇਰ ਤੋਂ ਮੈਂ 3 ਪੇਨ ਕਿਲਰ ਖਾ ਲਈਆਂ ਸੀ, ਇਸ ਕਰਕੇ ਕਿ ਸ਼ਾਮ ਤੱਕ ਮੇਰੀ ਉਹ ਪੇਨ ਠੀਕ ਰਹੇ। ਉਹ ਮੈਨੂੰ ਪੇਨ ਹੀ ਕੰਪੀਟੀਸ਼ਨ ਤੋਂ 1 ਮਹੀਨਾ ਪਹਿਲਾਂ ਸ਼ੁਰੂ ਹੋ ਗਈ ਸੀ। ਪਰ ਫਿਰ ਵੀ ਉਸ ਟਾਈਮ 'ਤੇ ਇੱਦਾਂ ਲੱਗਦਾ ਸੀ ਕਿ ਕੋਈ ਗੱਲ ਨਹੀਂ, ਆਪਾਂ ਮਿਹਨਤ ਕੀਤੀ ਆ 4 ਸਾਲ ਇਸ ਚੀਜ਼ ਲਈ, ਅਤੇ ਆਪਾਂ ਮਹਾਰਾਜ ਦਾ ਨਾਮ ਲੈਂਦੇ ਹਾਂ, ਕੋਈ ਗੱਲ ਨਹੀਂ, ਵਾਹਿਗੁਰੂ ਨਾਲ ਸਾਥ ਦਊਗਾ, ਸਹਾਈ ਹੋਊਗਾ। ਸ਼ਾਇਦ ਉਸ ਟਾਈਮ 'ਤੇ ਉਹ ਮੂਮੈਂਟ ਹੀ ਇੱਦਾਂ ਦੀ ਸੀ ਕਿ ਜਿੱਦਾਂ ਇੱਦਾਂ ਲੱਗਾ ਸੀ ਕਿ ਕੋਈ ਗੱਲ ਨਹੀਂ, ਕਿ ਚਲੋ ਸ਼ਾਮ ਨੂੰ ਈਵੈਂਟ ਆ, ਆਪਾਂ ਤਿਆਰ ਹਾਂ, ਕੋਈ ਗੱਲ ਨਹੀਂ। ਉਹ ਮੂਮੈਂਟ ਪੋਜ਼ੀਟਿਵ ਆਪਾਂ ਰਹੀਦਾ ਆ, ਫਿਰ ਉਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ। ਹਾਂ, ਇੱਕ ਜਜ਼ਬਾ ਸੀ ਕਿ ਕਰਨਾ ਹੈ ਤੇ ਕਰਨਾ ਹੈ, ਬਸ ਕਰਨਾ ਹੀ ਕਰਨਾ ਹੈ। ਬਿਲਕੁਲ। ਬਾਕੀ ਕੋਈ ਵੀ ਜਿੱਦਾਂ ਕੋਈ ਵੀ ਪ੍ਰੋਫੈਸ਼ਨ ਹੈਗਾ ਹੈ, ਉਹਦੇ ਵਾਸਤੇ ਤੁਹਾਨੂੰ ਨਾ ਉਸ ਹਿਸਾਬ ਨਾਲ ਮੇਨਟੇਨ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਜਿੱਦਾਂ ਹੁਣ ਸਪੋਰਟਸ ਦੇ ਵਿੱਚ ਤੁਸੀਂ ਤਾਂ ਉਸ ਤਰੀਕੇ ਦਾ ਖਾਣਾ ਪੀਣਾ, ਉਸ ਹਿਸਾਬ ਨਾਲ ਰਹਿਣਾ, ਤਾਂ ਉਹਦੇ 'ਚ ਵੀ ਬੜੀ ਪ੍ਰੋਬਲਮ ਆਉਂਦੀ ਹੈ। ਜਿਹੜਾ ਖਾਣ ਪੀਣ ਹੁੰਦਾ ਉਹਦੇ 'ਤੇ ਵੀ ਖਰਚਾ ਆਉਂਦਾ ਹੈ, ਬਹੁਤ ਖਰਚਾ ਆਉਂਦਾ। ਫਿਰ ਤੁਸੀਂ ਡਰੈਸਅਪ ਕਿੱਦਾਂ ਹੋਣਾ ਆ, ਤੁਹਾਨੂੰ ਉਹ ਚੀਜ਼ਾਂ ਚਾਹੀਦੀਆਂ, ਉਹਦੇ 'ਤੇ ਵੀ। ਇਹਨਾਂ ਚੀਜ਼ਾਂ ਨੂੰ ਲੈ ਕੇ ਕਦੇ ਕੋਈ ਪ੍ਰੋਬਲਮ ਆਈ ਸਟਾਰਟਿੰਗ 'ਚ? ਹੁਣ ਤਾਂ ਚਲੋ ਪਰਮਾਤਮਾ ਦਾ ਬਹੁਤ ਸ਼ੁਕਰ ਹੈ। ਨਹੀਂ, ਸਟਾਰਟਿੰਗ 'ਚ ਮੈਂ ਤਾਂ ਇਸ ਗੱਲ ਦਾ ਬੜਾ ਸ਼ੁਕਰ ਮਨਾਉਂਦੀ ਹਾਂ ਕਿ ਮੇਰੀ ਫੈਮਿਲੀ ਬੈਕਗਰਾਊਂਡ ਚੰਗੀ ਹੀ ਥੋੜ੍ਹੀ, ਮੈਨੂੰ ਹਮੇਸ਼ਾ ਵਧੀਆ ਸਪੋਰਟ ਮਿਲਦੀ ਰਹੀ। ਪਰ ਹਾਂ, ਬਿਲਕੁਲ ਸਟਾਰਟਿੰਗ 'ਚ ਕਈ ਵਾਰ ਇੱਦਾਂ ਹੁੰਦਾ ਸੀ ਕਿ ਬ੍ਰਾਂਡ ਪਾਉਣੇ ਆ, ਇਹ ਚੀਜ਼ਾਂ ਪਾਉਣੀਆਂ, ਉਹ ਚੀਜ਼ਾਂ ਸ਼ਾਇਦ ਇਸ ਕਰਕੇ ਥੋੜ੍ਹੀਆਂ ਠੀਕ ਰਹੀਆਂ ਕਿ ਇੱਕ ਨਾ ਹਮੇਸ਼ਾ ਟਾਰਗੇਟ ਬਣਾ ਕੇ ਚੱਲੀ ਮੈਂ ਆਪਣੀ ਲਾਈਫ ਦੇ ਵਿੱਚ, ਕਿ ਜੇ ਮੈਂ ਨੈਸ਼ਨਲ 'ਚ ਪਾਰਟੀਸਪੇਟ ਕੀਤਾ ਫਿਰ ਹੀ ਮੈਂ ਬ੍ਰਾਂਡ ਪਾਉਣਾ, ਉਦੋਂ ਬਗੈਰ ਮੈਂ ਨਹੀਂ ਬ੍ਰਾਂਡ ਪਾਉਣਾ। ਮੈਂ ਬ੍ਰਾਂਡ ਤਦ ਤੱਕ ਬਿਲਕੁਲ ਨਹੀਂ ਪਾਉਣਾ, ਕੋਈ ਗੱਲ ਨਹੀਂ, ਆਪਾਂ ਇੱਦਾਂ ਦੇ ਕੱਪੜੇ ਪਾ ਕੇ ਟ੍ਰੇਨਿੰਗ, ਇੱਦਾਂ ਨਹੀਂ ਕਿ ਮਿਲ ਨਹੀਂ ਸਕਦੀਆਂ ਸੀ, ਮਿਲ ਸਕਦੀਆਂ ਸੀ, ਪਰ ਜਦੋਂ ਤੁਸੀਂ ਟਾਰਗੇਟ ਬਣਾ ਲੈਂਦੇ ਫਿਰ ਉਹ ਚੀਜ਼ ਨੂੰ ਅਚੀਵ ਕਰਨਾ, ਉਦੋਂ ਬਾਅਦ ਜੋ ਚੀਜ਼ ਮਿਲਣੀ ਉਹਦਾ ਮਜ਼ਾ ਹੀ ਹੋਰ ਹੁੰਦਾ ਆ। ਅਤੇ ਮੇਰਾ ਤਾਂ ਇੱਦਾਂ ਦਾ ਕਦੀ ਐਕਸਪੀਰੀਅੰਸ ਨਹੀਂ। ਚਲੋ ਬਾਬੇ ਦਾ ਬੜਾ ਸ਼ੁਕਰ ਆ, ਸਾਡੇ 'ਤੇ ਵਧੀਆ, ਮਹਾਰਾਜ ਦਾ ਵਧੀਆ ਹੱਥ ਸੀ, ਅਤੇ ਕਦੀ ਇਹਨਾਂ ਚੀਜ਼ਾਂ 'ਚ ਪ੍ਰੋਬਲਮ ਨਹੀਂ ਆਈ। ਪਰ ਹਾਂ, ਲਾਈਫ 'ਚ ਹਮੇਸ਼ਾ ਟਾਰਗੇਟ ਬਣਾ ਕੇ ਚੱਲੇ ਕਿ ਹੁਣ ਆਹ ਚੀਜ਼ ਕਰ ਲਈ ਅਚੀਵ। ਮੈਨੂੰ ਅਜੇ ਵੀ ਚੇਤਾ ਹੈ ਕਿ ਮੈਂ 2014 ਦੇ ਵਿੱਚ ਮੈਂ ਆਪਣੇ ਘਰਦਿਆਂ ਨੂੰ ਕਿਹਾ ਸੀ ਕਿ ਜੇ ਮੇਰਾ ਵਰਲਡ ਚੈਂਪੀਅਨਸ਼ਿਪ 'ਤੇ ਮੈਡਲ ਆ ਗਿਆ ਫਿਰ ਤੁਸੀਂ ਮੈਨੂੰ ਆਈਫੋਨ ਲੈ ਕੇ ਦਿਓਗੇ। ਮੈਨੂੰ ਮਿਲਿਆ ਨਹੀਂ, ਮੇਰੇ ਭਰਾ ਨੂੰ ਮਿਲ ਗਿਆ। ਉਹ ਮੈਨੂੰ 2-3 ਸਾਲ ਬਾਅਦ ਮਿਲਿਆ, ਕਹਿੰਦੇ ਨਹੀਂ ਅਜੇ ਤੈਨੂੰ ਲੋੜ ਹੁੰਦੀ ਆ, ਜਦੋਂ ਲੋੜ ਹੋਊਗੀ ਅਸੀਂ ਲੈ ਦਾਂਗੇ। ਅਤੇ ਅਸੀਂ ਵੀ ਕਦੀ, ਚਲੋ ਮੇਰੇ ਹਿਸਾਬ ਨਾਲ ਕਿ ਪੇਰੈਂਟਸ ਦੀ ਗੱਲ ਮੰਨ ਕੇ ਚੱਲਦੇ ਰਹੇ, ਉਸ ਚੀਜ਼ ਕਰਕੇ ਹੀ ਅੱਜ ਇਸ ਮੁਕਾਮ 'ਤੇ ਪਹੁੰਚੇ ਹਾਂ।
ਤੇ ਲਾਈਫ ਦੇ ਵਿੱਚ ਹਮੇਸ਼ਾ ਟਾਰਗੇਟ ਹੀ ਰੱਖੇ ਹੀ, ਇਸ ਕਰਕੇ ਇਹ ਚੀਜ਼ਾਂ ਥੋੜ੍ਹੀਆਂ ਈਜ਼ੀ ਹੋ ਗਈਆਂ ਆਪਣੇ ਲਈ ਕਿ ਜਦੋਂ ਆਪ ਦਾ ਕਮਾ ਕੇ ਲਵਾਂਗੇ ਚੀਜ਼ਾਂ, ਉਹਦਾ ਜੋ ਮਜ਼ਾ ਆ ਫਿਰ ਉਹ ਹੋ ਰਹੀ ਆ। ਬਿਲਕੁਲ। ਚਲੋ ਤੁਹਾਨੂੰ ਤਾਂ ਜਿੱਦਾਂ ਪੇਰੈਂਟਸ ਦੀ ਵਧੀਆ ਸਪੋਰਟ ਸੀਗੀ ਹੈ ਨਾ, ਪਰਮਾਤਮਾ ਦਾ ਸ਼ੁਕਰ ਸੀਗਾ ਕਿ ਸਭ ਉਸ ਸਭ ਨਾਲ ਖਾਣਾ ਪਾਣੀ ਵੀ ਮਿਲਦਾ ਰਿਹਾ। ਇਹ ਚੀਜ਼ਾਂ ਮਾਇਨੇ ਰੱਖਦੀਆਂ ਹਰ ਪ੍ਰੋਫੈਸ਼ਨ 'ਚ, ਜਿੱਦਾਂ ਆਪਾਂ ਹੁਣੇ ਗੱਲ ਕੀਤੀ ਆ। ਤੇ ਤੁਹਾਨੂੰ ਲੱਗਦਾ ਹੈ ਕਿ ਕੁਝ ਜਿਹੜੇ ਬਹੁਤ ਗਰੀਬ ਘਰ ਦੇ ਬੱਚੇ ਹੁੰਦੇ ਆ ਬਟ ਹੋਣਹਾਰ ਹੁੰਦੇ ਆ, ਉਹਨਾਂ ਨੂੰ ਇਹ ਚੀਜ਼ਾਂ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਹੋ ਇਹਨਾਂ ਚੀਜ਼ਾਂ 'ਚ? ਜੀ ਬਿਲਕੁਲ, ਇਸੇ ਕਰਕੇ ਤੇ ਸਰਕਾਰ ਨੂੰ ਛੋਟੇ ਛੋਟੇ ਜਿਹੜੀਆਂ ਸੰਸਥਾਵਾਂ ਬਣਾਉਣੀਆਂ ਚਾਹੀਦੀਆਂ ਉਹਨਾਂ ਲਈ, ਕਿਉਂਕਿ ਮੇਰੇ ਪਿੱਛੇ ਪਰਿਵਾਰ ਦੀ ਸਪੋਰਟ ਹੀ ਇਸ ਕਰਕੇ ਅਸੀਂ ਇਸ ਮੁਕਾਮ ਤੱਕ ਪਹੁੰਚ ਗਏ। ਬਾਕੀ ਜਦੋਂ ਪਰਿਵਾਰ ਦੀ ਸਪੋਰਟ ਨਾ ਹੋਵੇ, ਜੇ ਪਿੱਛੋਂ ਤੁਹਾਨੂੰ ਨਹੀਂ ਇੰਨੀ ਮਿਲ ਸਕਦੀ ਡਾਈਟ ਵੱਲੋਂ ਜਾਂ ਚੀਜ਼ਾਂ ਵੱਲੋਂ, ਫਿਰ ਜੇ ਉੱਥੇ ਉਹ ਛੋਟੇ ਛੋਟੇ ਕਲੱਬਸ ਜਿਹੜੇ ਆ ਉਹ ਹੈਲਪ ਕਰਨਗੇ, ਉਹਦੇ ਨਾਲ ਕੀ ਹੋਊਗਾ ਕਿ ਇੱਕ ਦੇ ਬੱਚਾ ਗਲਤ ਰਸਤੇ ਨਹੀਂ ਪਊਗਾ। ਕਿਉਂਕਿ ਕਈ ਵਾਰ ਕੀ ਹੁੰਦਾ ਹੈ, ਸਪਲੀਮੈਂਟ ਦੇ ਨਾਮ 'ਤੇ ਚੀਜ਼ਾਂ ਉਲਟ ਪੁਲਟ ਖਵਾ ਦਿੰਦੇ ਆ ਬੱਚਿਆਂ ਨੂੰ, ਉਹਨਾਂ ਦੀ ਲਾਈਫ ਖਰਾਬ ਹੋ ਜਾਂਦੀ ਆ, ਕੁੜੀਆਂ ਨੂੰ ਵੀ ਖਵਾ ਦਿੰਦੇ, ਉਹਨਾਂ ਦੀ ਲਾਈਫ ਖਰਾਬ ਹੋ ਜਾਂਦੀ ਹੈ। ਕਿਉਂਕਿ ਸਪੋਰਟਸ ਜਿਹੜਾ ਆ ਸਾਡੀ ਲਾਈਫ ਦਾ ਇੱਕ ਪਾਰਟ ਆ, ਸਪੋਰਟਸ ਸਾਡੀ ਲਾਈਫ ਨਹੀਂ ਹੈ। ਇਹ ਚੀਜ਼ਾਂ ਬੜੇ ਲੋਕਾਂ ਨੂੰ ਨਹੀਂ ਸਮਝ ਆਉਂਦੀਆਂ, ਅਤੇ ਉੱਥੇ ਕਈ ਵੱਡਾ ਪ੍ਰੋਬਲਮ ਹੁੰਦਾ ਆ ਕੋਚਿਸ ਦਾ। ਜੇ ਕੋਚਿਸ ਤੁਹਾਨੂੰ ਵਧੀਆ ਗਾਈਡ ਕਰਨਗੇ, ਉੱਥੇ ਤੁਹਾਨੂੰ ਵਧੀਆ ਤੁਹਾਨੂੰ ਸਪਲੀਮੈਂਟਸ ਦੇ ਲਈ ਨਿਊਟ੍ਰੀਸ਼ਨਿਸਟ ਚਾਹੀਦੇ ਆ, ਉਹਨਾਂ ਨੂੰ ਹਾਇਰ ਕਰੋ, ਕਲੱਬਸ ਦੇ ਵਿੱਚ ਰੱਖੋ, ਅਤੇ ਫਿਰ ਇਹਦੇ ਨਾਲ ਚੀਜ਼ਾਂ ਸੌਖੀਆਂ ਹੋ ਜਾਣਗੀਆਂ ਉਹਨਾਂ ਲਈ ਵੀ, ਬੱਚਿਆਂ ਲਈ ਵੀ। ਉਹਨਾਂ ਨੂੰ ਪਤਾ ਲੱਗ ਜੂਗਾ ਕਿ ਆਹ ਚੀਜ਼ ਯੂਜ਼ ਕਰਨੀ ਆ ਨਹੀਂ ਕਰਨੀ। ਅਤੇ ਬਿਲਕੁਲ ਅਸੀਂ ਜਿੱਦਾਂ ਅਸੀਂ ਪਲੇਅਰ ਹਾਂ, ਅਸੀਂ ਵੀ ਉਹਨਾਂ ਜਗ੍ਹਾ 'ਤੇ ਜਾ ਕੇ ਉਹਨਾਂ ਨੂੰ ਗਾਈਡ ਕਰ ਸਕਦੇ ਹਾਂ। ਮੇਰੇ ਤੋਂ ਕੋਈ ਗਾਈਡ ਲੈਂਦਾ, ਮੈਂ ਗਾਂਹ ਹੋ ਕੇ ਦੱਸਦੀ ਹਾਂ ਕਿ ਚਲੋ ਤੁਸੀਂ ਆਹ ਚੀਜ਼ਾਂ ਯੂਜ਼ ਕਰੋ, ਨਹੀਂ ਕਰੋ, ਤੁਹਾਨੂੰ ਟ੍ਰੇਨਿੰਗ ਸ਼ੈਡਿਊਲ ਚਾਹੀਦਾ ਆ। ਮੈਂ ਦੱਸਦੀ ਵੀ ਹਾਂ ਕਿ ਚਲੋ ਮੈਂ ਫਰੀ ਹੁੰਦੀ ਹਾਂ, ਮੈਂ ਫਰੀ ਟਾਈਮ ਦੇ ਵਿੱਚ ਟ੍ਰੇਨਿੰਗ ਵੀ ਕਰਵਾ ਦਿੰਦੀ ਹਾਂ। ਮਤਲਬ ਮੈਨੂੰ ਪਸੰਦ ਆ ਇਹ ਚੀਜ਼ਾਂ, ਕਿਉਂਕਿ ਸਾਨੂੰ ਸ਼ੌਂਕ ਹੀ ਇਸ ਚੀਜ਼ ਦਾ ਸ਼ੁਰੂ ਤੋਂ। ਸੋ ਬਿਲਕੁਲ ਇਹ ਚੀਜ਼ਾਂ ਲਈ ਛੋਟੀ ਛੋਟੀਆਂ ਚੀਜ਼ਾਂ 'ਤੇ ਕੰਮ ਹੋਣਾ ਬਹੁਤ ਜ਼ਰੂਰੀ ਹੈ ਮੇਰੇ ਖਿਆਲ ਨਾਲ। ਕਿ ਉਹੀ ਗੱਲ, ਇਹ ਚੀਜ਼ਾਂ ਨਾ ਮਿਲਣ ਕਰਕੇ ਬਹੁਤ ਲੋਕ ਵਿਚਾਰੇ ਜਾਂ ਕਿਤੇ ਉਹਨਾਂ ਦੀ ਪਹੁੰਚ ਹੈ ਨਹੀਂ। ਆਪਣੇ ਪੰਜਾਬੀਆਂ ਦਾ, ਪੰਜਾਬ 'ਚ ਮੈਨੂੰ ਲੱਗਦਾ ਇਹ ਵੀ ਚੀਜ਼ ਹੈਗੀ ਹੈ ਇੱਕ, ਕਿ ਜੇ ਤੁਹਾਡੀ ਕਿਤੇ ਪਹੁੰਚ ਨਹੀਂ ਹੈਗੀ ਤੇ ਤੁਹਾਡਾ ਰਹਿਣਾ ਜੀਣਾ ਇੱਥੇ ਬਹੁਤ ਮੁਸ਼ਕਿਲ ਹੈ। ਬਿਲਕੁਲ, ਇਸੇ ਕਰਕੇ ਆਪਣਾ ਸਾਰਾ ਯੂਥ ਜਿਹੜਾ ਆ ਬਾਹਰ ਨੂੰ ਭੱਜਦਾ ਆ। ਉਹ ਜਾਣ ਵੀ ਨਾ ਫਿਰ ਕੀ ਕਰਨ, ਮਾਂ ਪਿਓ ਵੀ ਡਰਦੇ ਆ, ਜਿੱਦਾਂ ਦੇ ਹਾਲਾਤ ਬਣਦੇ ਜਾਂਦੇ ਆ ਉਹਨਾਂ ਨੂੰ ਵੇਖ ਵੇਖ ਕੇ, ਕਿ ਬੱਚੇ ਸਾਡੇ ਗਲਤ ਸੰਗਤ 'ਚ ਨਾ ਪੈ ਜਾਣ ਜਾਂ ਕੁਛ ਗਲਤ ਨਾ ਹੋਵੇ ਉਹਨਾਂ ਨਾਲ। ਸੋ ਇਹ ਚੀਜ਼ਾਂ ਮੇਰੇ ਖਿਆਲ ਨਾਲ ਕਿ ਇਸ ਚੀਜ਼ਾਂ ਲਈ ਬਹੁਤ ਸਖਤ ਕਦਮ ਚੁੱਕਣ ਦੀ ਲੋੜ ਆ, ਜੇ ਚਾਹੁੰਦੇ ਕਿ ਆਪਣਾ ਜਿਹੜਾ ਪੰਜਾਬ ਆ ਉਹ ਆਉਣ ਵਾਲੇ ਟਾਈਮ 'ਤੇ ਪੰਜਾਬ ਹੀ ਬਣ ਕੇ ਰਵੇ। ਕਿਉਂਕਿ ਜਿੱਦਾਂ ਦੇ ਹਾਲਾਤ ਹੁੰਦੇ ਜਾਂਦੇ ਆ, ਡਰ ਲੱਗਣ ਲੱਗ ਪਿਆ ਸਾਰਿਆਂ ਨੂੰ ਹੁਣ। ਬਿਲਕੁਲ ਸਹੀ ਗੱਲ ਹੈ, ਫੈਸਿਲਿਟੀਜ਼ ਨਾ ਹੋਣ ਕਰਕੇ ਇਹਨਾਂ ਚੀਜ਼ਾਂ। ਔਰ ਸਪੋਰਟਸ ਜਿਹੜੀ ਹੈਗੀ ਹੈ ਤਾਂ ਮੈਨੂੰ ਲੱਗਦਾ ਸਭ ਤੋਂ ਵਧੀਆ ਜ਼ਰੀਆ ਹੈ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ, ਡਿਸਿਪਲਿਨ 'ਚ ਰਹਿਣਾ, ਚੀਜ਼ਾਂ ਸਿਖਾਉਣੀਆਂ। ਸੋ ਸਪੋਰਟਸ ਇੱਕ ਵਧੀਆ ਰਸਤਾ ਆ, ਜੇ ਇਸ ਨੂੰ ਹੀ ਅਡੋਪਟ ਕਰ ਲੈਣ ਤੇ ਫਿਰ ਬਹੁਤ ਵਧੀਆ ਰਹੂ। ਤੇ ਜੇ ਕੋਈ ਬਹੁਤ ਜਿੱਦਾਂ ਲੋ ਫੈਮਿਲੀ ਆ, ਤਾਂ ਉਹਨਾਂ ਦਾ ਬੱਚਾ ਆਪਾਂ ਨੂੰ ਦਿਖ ਰਿਹਾ ਹੈ ਕਿ ਕੁਝ ਚੰਗਾ ਕਰ ਰਿਹਾ ਹੈ, ਤਾਂ ਉਹਦੇ 'ਚ ਘਰਦਿਆਂ ਨੂੰ ਮਤਲਬ ਉਹਨਾਂ ਦਾ ਕੀ ਰੋਲ ਹੋਣਾ ਚਾਹੀਦਾ ਹੈ, ਜਾਂ ਉਹ ਸਰਕਾਰ ਤੱਕ ਕਿਸੇ ਤੱਕ ਕਿਵੇਂ ਪਹੁੰਚ ਕਰਨ? ਜੀ ਬਿਲਕੁਲ, ਕਈ ਹੁਣ ਜਲੰਧਰ ਦੇ ਵਿੱਚ ਵੀ ਕਈ ਜਿਹੜੇ ਕਲੱਬਸ ਆ ਖੁੱਲ੍ਹੇ ਆ, ਉੱਦਾਂ ਜਿੱਦਾਂ ਐਥਲੈਟਿਕਸ ਦੇ ਲਈ ਵੀ ਹੈਗੇ ਆ, ਇੱਕ ਦੋ ਮਤਲਬ ਸਪੋਰਟਸ ਕਾਲਜ ਆ, ਉੱਥੇ ਟ੍ਰੇਨਿੰਗ ਕਰਵਾ ਦਿੰਦੇ ਆ। ਸੋ ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਪੋਰਟਸ ਕਰਵਾਉਣੀਆਂ ਜਾਂ ਕੁਛ ਕਰਾਉਣੀ ਆ, ਸਪੋਰਟਸ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਦੀ ਹੈਲਪ ਲੈਣ। ਸਪੋਰਟਸ ਡਿਪਾਰਟਮੈਂਟ ਹੀ ਗਾਂਹ ਵੱਧ ਕੇ ਬੱਚਿਆਂ ਨੂੰ ਪ੍ਰੇਰਨਾ ਦੇਣ ਕਿ ਹਾਂ ਭਾਈ ਇੱਥੇ ਅਸੀਂ ਆਹ ਚੀਜ਼ਾਂ ਬਣਾਉਂਦੇ ਹਾਂ, ਇੱਥੇ ਤੁਸੀਂ ਆ ਕੇ ਟ੍ਰੇਨਿੰਗ ਕਰ ਸਕਦੇ ਜੇ। ਉਹਨਾਂ ਦੇ ਜਿੱਦਾਂ ਕਈ ਪੁਰਾਣੇ ਐਥਲੀਟ ਆ, ਜਿੱਦਾਂ ਸਾਡੇ ਵਰਗੇ ਅਸੀਂ ਐਥਲੀਟ ਆ, ਅਸੀਂ ਉਹਨਾਂ ਨੂੰ ਗਾਈਡ ਕਰ ਸਕੀਏ, ਉਹ ਸਾਡੇ ਤੱਕ ਪਹੁੰਚ ਸਕਣ। ਸੋ ਇਹ ਸੋਸ਼ਲ ਮੀਡੀਆ ਵੀ ਇੱਕ ਵਧੀਆ ਪਲੇਟਫਾਰਮ ਆ ਇਹਦੇ ਲਈ। ਜੇ ਲੋਕਾਂ ਨੂੰ, ਮੈਂ ਖੁਦ ਇਹ ਕਹਿਣਾ ਚਾਹੁੰਦੀ ਹਾਂ ਕਿ ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਗਾਈਡ ਦੀ ਲੋੜ ਆ, ਉਹ ਪਲੀਜ਼ ਮੈਨੂੰ ਇੰਸਟਾ 'ਤੇ ਵੀ ਰਿਕੁਐਸਟ ਭੇਜ ਸਕਦੇ ਜਾਂ ਫੇਸਬੁੱਕ 'ਤੇ ਮੇਰੇ ਨਾਲ ਗੱਲਬਾਤ ਕਰਨ। ਕਿਉਂਕਿ ਮੈਂ ਖੁਦ ਚਾਹੂੰਗੀ ਕਿ ਜੇ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਸ਼ਾਇਦ ਵਧੀਆ ਹੋਰ ਕਰ ਸਕਦੇ ਹਾਂ, ਉਹ ਆਉਣ ਵਾਲੀ ਸਾਡੀ ਪੀੜ੍ਹੀ ਜ਼ਰੂਰ ਕਰੇ। ਸੋ ਮੇਰੇ ਖਿਆਲ ਨਾਲ ਜਿਹੜੇ ਕੋਚਿਸ ਆ ਉਹ ਆਪਣੇ ਵੱਲੋਂ ਕੋਸ਼ਿਸ਼ ਤਾਂ ਕਰਦੇ ਆ, ਪਰ ਜੇ ਉਹਨਾਂ ਦੇ ਕੋਲ ਵੀ ਫੰਡਸ ਨਹੀਂ ਹੋਣਗੇ, ਚੀਜ਼ਾਂ ਨਹੀਂ ਹੋਣਗੀਆਂ, ਸਪੋਰਟ ਨਹੀਂ ਹੋਊਗੀ, ਉਹਨਾਂ ਲਈ ਵੀ ਥੋੜ੍ਹਾ ਔਖਾ ਹੋ ਜਾਊਗਾ। ਜੇ ਆਪਾਂ ਬਾਹਰਲੇ ਮੁਲਕਾਂ 'ਚ ਵੇਖੀਏ, ਉੱਥੇ ਕਿੰਨੇ ਕਲੱਬਸ ਬਣੇ ਹੋਏ ਆ, ਛੋਟੇ ਬੱਚਿਆਂ ਨੂੰ ਉਹ ਦੇਖਦੇ ਆ ਕਿ ਜਿਹੜਾ ਵੀ ਬੱਚਾ ਜਿਹੜੇ ਫੀਲਡ 'ਚ ਜਾਣਾ ਚਾਹੁੰਦਾ ਉਹਨੂੰ ਉਸੇ ਹਿਸਾਬ ਨਾਲ ਟ੍ਰੇਨਿੰਗ ਕਰਦੇ ਆ। ਇਹੀ ਕਾਰਨ ਹੈ ਮੈਨੂੰ ਲੱਗਦਾ ਕਿ ਬਾਹਰ ਬਹੁਤ ਵਧੀਆ ਖਿਡਾਰੀ ਹੁੰਦੇ ਆ। ਜੀ ਬਿਲਕੁਲ, ਬੇਸਿਕ ਜਦੋਂ ਤੁਹਾਡਾ ਬੇਸ ਲੈਵਲ ਹੀ ਚੰਗਾ ਹੋ ਜਾਊਗਾ, ਤੁਸੀਂ ਗਾਂਹ ਆਪਣੇ ਆਪ ਵਧੀਆ ਇੰਪਰੂਵ ਕਰਦੇ ਰਹੋਗੇ। ਸੋ ਜਿਹੜਾ ਆਪਣਾ ਬੇਸ ਆ, ਜੇ ਉਹ ਖਰਾਬ ਹੋਊਗਾ, ਉੱਥੇ ਉਹਨਾਂ ਨੂੰ ਗਾਈਡੈਂਸ ਨਹੀਂ ਮਿਲੂਗੀ, ਤੇ ਫਿਰ ਪ੍ਰੋਬਲਮਸ ਉੱਥੋਂ ਹੀ ਸ਼ੁਰੂ ਹੋ ਜਾਣਗੀਆਂ। ਅਸੀਂ ਤਾਂ ਕਰਕੇ ਵਧੀਆ ਕਰ ਪਾਏ ਹਾਂ ਕਿ ਸਾਡੇ ਪੇਰੈਂਟਸ ਸਾਨੂੰ ਗਾਈਡ ਕਰਨ ਲਈ ਬੈਠੇ ਸੀਗੇ। ਉਹਨਾਂ ਨੇ ਖੁਦ ਇਸੇ ਫੀਲਡ ਦੇ ਹੀ ਸਾਨੂੰ ਇਸੇ ਫੀਲਡ 'ਚ ਪਾਇਆ, ਇਸ ਕਰਕੇ ਕਿ ਚਲੋ ਅਸੀਂ ਹੈਗੇ ਆ ਨਾਲ, ਜਦ ਤੱਕ ਅਸੀਂ ਰਵਾਂਗੇ ਨਾਲ ਨਾਲ ਇਹਨਾਂ ਨੂੰ ਦੱਸਦੇ ਰਵਾਂਗੇ, ਗਾਈਡ ਕਰਦੇ ਰਵਾਂਗੇ। ਸੋ ਉਹੀ ਗੱਲ ਆ ਨਾ, ਜੇ ਬਾਹਰ ਕਲੱਬਸ ਆ, ਉਹਨਾਂ ਕੋਲ ਸਪੋਂਸਰਸ ਵੀ ਨੇ ਚੰਗੇ, ਜੇ ਉਹਨਾਂ ਨੂੰ
ਆਪਣੇ ਪੱਲਿਓਂ ਪੈਸੇ ਖਰਚਣ ਦੀ ਲੋੜ ਨਹੀਂ ਪੈਂਦੀ। ਵੇਖੋ ਸਿੱਧੀ ਜਿਹੜੀ ਗੱਲ ਆ ਵੀ ਉਹਨਾਂ ਦੀ ਕਿੱਟ ਤੋਂ ਲੈ ਕੇ ਉਹਨਾਂ ਦੀ ਹਰ ਇੱਕ ਚੀਜ਼ ਨੂੰ ਉਹ ਆਪ ਸਪੋਂਸਰ ਕਰਦੇ ਆ। ਸੋ ਉਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਆ। ਫਿਰ ਸਪੋਰਟਸ ਦੇ ਵਿੱਚ ਇੱਕ ਮੋਟੀਵੇਸ਼ਨ ਮਿਲਦੀ ਆ, ਬੰਦਾ ਤੁਰਿਆ ਰਹਿੰਦਾ ਆ। ਸਪੋਰਟਸ ਦੇ ਵਿੱਚ ਜਿਹੜਾ ਸਪੋਰਟਸ ਕਰੇ, ਮੈਨੂੰ ਲੱਗਦਾ ਉਹਦਾ ਇੱਕ ਏਮ ਹੋਣਾ ਬਹੁਤ ਜ਼ਰੂਰੀ ਕਿ ਮੈਂ ਉੱਥੋਂ ਤੱਕ ਪਹੁੰਚਣਾ। ਜਿਵੇਂ ਤੁਸੀਂ ਕਿਹਾ ਕਿ ਮੈਂ ਬਸ ਉੱਥੋਂ ਉਹੀ ਮੈਡਲ ਜਿੱਤਣਾ ਹੈਗਾ ਤੇ ਜਿੱਤਣਾ ਤਾਂ ਜਿੱਤਣਾ ਹੀ, ਔਰ ਜਿੱਤਿਆ ਤੁਸੀਂ, ਹੈ ਨਾ। ਮੈਂ ਅਕਸਰ ਕੁਛ ਪੇਰੈਂਟਸ ਨੂੰ ਜਾਂ ਕੁਛ ਇੱਦਾਂ ਵੀ ਸੁਣਿਆ ਹੈਗਾ ਕਿ ਫਲਾਣੇ ਦਾ ਮੁੰਡਾ ਖੇਡਦਾ ਹੈਗਾ ਤੇ ਉਹਨਾਂ ਨੂੰ ਸਲਾਹ ਦਿੱਤੀ ਜਾਂਦੀ, ਹਾਂ ਉਹਨੂੰ ਕਹੋ ਗੇਮ ਜਾਰੀ ਰੱਖੇ, ਥੋੜੇ 3-4 ਸਰਟੀਫਿਕੇਟਸ ਮਿਲ ਜਾਣਗੇ ਤਾਂ ਜੌਬ ਸੌਖੀ ਮਿਲ ਜੂ। ਤਾਂ ਮੈਨੂੰ ਲੱਗਦਾ ਹੁੰਦਾ ਹੈ ਕਿ ਜੇ ਸਰਕਾਰਾਂ ਦੀ ਇਹ ਅਣਗਹਿਲੀ ਹੈ ਜਾਂ ਕਿਸੇ ਦਾ ਵੀ ਹੋਰ ਕਸੂਰ ਹੈ, ਤਾਂ ਕਿਤੇ ਕਿਤੇ ਲੋਕਾਂ ਦਾ ਵੀ ਕਸੂਰ ਹੈ ਕਿ ਸਿਰਫ ਜੌਬ ਲੈਣ ਤੱਕ ਨੂੰ ਲੈ ਕੇ ਜੌਬ ਤੇ ਦੈਟਸ ਇਟ। ਜੀ ਬਿਲਕੁਲ, ਮੇਨ ਵੇਖੋ ਲੋਕਾਂ ਦਾ ਵੀ ਕਸੂਰ ਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਿਰਫ ਇੰਨਾ ਕੁ ਟਾਰਗੇਟ ਚਾਹੀਦਾ ਆ ਸਾਨੂੰ, ਇੱਥੋਂ ਤੱਕ ਪਹੁੰਚ ਜਾਈਏ, ਉਦੋਂ ਬਾਅਦ 'ਚ ਅਸੀਂ ਬੱਚਿਆਂ ਨੂੰ ਕਹਿ ਦਾਂਗੇ ਕਿ ਕੋਟੇ ਰਾਹੀਂ ਤੂੰ ਜੌਬ ਲੈ ਲਾ। ਅਸੀਂ ਸਪੋਰਟਸ ਕਰਦੇ ਹਾਂ ਸਿਰਫ ਜੌਬ ਲੈਣ ਲਈ ਜਾਂ ਕੋਟਾ ਪਾਉਣ ਲਈ। ਮੇਨ ਗੱਲ ਇਹ ਹੈ ਜੇ ਤੁਹਾਡੇ ਟਾਰਗੇਟ ਹੀ ਓਡੇ ਕੁ ਹੋਣਗੇ ਤਾਂ ਫਿਰ ਤੁਸੀਂ ਉੱਥੇ ਤੱਕ ਹੀ ਸੀਮਤ ਰਹਿ ਜਾਓਗੇ। ਜੇ ਤੁਹਾਡੇ ਟਾਰਗੇਟ ਵੱਡੇ ਹੋਣਗੇ, ਜੇ ਤੁਸੀਂ ਸੋਚੋਗੇ ਕਿ ਹਾਂ ਭਾਈ ਮੈਂ ਆਪਣੇ ਬੱਚੇ ਨੂੰ ਉਸ ਲੈਵਲ ਤੱਕ ਪਹੁੰਚਾਉਣਾ ਹੈ, ਬੱਚੇ ਦੇ ਮਾਈਂਡ 'ਚੋਂ ਚੀਜ਼ਾਂ ਬਣਦੀਆਂ ਜਾਣਗੀਆਂ। ਜੇ ਛੋਟਾ ਬੱਚਾ ਹੈ ਤੁਸੀਂ ਉਹਦੇ ਦਿਮਾਗ 'ਚ ਜੋ ਚੀਜ਼ ਪਾ ਦੋਗੇ ਉਹ ਬਣਦੀ ਜਾਣੀ ਉੱਦਾਂ ਹੀ। ਜੇ ਤੁਸੀਂ ਇਹ ਸੋਚੋਗੇ ਕਿ ਅਸੀਂ ਸਿਰਫ ਇੱਥੋਂ ਤੱਕ ਕਰਨੀ ਆ, ਤੂੰ ਪੜ੍ਹੀ ਜਾ ਨਾਲ ਨਾਲ ਇੰਨਾ ਕੁ ਕਰ ਲਾ, ਉਦੋਂ ਬਾਅਦ 'ਚ ਕੋਟੇ 'ਚ ਤੂੰ ਆਪਣੀ ਪੇਪਰ ਦੇ ਲਈ, ਉਹ 'ਚ ਤੂੰ ਨਿਕਲ ਜਾਏਗਾ, ਫਿਰ ਉਹ ਚੀਜ਼ਾਂ ਬੱਚੇ ਦੇ ਮਾਈਂਡ 'ਚ ਵੀ ਉੱਦਾਂ ਬਣ ਜਾਂਦੀਆਂ। ਕਸੂਰ ਉੱਥੇ ਮਾਂ ਪਿਓ ਦਾ ਵੀ ਹੈ, ਓਨਾ ਹੀ ਕਸੂਰ ਮਾਂ ਪਿਓ ਦਾ। ਫਿਰ ਜੇ ਤੁਸੀਂ ਬੱਚੇ ਨੂੰ ਉਦੋਂ ਹੀ ਇਹ ਕਹਿੰਦੇ ਵੀ ਜੇ ਤੂੰ ਆਹ ਫੀਲਡ ਚੂਜ਼ ਕਰਨੀ ਹੈ ਇਹ ਚੂਜ਼ ਕਰ, ਜੇ ਤੂੰ ਉਹ ਫੀਲਡ ਚੂਜ਼ ਕਰਨੀ ਉਹ ਚੂਜ਼ ਕਰ, ਤੇ ਟਾਰਗੇਟ ਬਣਾ ਆਪਣੀ ਲਾਈਫ ਦੇ ਵਿੱਚ। ਕਿਉਂਕਿ ਮੈਨੂੰ ਚੇਤਾ ਜਦੋਂ ਮੈਂ +1 'ਚ ਅਸੀਂ CBSE ਸਕੂਲ 'ਚ ਪੜ੍ਹੇ ਹਾਂ, ਵਧੀਆ ਸਕੂਲ 'ਚ ਪੜ੍ਹੇ ਸੀ, ਹਰਕ੍ਰਿਸ਼ਨ ਸਕੂਲ ਪੜ੍ਹਦੇ ਰਹੇ, ਤੇ ਉੱਥੇ ਮੇਰੇ ਫਾਦਰ ਸਾਹਿਬ ਨੇ +1 'ਚ ਮੈਨੂੰ ਕਿਹਾ ਵੀ ਤੂੰ ਹੁਣੇ ਸੋਚ ਲੈ ਕਿ ਜੇ ਕਮਰਸ ਕਰਨੀ ਹੈ ਕਮਰਸ ਕਰ ਲਾ, ਆਰਟਸ ਕਰਨੀ ਆਰਟਸ ਕਰ ਲਾ, ਕਿਉਂਕਿ ਦੋਵੇਂ ਕੰਮ ਨਹੀਂ ਇਕੱਠੇ ਹੋਣੇ। ਮੈਂ ਕਿਹਾ ਠੀਕ ਹੈ ਮੈਂ ਆਰਟਸ ਹੀ ਕਰ ਲੈਂਦੀ ਹਾਂ, ਕਿਉਂਕਿ ਟਾਰਗੇਟ ਹੀ ਸਾਡਾ ਲਾਈਫ ਦਾ ਇਹ ਹੀ। ਉਸ ਤੋਂ ਬਾਅਦ ਗ੍ਰੈਜੂਏਸ਼ਨ ਕੀਤੀ, ਗ੍ਰੈਜੂਏਸ਼ਨ ਤੋਂ ਬਾਅਦ ਟਾਈਮ ਨਹੀਂ ਹੀ ਮਿਲਣਾ, ਕਿਉਂਕਿ ਆਪਣੇ ਇੱਥੇ ਐਜੂਕੇਸ਼ਨ ਸਿਸਟਮ ਹੀ ਇੱਦਾਂ ਦਾ ਆ ਕਿ ਅਸੀਂ ਸਪੋਰਟਸ ਦੇ ਨਾਲ ਨਾਲ ਸਟੱਡੀ ਨੂੰ ਉਨਾ ਟਾਈਮ ਨਹੀਂ ਦੇ ਸਕਦੇ। ਇਹ ਗੱਲਾਂ ਸਿਰਫ ਗੱਲਾਂ 'ਚ ਹੀ ਚੰਗੀਆਂ ਲੱਗਦੀਆਂ, ਫਿਲਮਾਂ 'ਚ ਚੰਗੀਆਂ ਲੱਗਦੀਆਂ ਕਿ ਤੁਸੀਂ ਸਪੋਰਟਸ ਦੇ ਨਾਲ ਨਾਲ ਸਟੱਡੀ ਪਰਸਿਊ ਕਰ ਸਕਦੇ। ਬੜਾ ਔਖਾ ਕੰਮ ਆ, ਸਵੇਰ ਨੂੰ ਟ੍ਰੇਨਿੰਗ ਕਰਕੇ ਉਦੋਂ ਬਾਅਦ 'ਚ ਆ ਕੇ ਕਿਤਾਬ ਫੜਨੀ ਓਨਾ ਹੀ ਔਖਾ ਲੱਗਦਾ ਕਿ ਟ੍ਰੇਨਿੰਗ ਕਰਨੀ। ਫਿਰ ਸ਼ਾਮ ਨੂੰ ਇਹ ਟੈਨਸ਼ਨ ਹੁੰਦੀ ਆਪਾਂ ਡਾਈਟ ਵੀ ਉਸ ਤਰ੍ਹਾਂ ਦੀ ਲੈਣੀ ਜਿੰਨਾ ਉਸ ਟਾਈਮ ਦੇ ਵਿੱਚ ਰਿਕਵਰੀ ਹੋ ਜਾਏ, ਕਿਉਂਕਿ ਆਪਣੇ ਇੱਥੇ ਵੈਦਰ ਵੀ ਉੱਦਾਂ ਦਾ, ਠੰਡ 'ਚ ਇੰਨੀ ਠੰਡ ਹੋ ਜਾਂਦੀ ਆ, ਗਰਮੀ 'ਚ ਇੰਨੀ ਗਰਮੀ ਹੋ ਜਾਂਦੀ ਆ, ਕੋਈ ਇਨਡੋਰ ਆਪਣੇ ਕੋਲ ਫੈਸਿਲਿਟੀਜ਼ ਵੀ ਨਹੀਂ ਹੈਗੀਆਂ ਕਿ ਅਸੀਂ ਉੱਥੇ ਟ੍ਰੇਨਿੰਗ ਕਰ ਸਕੀਏ। ਸੋ ਸਵੇਰੇ ਟ੍ਰੇਨਿੰਗ, ਉਸ ਤੋਂ ਬਾਅਦ ਡਾਈਟ ਖਾਣੀ, ਫਿਰ ਦੁਪਹਿਰੇ ਰੈਸਟ ਕਰਨੀ ਵੀ ਉਨੀ ਜ਼ਰੂਰੀ। ਸਾਨੂੰ ਪਤਾ ਅਸੀਂ ਫੋਨ ਫਾਨ ਇੱਕ ਸਾਈਡ 'ਤੇ ਸੁੱਟ ਕੇ ਤੇ 2-3 ਘੰਟੇ ਅਸੀਂ ਰੈਸਟ ਕਰਨੀ ਹੁੰਦੀ ਆ ਵੀ ਆਪਣਾ ਸ਼ਾਮ ਦੀ ਟ੍ਰੇਨਿੰਗ ਕਰਨੀ ਆ, ਉਹਦੇ ਲਈ ਅਸੀਂ ਪ੍ਰੀਪੇਅਰ ਹੋ ਸਕੀਏ, ਕਿਉਂਕਿ ਜੇ ਐਨਰਜੀ ਨਹੀਂ ਹੋਊਗੀ ਅਸੀਂ ਕਿੱਦਾਂ ਕਰਾਂਗੇ। ਸੋ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਆ। ਫਿਰ ਉੱਥੇ ਮੇਰੇ ਖਿਆਲ ਨਾਲ ਕਿ ਜੇ ਮਾਂ ਪਿਓ ਆਪਣੇ ਬੱਚਿਆਂ ਨੂੰ ਗੋਲ ਸ਼ੁਰੂ ਤੋਂ ਹੀ ਦੱਸ ਦੇਣਗੇ ਕਿ ਤੁਹਾਡੇ ਆਹ ਗੋਲ ਆ, ਤੁਸੀਂ ਵਧੀਆ ਅਚੀਵ ਕਰੋ, ਤੇ ਫਿਰ ਉਹ ਚੀਜ਼ਾਂ ਉਹਨਾਂ ਦੇ ਦਿਮਾਗ 'ਚ ਵੀ ਉਸ ਤਰ੍ਹਾਂ ਹੀ ਬਣਦੀਆਂ ਜਾਣਗੀਆਂ। ਸੋ ਮਾਂ ਪਿਓ ਦਾ ਵੀ ਉਹਨਾਂ ਹੀ ਕਸੂਰ ਆ। ਸਹੀ ਗੱਲ ਹੈ। ਨਵਜੀਤ, ਜਿੱਦਾਂ ਕੋਈ ਬਹੁਤ ਵਧੀਆ ਖਿਡਾਰੀ ਆ ਤਾਂ ਰੱਬ ਨਾ ਕਰੇ ਉਹਨੂੰ ਕੋਈ ਇਹੋ ਜਿਹੀ ਪ੍ਰੋਬਲਮ ਆ ਜਾਂਦੀ ਆ ਕਿ ਉਹਨੂੰ ਆਪਣੀ ਖੇਡ ਬੰਦ ਕਰਨੀ ਪੈਂਦੀ ਆ, ਤਾਂ ਉਹਦੇ ਵਾਸਤੇ ਕੀ ਕੋਈ ਸਰਕਾਰ ਦੇ ਇਹੋ ਜਿਹੇ ਰੂਲਸ ਹੈਗੇ ਆ ਕਿ ਉਹਨੂੰ ਸਾਰੀ ਉਮਰ ਲਈ ਮਤਲਬ ਕਮਾਈ ਦਾ ਕੋਈ ਸਾਧਨ ਮਿਲ ਜੇ, ਜਾਂ ਉਹਨੂੰ ਕੁਛ ਉਹਦੀ ਦੇਖਭਾਲ ਕੀਤੀ ਜਾਂਦੀ ਹੈ ਕਿ ਉਹ ਵੀ ਨਹੀਂ ਇਸ ਤਰ੍ਹਾਂ ਦਾ ਜੇ ਕੁਛ ਨਹੀਂ ਹੈਗਾ। ਇੱਦਾਂ ਜ਼ਰੂਰ ਆ ਕਿ ਜੇ ਕੋਈ ਏਸ਼ੀਅਨ ਗੇਮਸ ਜਾਂ ਕਾਮਨਵੈਲਥ ਗੇਮਸ ਦੇ ਵਿੱਚ ਮੈਡਲਿਸਟ ਨੇ ਤੇ ਉਹਨਾਂ ਨੂੰ ਜਿੱਦਾਂ ਸਾਰੀ ਲਾਈਫ ਲਈ ਪੈਨਸ਼ਨ ਮਿਲਦੀ ਆ, ਪਰ ਪੈਨਸ਼ਨ ਵੀ ਕਿੰਨੀ ਬਹੁਤ ਘੱਟ ਮਿਲਦੀ ਆ। ਮੇਰੇ ਮਦਰ ਦੀ ਪੈਨਸ਼ਨ ਲੱਗੀ ਆ, ਪਰ ਉਹ ਵੀ ਜੇ ਉਹ ਵੀ ਪੈਨਸ਼ਨ ਉਨੀ ਕੁ ਹੋਊਗੀ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ 5, 6, 7, 8 ਹਜ਼ਾਰ ਕਿੰਨਾ ਕੁ ਆ ਅੱਜ ਕਿ ਬੰਦਾ ਮਹੀਨਾ ਕਿੱਦਾਂ ਕੱਢੂਗਾ ਇੰਨੇ ਕੁ। ਸੋ ਉਹ ਪੈਨਸ਼ਨ ਵੀ ਥੋੜ੍ਹੀ ਵੱਧ ਹੋਣੀ ਚਾਹੀਦੀ ਤਾਂ ਕਿ ਉਹਨਾਂ ਦੀ ਲਾਈਫ ਦੇ ਵਿੱਚ ਉਹਨਾਂ ਨੂੰ ਈਜ਼ੀ ਰਹੇ ਕਿ ਕੱਲ੍ਹ ਨੂੰ ਜੇ ਉਹਨਾਂ ਕੋਲ ਜੋਬ ਨਹੀਂ ਹੈਗੀ ਜਾਂ ਕੋਈ ਹੋਰ ਪ੍ਰੋਬਲਮ ਆ ਤੇ ਉਹਨਾਂ ਲਈ ਉਹ ਚੀਜ਼ਾਂ ਈਜ਼ੀ ਹੋ ਜਾਣ, ਵੀ ਉਹਨਾਂ ਦੀ ਮਤਲਬ ਉਹਨਾਂ ਨੂੰ ਐਂ ਨਾ ਲੱਗੇ ਕਿ ਮੈਂ ਆਪਣੀ ਲਾਈਫ 'ਚ ਕਦੀ ਕੁਛ ਕੀਤਾ ਨਹੀਂ ਸੀ। ਵੀ ਮੈਡਲ ਕਈ ਤੁਸੀਂ ਵੇਖੋ ਵੀ ਕਈਆਂ ਦੇ ਮੈਡਲ ਵਿਚਾਰਿਆਂ ਦੇ ਟੰਗੇ ਰਹਿ ਜਾਂਦੇ ਆ, ਕਿੰਨਾ ਬੁਰਾ ਲੱਗਦਾ ਉਹਨਾਂ ਨੂੰ ਵੇਖ ਕੇ। ਸਾਨੂੰ ਡਰ ਲੱਗਦਾ ਕਿ ਕੱਲ੍ਹ ਨੂੰ ਸਾਡੀ ਨਾ ਇਹੋ ਜਿਹੀ ਸਥਿਤੀ ਹੋ ਜਾਏ। ਫਿਰ ਉਹ ਚੀਜ਼ਾਂ ਮੇਰੇ ਖਿਆਲ ਨਾਲ ਗੌਰਮੈਂਟ ਨੂੰ ਉੱਥੇ ਵੀ ਕੰਮ ਕਰਨਾ ਚਾਹੀਦਾ ਹੈ ਕਿ ਉਹਨਾਂ ਦੀ ਪੈਨਸ਼ਨ ਥੋੜ੍ਹੀ ਵਧਾਉਣੀ ਚਾਹੀਦੀ ਹੈ, ਜਿਨ੍ਹਾਂ ਨਾਲ ਉਹਨਾਂ ਨੂੰ ਈਜ਼ੀ ਹੋ ਜਾਏ ਆਪਣੀ ਲਾਈਫ ਬਿਤਾਉਣੀ। ਚਲੋ ਹਰ ਇੱਕ ਮਾਂ ਪਿਓ ਆਪਣੇ ਬੱਚਿਆਂ ਲਈ ਵਧੀਆ ਕਰਨ ਦੀ ਕੋਸ਼ਿਸ਼ ਵੀ ਕਰਦਾ ਆ, ਪਰ ਕਈ ਵਾਰ ਸਿਚੁਏਸ਼ਨ ਮਹਾਰਾਜ ਨਾ ਕਰੇ ਇਹੋ ਜਿਹੀ ਬਣ ਜਾਂਦੀ ਆ, ਨਹੀਂ ਪਤਾ ਲੱਗਦਾ। ਅਤੇ ਜਿਹੜੇ ਕਾਬਿਲ ਹੈ ਖਿਡਾਰੀ, ਜਿੱਦਾਂ ਤੁਸੀਂ ਹੁਣ ਇੰਟਰਨੈਸ਼ਨਲ ਲੈਵਲ 'ਤੇ ਤੁਸੀਂ ਮੈਡਲ ਜਿੱਤਿਆ ਸਾਰਾ, ਤਾਂ ਜਿਹੜੇ ਵੀ ਇੱਦਾਂ ਪਲੇਅਰਸ ਹੁੰਦੇ ਆ ਉਹਨਾਂ ਨੂੰ ਆਪਣੀ ਸਰਕਾਰ ਜਾਂ ਜੋਬ ਮਿਲਦੀਆਂ ਆਪਣੇ ਉਹਨਾਂ ਦੇ ਲੈਵਲ ਦੀਆਂ? ਜੇ ਮੈਂ ਪੁੱਛਾਂ ਤਾਂ ਵੇਖੋ ਜੋਬਸ ਬੜੀਆਂ ਔਖੀਆਂ ਹੋ ਗਈਆਂ ਅੱਜ ਕੱਲ੍ਹ ਮਿਲਣੀਆਂ। ਐਵੇਂ ਕਹੀਏ ਕਿ ਮੈਂ ਆਪ ਇਨਕਮ ਟੈਕਸ 'ਚ ਨਹੀਂ ਕਰਨੀ ਆ ਜੋਬ। ਸੋ ਅਸੀਂ ਬੜੀ ਕੋਸ਼ਿਸ਼ ਕੀਤੀ ਸੀ ਕਿ ਸਾਡੀ ਪੰਜਾਬ ਦੇ ਵਿੱਚ ਜੋਬ ਲੱਗ ਜਾਏ, ਉਹਦੇ ਲਈ ਸਾਨੂੰ ਭੱਜਣਾ ਨੱਠਣਾ ਵੀ ਬੜਾ ਪਿਆ। ਇਹਨਾਂ ਸਰਕਾਰਾਂ ਨੇ ਰੂਲ ਹੀ ਇੱਦਾਂ ਦੇ ਕੱਢਤੇ ਸੀ ਕਿ ਇਹਨਾਂ ਨੂੰ
ਕਿ ਵੇਖੋ ਕਈ ਵਾਰਾਂ ਕੀ ਹੁੰਦਾ ਆ ਕਿ ਜਿਹੜਾ ਮੇਨ ਬੰਦਾ ਹੁੰਦਾ ਆ ਉਹਨਾਂ ਨੂੰ ਪਤਾ ਹੁੰਦਾ ਆ ਕਿ ਇਸ ਮੈਡਲ ਦੀ ਕੀ ਵੈਲਿਊ ਆ। ਕਈ ਜਿਹੜੇ ਥੱਲੇ ਲੋਕ ਬੈਠੇ ਆ ਜਿਹੜੇ IPS ਜਾਂ IAS ਇਹਨਾਂ ਨੂੰ ਲੱਗਦਾ ਆ ਕਿ ਇਹਨਾਂ ਨੂੰ ਪਲੇਅਰਾਂ ਨੂੰ ਇੰਨੇ ਪੈਸਿਆਂ ਦੀ ਕੀ ਲੋੜ ਆ। ਵੀ ਲੋੜ ਕਿਉਂ ਨਹੀਂ ਆ, ਤੁਸੀਂ ਗਰਾਊਂਡ 'ਚ ਆ ਕੇ ਉਹਦੀ ਟ੍ਰੇਨਿੰਗ ਕਰਕੇ ਵੇਖੋ। ਅਸੀਂ ਮੰਨਦੇ ਆ ਭਾਈ ਹਰ ਇੱਕ ਬੰਦਾ ਸਟੱਡੀ ਕਰਕੇ ਹਾਰਡ ਵਰਕ ਕਰਕੇ ਉਹ ਲੈਵਲ ਤੱਕ ਪਹੁੰਚਦਾ ਆ, ਪਰ ਅਸੀਂ ਜੇ ਸਟੱਡੀ ਕਰਨ ਲੱਗ ਪਈਏ ਅਸੀਂ ਵੀ ਸ਼ਾਇਦ ਉਨਾ ਵਧੀਆ ਪੜ੍ਹ ਲਈਏ ਜੇ ਅਸੀਂ ਗੇਮ ਕਰ ਸਕਦੇ, ਸਵੇਰੇ ਸ਼ਾਮ ਗਰਾਊਂਡ ਜਾ ਸਕਦੇ ਹਾਂ, ਅਤੇ ਸਾਡੇ ਲਈ ਸਟੱਡੀ ਕਰਨਾ ਕਿਹੜਾ ਔਖਾ ਆ। ਫਿਰ ਉਹ ਚੀਜ਼ਾਂ ਅਸੀਂ ਆਪਣੇ ਫੀਲਡ 'ਚ ਚੰਗੇ, ਤੁਸੀਂ ਆਪਣੇ ਫੀਲਡ 'ਚ ਚੰਗੇ ਸੀ ਤਾਂ ਕਰਕੇ ਤੁਸੀਂ ਉਹ ਲੈਵਲ ਤੱਕ ਪਹੁੰਚ ਗਏ। ਹੁਣ ਜੇ ਅਸੀਂ ਆਪਣੇ ਫੀਲਡ 'ਚ ਉਹਨਾਂ ਵਧੀਆ ਕਰਨੇ ਆ, ਕੋਈ ਓਲੰਪਿਕ ਗੋਲਡ ਮੈਡਲਿਸਟ ਆ ਜਾਂ ਓਲੰਪਿਕ ਬ੍ਰੌਂਜ਼ ਮੈਡਲਿਸਟ ਆ, ਉਹਨਾਂ ਦੇ PPS ਤੇ PCS ਦੇ ਵਿੱਚ ਜੋਬ ਲੈਣ 'ਚ ਪ੍ਰੋਬਲਮ ਕੀ ਆ? ਇਸ ਚੀਜ਼ 'ਤੇ ਵੀ ਲੋਕਾਂ ਨੇ ਕਈ ਪ੍ਰੋਬਲਮ ਚੁੱਕੀਆਂ, ਬੜੇ ਲੋਕਾਂ ਨੇ ਉਂਗਲ ਚੁੱਕੀ ਕਿ ਇਹਨਾਂ ਨੂੰ ਤੁਸੀਂ ਕਿਉਂ ਜੋਬ ਦੇਣ ਦੇ, ਸਟੱਡੀ ਕਰਕੇ ਅਸੀਂ ਇਸ ਜਗ੍ਹਾ 'ਤੇ ਲੱਗੇ ਹਾਂ। ਕਈ ਮੈਂ ਆਪ ਆਪਣੀ ਅੱਖੀਂ ਜਗ੍ਹਾ ਇਹ ਚੀਜ਼ਾਂ ਵੇਖੀਆਂ। ਸੋ ਇਹ ਅਸੀਂ ਜਦੋਂ ਮਿਹਨਤ ਕਰਦੇ ਹਾਂ ਗਰਾਊਂਡ ਦੇ ਵਿੱਚ, ਅਸੀਂ ਆਪਣੇ ਦੇਸ਼ ਦਾ ਨਾਮ ਉੱਚਾ ਕਰਦੇ ਕਿ ਅਸੀਂ ਇੰਨੇ ਕਾਬਲ ਨਹੀਂ ਹੈਗੇ ਕਿ ਅਸੀਂ ਕੱਲ੍ਹ ਨੂੰ DSP ਜਾਂ ਕਿਤੇ SDM ਲੱਗ ਜਾਈਏ। ਵੀ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਉੱਥੇ। ਫਿਰ ਇਹਨਾਂ ਨੇ ਪਾਲਿਸੀਆਂ ਕੱਢੀਆਂ, ਫਿਰ ਅਸੀਂ ਵੀ ਬਹੁਤ ਭੱਜ ਨੱਠ ਕੀਤੀ ਇਸ ਚੀਜ਼ ਪਿੱਛੇ, ਪਰ ਚਲੋ ਜੋ ਕਿਸਮਤ 'ਚ ਹੁੰਦਾ ਬੰਦੇ ਨੂੰ ਉਹ ਮਿਲਦਾ ਆ। ਪਰ ਇਹ ਗੱਲ ਦਾ ਗਿਲਾ ਜ਼ਰੂਰ ਰਹੂਗਾ ਸਾਰੀ ਉਮਰ ਕਿ ਜਦੋਂ ਤੁਸੀਂ ਓਲੰਪਿਕ ਮੈਡਲਿਸਟਾਂ ਨੂੰ, ਓਲੰਪਿਕ ਮੈਡਲਿਸਟ ਡਿਜ਼ਰਵ ਕਰਦੇ ਆ, ਜਦੋਂ ਏਸ਼ੀਅਨ ਗੇਮਾਂ ਦੇ ਗੋਲਡ ਅਤੇ ਸਿਲਵਰ ਨੂੰ ਤੁਸੀਂ ਜੋਬ ਦੇਂਦੇ ਜੇ ਅਤੇ ਉੱਥੇ ਬ੍ਰੌਂਜ਼ ਮੈਡਲ ਨਹੀਂ ਹੈਗਾ। ਫਿਰ ਇਹ ਚੀਜ਼ ਅਸੀਂ ਜੋਬ ਲਈ ਭਰਿਆ ਸੀ, ਅਸੀਂ ਇਹਨਾਂ ਨਾਲ ਗੱਲਬਾਤ ਵੀ ਕੀਤੀ ਜਾ ਕੇ, ਪਰ ਸਾਨੂੰ ਉੱਥੇ ਉਹਨਾਂ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ ਕਿ ਤੁਹਾਡਾ ਮਤਲਬ ਤੁਹਾਡਾ ਬ੍ਰੌਂਜ਼ ਮੈਡਲ ਆ ਇਹ ਕ੍ਰਾਈਟੀਰੀਆ 'ਚ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਬ੍ਰੌਂਜ਼ ਮੈਡਲ ਨਹੀਂ ਆ। ਅਸੀਂ ਇੰਨੀ ਮਿਹਨਤ ਕਰਕੇ ਉਸ ਜਗ੍ਹਾ ਤੱਕ ਪਹੁੰਚੇ ਤੇ ਤੁਸੀਂ 1 ਮਿੰਟ 'ਚ ਹੀ ਇਹ ਚੀਜ਼ ਕਹਿ ਦਿੱਤੀ ਕਿ ਇਹ ਕਿਸ ਲੈਵਲ ਤੇ ਸੀਗਾ ਬ੍ਰੌਂਜ਼ ਮੈਡਲ? ਬਿਲਕੁਲ ਦੇਖਣ ਵਾਲੀ ਤੁਸੀਂ ਇਹ ਵੇਖੋ ਕਿ ਤੁਸੀਂ ਜਦੋਂ ਉਸ ਮੈਡਲ ਨੂੰ ਤੁਸੀਂ ਕੈਸ਼ ਅਵਾਰਡ ਦੇਣ ਦੇ ਜੇ, ਉਹਦੇ 'ਚ ਕੰਸੀਡਰ ਕਰਨ ਦੇ, ਤੇ ਫਿਰ ਜੋਬ 'ਚ ਕਿਉਂ ਨਹੀਂ ਕੰਸੀਡਰ ਕਰਨ ਦੇ? ਸੋ ਇਹ ਚੀਜ਼ਾਂ ਫਿਰ ਇੰਨੀਆਂ ਬੁਰੀਆਂ ਲੱਗਦੀਆਂ ਆ ਕਿ ਇੱਦਾਂ ਲੱਗਦਾ ਹੈ ਕਿ ਲਾਈਫ 'ਚ ਇੰਨਾ ਕੁਛ ਅਚੀਵ ਕਰਨ ਤੋਂ ਬਾਅਦ 'ਚ ਵੀ ਅਸੀਂ ਮਤਲਬ ਸਾਨੂੰ ਜਾਣਾ ਪੈਣ ਦਿਆ ਆ। ਜੋਬ ਸਾਨੂੰ ਮਿਲਣੀ ਚਾਹੀਦੀ ਆ ਅਤੇ ਸਾਨੂੰ ਖੁਦ ਨੂੰ ਜਾਣਾ ਪੈਣ ਦਿਆ। ਫਿਰ ਇਹ ਚੀਜ਼ਾਂ ਸਾਡਾ ਜਦੋਂ ਯੂਥ ਵੇਂਹਦਾ ਆ ਫਿਰ ਉਹਨਾਂ 'ਤੇ ਕੀ ਇੰਪੈਕਟ ਪੈਂਦਾ ਆ, ਉਹਨਾਂ ਨੂੰ ਵੀ ਕਿੰਨਾ ਔਖਾ ਲੱਗਦਾ ਆ। ਉਹ ਸੋਚਦੇ ਆ ਕਿ ਯਾਰ ਇੰਨੇ ਲੈਵਲ ਤੱਕ ਪਹੁੰਚ ਕੇ ਵੀ ਇਹਨਾਂ ਨੂੰ ਇੰਨਾ ਭੱਜਣਾ ਪੈਣ ਦਿਆ। ਜਦੋਂ ਚੀਜ਼ਾਂ ਅਵੇਲੇਬਲ ਹੋਣਗੀਆਂ ਤੁਹਾਨੂੰ ਤੁਸੀਂ ਗੱਲ ਕਰੋਗੇ ਕਿ ਹਾਂ ਭਾਈ ਅਸੀਂ ਇਹਨਾਂ ਨੂੰ ਇਹ ਜੋਬ ਦੇਵਾਂਗੇ, ਇਹਨਾਂ ਦਾ ਇਹ ਲੈਵਲ ਹੈ, ਅਸੀਂ ਇਹਨਾਂ ਨੂੰ ਇਹ ਜੋਬ, ਤੁਸੀਂ ਇੱਕ ਪਾਲਿਸੀ ਬਣਾ ਦਿਓ ਪ੍ਰੋਪਰ ਕਿ ਜਿਹੜਾ ਬੰਦਾ ਇੱਥੋਂ ਤੱਕ ਪਹੁੰਚੂਗਾ ਉਹਨੂੰ ਅਸੀਂ ਆਹ ਜੋਬ ਦੇਵਾਂਗੇ, ਅਤੇ ਫਿਰ ਪ੍ਰੋਬਲਮ ਨਹੀਂ ਆਉਂਦੀ। ਫਿਰ ਅਗਲੇ ਜਿਹੜੇ ਆਉਣ ਵਾਲੇ ਸਾਡੇ ਜਨਰੇਸ਼ਨ ਆ ਉਹਨਾਂ ਨੂੰ ਲੱਗੂਗਾ ਕਿ ਅਸੀਂ ਵੀ ਮਿਹਨਤ ਕਰਾਂਗੇ ਅਤੇ ਹਾਂ ਅਸੀਂ ਵੀ ਉਹ ਜੋਬ ਨੂੰ ਅਚੀਵ ਕਰ ਲਾਂਗੇ, ਸਾਡਾ ਆਹ ਰੁਤਬਾ ਹੋਊਗਾ। ਫਿਰ ਇਸੇ ਕਰਕੇ ਤਾਂ ਲੋਕ ਇਸ ਫੀਲਡ ਵੱਲ ਆਉਣਗੇ। ਹੁਣ ਬੱਚੇ ਨੂੰ ਕੋਈ ਨਾ ਕੋਈ ਲਾਲਚ ਦਿਓਗੇ ਤੇ ਤਾਂ ਹੀ ਉਹ ਮਿਹਨਤ ਕਰੂਗਾ। ਫਿਰ ਇਹ ਲਾਲਚ ਵੀ ਨਹੀਂ, ਇਹ ਸਾਡੀ ਮਿਹਨਤ ਆ, ਇਹ ਸਾਡਾ ਹੱਕ ਆ। ਫਿਰ ਇਹ ਜਦੋਂ ਇਹ ਚੀਜ਼ਾਂ ਪਿੱਛੇ ਜਾਂਦੀਆਂ ਫਿਰ ਬੰਦੇ ਦਾ ਬੜਾ ਦਿਲ ਟੁੱਟਦਾ। ਪਰ ਅਸੀਂ ਆਪਣੇ ਦੇਸ਼ ਦਾ, ਆਪਣੇ ਸੂਬੇ ਦਾ, ਆਪਣੇ ਪੰਜਾਬ ਦਾ ਨਾਮ ਇੱਦਾਂ ਹੀ ਰੋਸ਼ਨ ਕਰਦੇ ਰਹਾਂਗੇ, ਭਾਵੇਂ ਸਾਨੂੰ ਜਿੰਨੀਆਂ ਮਰਜ਼ੀ ਠੋਕਰਾਂ ਵੱਜਣ, ਅਸੀਂ ਗਿਵ ਅਪ ਨਹੀਂ ਕਰਾਂਗੇ। ਵੇਖੋ ਸਾਡਾ ਵੀ ਬੜਾ ਜੀਅ ਕਰਦਾ ਕਿ ਅਸੀਂ ਛੱਡ ਕੇ ਹਰਿਆਣੇ ਚੱਲ ਜਾਈਏ, ਉੱਥੇ ਪਾਰਟੀਸਪੇਟ ਕਰੀਏ, ਪਰ ਜਿਹੜਾ ਸਾਡਾ ਜ਼ਮੀਰ ਆ ਉਹ ਇਜਾਜ਼ਤ ਨਹੀਂ ਦਿੰਦਾ ਇਸ ਚੀਜ਼ ਦਾ। ਸਾਨੂੰ ਬੜਾ ਪਹਿਲਾਂ ਮੇਰੇ ਫਾਦਰ ਸਾਹਿਬ ਨੂੰ ਵੀ ਕਿਹਾ ਵੀ ਤੂੰ ਛੱਡ ਕੇ ਤੁਸੀਂ ਹਰਿਆਣੇ ਚੱਲ ਜਾਓ, ਹਰਿਆਣੇ ਜ਼ਮੀਨ ਲੈ ਲਓ, ਉੱਥੋਂ ਪਾਰਟੀਸਪੇਟ ਕਰੋ, ਪਰ ਜ਼ਮੀਰ ਨਹੀਂ ਮੰਨਦਾ। ਪੰਜਾਬ ਆ ਨਾ, ਪੰਜਾਬੀ ਆ, ਤੇ ਫਿਰ ਕਿੱਦਾਂ ਜਾ ਸਕਦੇ? ਗॉड ਬਲੈਸ ਯੂ। ਅਸੀਂ ਤਾਂ ਸਾਨੂੰ ਤੁਹਾਡੇ ਤੇ ਬਹੁਤ ਪ੍ਰਾਊਡ ਹੈ ਸੱਚੀ। ਥੈਂਕ ਯੂ। ਨਵਜੀਤ, ਹਰ ਪ੍ਰੋਫੈਸ਼ਨ ਦੇ ਵਿੱਚ ਹਰ ਕਿਤੇ ਪੋਲੀਟਿਕਸ ਹੁੰਦੀ ਆ, ਤਾਂ ਜਿੰਨਾ ਕਿ ਮੈਨੂੰ ਪਤਾ ਹੈ ਤੁਹਾਡੇ ਮਦਰ ਨਾਲ ਵੀ ਪੋਲੀਟਿਕਸ ਹੋਈ ਸੀਗੀ। ਉਹਨਾਂ ਦਾ ਐਨ ਮੌਕੇ 'ਤੇ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਮੇਰਾ ਟੀਮ 'ਚ ਨਾਮ ਹੀ ਹੈ ਨਹੀਂ, ਤਾਂ ਇਹ ਕੀ ਤੁਹਾਨੂੰ ਵੀ ਕਦੀ ਇਹੋ ਜਿਹਾ ਸਾਹਮਣਾ ਕਰਨਾ ਪਿਆ ਹੈ, ਜਾਂ ਫਿਰ ਉਹ ਮਦਰ ਵਾਲਾ ਕਿੱਦਾਂ ਸੀਨ ਹੋਇਆ ਸੀਗਾ? ਜੀ ਬਿਲਕੁਲ, ਇਹ ਚੀਜ਼ਾਂ ਜ਼ਿਆਦਾਤਰ ਜਿਹੜੀਆਂ ਟੀਮ ਗੇਮਸ 'ਚ ਜ਼ਿਆਦਾ ਹੁੰਦੀਆਂ ਸੀ। 82 ਦੀਆਂ ਏਸ਼ੀਅਨ ਗੇਮਸ ਦੇ ਵਿੱਚ ਮੇਰੇ ਮਦਰ ਟੈਸਟ ਮੈਚ ਦੇ ਵਿੱਚ ਸਾਰੇ ਥਾਂ 'ਤੇ ਮਤਲਬ ਪਾਰਟੀਸਪੇਟ ਕੀਤਾ ਸੀ। ਲਾਸਟ ਮੂਮੈਂਟ 'ਚ ਜਿੱਦਣ ਟੀਮ ਜਾਣੀ ਸੀ ਉਦੋਂ 1 ਦਿਨ ਪਹਿਲਾਂ ਉਹਨਾਂ ਨੂੰ ਪਤਾ ਲੱਗਾ ਸੀ ਕਿ ਉਹਨਾਂ ਦਾ ਨਾਮ ਨਹੀਂ ਹੈਗਾ। ਸੋ ਮੇਰੇ ਹਿਸਾਬ ਨਾਲ ਕਿ ਸ਼ਾਇਦ ਮੈਂ ਚੀਜ਼ ਕਦੀ ਉਹ ਆਪਣੀ ਲਾਈਫ 'ਚ ਫੇਸ ਕਰਦੀ ਅਤੇ ਮੈਂ ਬਹੁਤ ਜ਼ਿਆਦਾ ਨਿਰਾਸ਼ ਹੁੰਦੀ, ਬਹੁਤ ਜ਼ਿਆਦਾ, ਕਿਉਂਕਿ ਜਿਹੜੇ ਬੰਦੇ ਨੇ ਇੰਨੀ ਮਿਹਨਤ ਕੀਤੀ ਹੋਵੇ ਫਿਰ ਉਸ ਟਾਈਮ ਦੇ ਵਿੱਚ ਸਪੋਰਟਸ ਕਰਨੀ ਅਤੇ ਉਸ ਲੈਵਲ ਤੱਕ ਪਹੁੰਚਣਾ, ਫਿਰ ਇਹ ਚੀਜ਼ਾਂ ਜਦੋਂ ਉੱਥੇ ਆ ਗਿਆ ਇਹੋ ਜਿਹੀ ਪੋਲੀਟਿਕਸ ਖੇਡਦੇ ਆ ਫਿਰ ਬੜਾ ਦੁੱਖ ਹੁੰਦਾ ਆ। ਪਰ ਮੇਰੀ ਵੱਡੀ ਗੱਲ ਇਹੀ ਕਿ ਜਦੋਂ ਅਸੀਂ ਇਹ ਗੱਲ ਸੁਣਦੇ ਆਪਣੇ ਮਦਰ ਤੋਂ ਕਿ ਉਹਨਾਂ ਨੇ ਕਦੀ ਗਿਵ ਅਪ ਨਹੀਂ ਕੀਤਾ, 4 ਸਾਲ ਵੇਟ ਕੀਤੀ, ਮਿਹਨਤ ਉੱਦਾਂ ਹੀ ਜਾਰੀ ਰੱਖੀ, 86 ਦੀ ਏਸ਼ੀਅਨ ਗੇਮਾਂ ਦੇ ਵਿੱਚ ਪਾਰਟੀਸਪੇਟ ਨਹੀਂ ਕੀਤਾ, ਮੈਡਲ ਵੀ ਲਿਆ। ਸੋ ਇਹ ਚੀਜ਼ਾਂ ਜਦੋਂ ਦਿਮਾਗ 'ਚ ਆਉਂਦੀਆਂ ਆ ਫਿਰ ਸਾਡੀ ਲਾਈਫ 'ਚ ਜਿਹੜੀਆਂ ਛੋਟੀਆਂ ਮੋਟੀਆਂ ਚੀਜ਼ਾਂ ਉਹ ਬੜੀਆਂ ਛੋਟੀਆਂ ਰਹਿ ਜਾਂਦੀਆਂ। ਫਿਰ ਇਸੇ ਕਰਕੇ ਕਦੀ ਚਲੋ ਸਾਡੇ ਨਾਲ ਇਸੇ ਕਰਕੇ ਮੈਂ ਹਾਕੀ ਦੇ ਵਿੱਚ ਨਹੀਂ ਗਈ। ਮੈਨੂੰ ਹੀ ਕਿ ਮੈਂ ਨਹੀਂ ਚਾਹੁੰਦੀ ਕਿ ਮੇਰੀ ਲਾਈਫ 'ਚ ਕਦੀ ਪੋਲੀਟਿਕਸ ਹੋਵੇ। ਅਸੀਂ ਥੋੜ੍ਹੇ ਜਰਨ ਵਾਲੇ ਵੀ ਘੱਟ ਆ, ਫਿਰ ਤਾਂ ਕਰਕੇ ਅਸੀਂ ਇੰਡੀਵਿਜੂਅਲ ਗੇਮ 'ਚ ਆਏ ਕਿ ਆਪਣੀ ਮਿਹਨਤ ਕਰਾਂਗੇ, ਹਾਰਾਂਗੇ ਜਿੱਤਾਂਗੇ ਆਪਣੇ ਸਿਰ ਰਹੂਗਾ, ਵੀ ਕਿਸੇ 'ਤੇ ਬਲੇਮ ਨਹੀਂ ਕਰ ਸਕਦੇ ਅਸੀਂ। ਅਤੇ ਉਹਨਾਂ ਨਾਲ ਹੋਇਆ ਹੀ, ਅਸੀਂ ਚਲੋ ਵਧੀਆ ਰਹੇ ਕਿ ਅਸੀਂ ਇੰਡੀਵਿਜੂਅਲ ਗੇਮ 'ਚ ਆਏ। ਹਾਂ, ਇਹ ਵੀ ਸਹੀ ਹੈ। ਅਤੇ ਤੁਹਾਨੂੰ ਲੱਗਦਾ ਹੈ ਕਿ ਜਿੱਦਾਂ ਕ੍ਰਿਕਟ ਨੂੰ ਸਾਰੀਆਂ ਗੇਮਾਂ ਤੋਂ ਜ਼ਿਆਦਾ
ਹੱਲਾਸ਼ੇਰੀ ਦਿੱਤੀ ਜਾਂਦੀ, ਜੇ ਮੈਂ ਪੰਜਾਬੀ ਦੇ ਲਫ਼ਜ਼ 'ਚ ਕਹਾਂ। ਜੀ ਜੀ, ਮੇਨ ਪ੍ਰੋਬਲਮ ਹੀ ਇਹ ਆ ਕਿ ਐਂ ਕ੍ਰਿਕਟ ਦੇ ਵਿੱਚ ਤੁਸੀਂ ਐਂ ਹਿਸਾਬ ਲਾ ਲਓ ਕੰਪੀਟੀਸ਼ਨ ਵੀ ਘੱਟ ਆ। ਕਿੰਨੀਆਂ ਕੰਟਰੀਆਂ ਖੇਡਦੀਆਂ, 7 ਜਾਂ 8। ਮੈਨੂੰ ਖੁਦ ਨੂੰ ਕ੍ਰਿਕਟ ਨਹੀਂ ਪਸੰਦ, ਸੋ ਬਿਲਕੁਲ ਤੇ ਕ੍ਰਿਕਟ 'ਚ ਕੰਪੀਟੀਸ਼ਨ ਘੱਟ ਆ ਤੇ ਉਹਨਾਂ ਕੋਲ ਸਪਾਂਸਰ, ਚਲੋ ਉਹ ਕ੍ਰਿਕਟ ਨੇ ਆਪ ਬਣਾਏ ਆ, ਸਪਾਂਸਰ ਲੈਣਾ, ਪਬਲਿਸਿਟੀ ਜ਼ਿਆਦਾ ਹੋ ਗਈ ਉਹਨਾਂ ਚੀਜ਼ਾਂ ਦੀ, ਤਾਂ ਕਰਕੇ ਉਹਨਾਂ ਨੂੰ ਸਪਾਂਸਰ ਵੀ ਮਿਲ ਗਏ। ਕ੍ਰਿਕਟਸ 'ਤੇ ਇੰਨੀਆਂ ਮੂਵੀਜ਼ ਬਣਦੀਆਂ, ਐਥਲੈਟਿਕਸ 'ਤੇ ਨਹੀਂ ਬਣਦੀਆਂ। ਲੋਕਾਂ ਨੂੰ ਪਤਾ ਹੈ ਮਿਹਨਤ ਜ਼ਿਆਦਾ ਆ, ਹਾਰਡ ਵਰਕ ਜ਼ਿਆਦਾ। ਕਿੱਥੇ 7 ਕੰਟਰੀਆਂ ਪਾਰਟੀਸਪੇਟ ਕਰਨੀਆਂ, ਕਿੱਥੇ 220 ਕੰਟਰੀਆਂ ਪਾਰਟੀਸਪੇਟ ਕਰਨੀਆਂ, ਬੜਾ ਫਰਕ ਆ। ਮੈਨੂੰ ਵੀ ਨਹੀਂ ਪਤਾ ਕਿ 220 ਕੰਟਰੀਆਂ ਹੁੰਦੀਆਂ ਵੀ ਆ। ਜਦੋਂ ਮੈਂ ਜੂਨੀਅਰ ਵਰਲਡ ਖੇਡਣ ਗਈ ਤਾਂ ਮੈਂ ਆਪਣੇ ਕੋਚ ਜਿਹੜੇ ਨਾਲ ਹੀ ਉਹਨਾਂ ਨੂੰ ਕਿਹਾ, ਮੈਂ ਕਿਹਾ ਇੰਨੀਆਂ ਕੰਟਰੀਆਂ ਆਉਂਦੀਆਂ ਆ, ਕਹਿੰਦੇ ਤੂੰ ਆਪਣੇ ਪਾਰਟੀਸਪੈਂਟ ਵੇ। ਮੈਂ ਤਾਂ ਸੱਚੀ ਉਦੋਂ ਹੈਰਾਨ ਹੋ ਗਈ ਕਿ ਇੰਨੇ ਪਾਰਟੀਸਪੈਂਟ, ਇਹਨਾਂ ਦੇ ਵਿੱਚੋਂ ਮੈਡਲ ਲੈਣਾ ਬੜੀ ਵੱਡੀ ਪ੍ਰਾਪਤੀ ਆ। ਚਲੋ ਸ਼ਾਇਦ ਲੋਕਾਂ ਨੂੰ ਨਹੀਂ ਪਤਾ ਲੱਗਾ, ਪਰ ਆਪਣੇ ਆਪ ਨੂੰ ਬੜੇ ਮਨ ਨੂੰ ਸੈਟਿਸਫੈਕਸ਼ਨ ਸੀ ਕਿ 220 ਕੰਟਰੀਆਂ ਦੇ ਵਿੱਚ ਜਾ ਕੇ ਪਾਰਟੀਸਪੇਟ ਕੀਤਾ, ਫਿਰ ਉੱਥੇ ਮੈਡਲ ਲਿਆ। ਕੁਛ ਮੈਂ ਹੈਰਾਨ ਇਸ ਚੀਜ਼ ਦੇ ਆ ਕਿ ਆਪਣੇ ਬਾਹਰ ਵੀ ਲੋਕ ਇੰਨੇ ਬੈਠੇ ਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ USA ਕੁੜੀ ਆਈ, ਉਹਨੇ ਮੈਡਲ ਲਿਆ, ਕਿਸੇ ਨੂੰ ਪਤਾ ਹੀ ਨਹੀਂ ਸੀ ਕੁਛ। ਸੋ ਉਹ ਉੱਥੇ ਫਿਰ ਉਹਨਾਂ ਨੇ ਕੋਈ ਸਪੋਰਟ ਨਹੀਂ, ਜਾਂ ਚਲੋ ਤੁਸੀਂ ਆ ਕੇ ਇੱਕ ਵਾਰ ਮਿਲੋ, ਤੁਸੀਂ ਹੱਲਾਸ਼ੇਰੀ ਤੇ ਦਿਓ ਕਿ ਹਾਂ ਭਾਈ ਸਾਡੀ ਕੁੜੀ ਇੱਥੇ ਇੱਥੋਂ ਤੱਕ ਪਹੁੰਚੀ, ਉਹਨੇ ਆ ਕੇ ਇੱਥੇ ਮੈਡਲ ਲਿਆ। ਬੜੀਆਂ ਚੀਜ਼ਾਂ ਨੇ ਦਿਲ ਤੋੜਿਆ ਸੀ ਉਦੋਂ, ਪਰ ਚਲੋ ਅਸੀਂ ਕਦੀ ਛੱਡਿਆ ਨਹੀਂ, ਦਿਲ ਨਹੀਂ ਛੱਡਿਆ, ਅਸੀਂ ਲੱਗੇ ਰਹੇ। ਨਵਜੀਤ, ਐਜ਼ ਅ ਸਪੋਰਟਸ ਗਰਲ, ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਲਾਈਫ 'ਚ ਕੀ ਬਦਲਾਅ ਹੈ ਇਸ ਚੀਜ਼ ਦਾ, ਐਂਡ ਦੂਜੀਆਂ ਕੁੜੀਆਂ ਤੋਂ ਤੁਸੀਂ ਆਪਣੇ ਆਪ ਨੂੰ ਕਿੱਦਾਂ ਅਲੱਗ ਮੰਨਦੇ ਹੋ? ਜੀ, ਸਪੋਰਟਸ ਨੇ ਮੇਰੀ ਲਾਈਫ ਦੇ ਵਿੱਚ ਮੈਨੂੰ ਕਦੀ ਨਾ ਗਿਵ ਅਪ ਕਰਨ ਦਾ ਜਾਂ ਹਾਰ ਨੂੰ ਵੀ ਮੰਨਣ ਦਾ ਬੜਾ ਵਧੀਆ ਸਭ ਕੁਝ ਸਿਖਾਇਆ ਆ ਕਿ ਕੋਈ ਵੀ ਸਿਚੁਏਸ਼ਨ ਹੋਵੇ ਲਾਈਫ 'ਚ, ਕਦੀ ਵੀ ਕਿੱਦਾਂ ਦੀ ਵੀ ਸਿਚੁਏਸ਼ਨ ਬਣ ਜੇ, ਉਹਦੇ ਤੋਂ ਨਿਕਲਣਾ ਸ਼ਾਇਦ ਇੰਨਾ ਔਖਾ ਨਹੀਂ ਹੋਊਗਾ। ਕਿਉਂਕਿ ਜਦੋਂ ਅਸੀਂ ਹਾਰਦੇ ਹਾਂ ਜਾਂ ਜਿੱਤਦੇ ਹਾਂ, ਜਦੋਂ ਜਿੱਤਦੇ ਹਾਂ ਆਪਾਂ ਉਦੋਂ ਆਪਣੇ ਆਪ ਨੂੰ ਕਿੱਦਾਂ ਰੱਖਦੇ ਹਾਂ, ਆਪਾਂ ਨੂੰ ਹੰਬਲ ਰਹਿਣਾ ਆ ਜਾਂ ਕਿੱਦਾਂ ਰਹਿਣਾ ਆ, ਕਿੱਦਾਂ ਦੇ ਐਟਮੋਸਫੇਅਰ ਦੇ ਵਿੱਚ ਉੱਠਣਾ ਬਹਿਣਾ ਆ, ਉਹ ਚੀਜ਼ਾਂ ਸਿਖਾ ਦਿੰਦੀ ਆ ਸਪੋਰਟਸ। ਸੋ ਡਿਸਿਪਲਿਨ 'ਚ ਰਹਿ ਕੇ, ਸਿਰਫ ਟਾਰਗੇਟ ਇੱਕੋ ਚੀਜ਼ 'ਚ ਰੱਖ ਕੇ ਤੇ ਤੁਰੇ ਰਹਿਣਾ, ਕਿੱਦਾਂ ਉਸ ਲੈਵਲ ਨੂੰ ਅਚੀਵ ਕਰਨਾ। ਕਈ ਵਾਰ ਲੋਕਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਉਹਨੂੰ ਇਗਨੋਰ ਕਰਕੇ ਸਿਰਫ ਆਪਣੇ ਫੋਕਸਡ ਰਹਿਣਾ, ਇਹ ਚੀਜ਼ਾਂ ਨੇ ਬੜਾ ਕੁਝ ਸਿਖਾਇਆ ਆ ਸਪੋਰਟਸ ਨੇ ਮੈਨੂੰ ਮੇਰੀ ਲਾਈਫ ਦੇ ਵਿੱਚ। ਅਤੇ ਬਾਕੀ ਕੁੜੀਆਂ ਨਾਲੋਂ ਸ਼ਾਇਦ ਮੈਂ ਥੋੜ੍ਹੀ ਡਿਫਰੈਂਟ ਇਸ ਕਰਕੇ ਵੀ ਕੁਛ ਇੱਕ ਬਿਲਟ ਕਰਕੇ ਕਿ ਸਪੋਰਟਸ ਚੂਜ਼ ਹੀ ਇਹ ਕਰਕੇ ਕੀਤੀ ਸੀ ਕਿ ਚਲੋ ਥੋੜ੍ਹੇ ਅਲੱਗ ਦਿਖਾਂਗੇ ਸਾਰਿਆਂ ਨਾਲੋਂ। ਅਤੇ ਇਸ ਅਲੱਗ ਦਿਖਣ ਕਰਕੇ ਕਈ ਲੋਕਾਂ ਨੇ ਬੜੀਆਂ ਉਂਗਲਾਂ ਵੀ ਚੁੱਕੀਆਂ ਵੀ ਇਹ ਥੋੜ੍ਹੀ ਮੁੰਡਿਆਂ ਵਰਗੀ ਲੱਗਦੀ ਆ ਜਾਂ ਕਿੱਦਾਂ, ਕਿ ਭਾਈ ਮੈਨੂੰ ਮੇਰੇ ਮਾਂ ਪਿਓ ਨੇ ਪਾਲਿਆ ਮੁੰਡਿਆਂ ਵਾਂਗੂ ਆ, ਜੇ ਤੁਹਾਨੂੰ ਲੱਗਦਾ ਆ ਤਾਂ ਕੋਈ ਚੱਕਰ ਨਹੀਂ। ਸੋ ਬਾਕੀ ਇਹ ਆ ਕਿ ਛੋਟੀ ਛੋਟੀਆਂ ਚੀਜ਼ਾਂ ਨੂੰ ਲੈ ਕੇ ਇਗਨੋਰ ਕਰਨਾ ਜਾਂ ਜਿੱਦ ਨਾ ਕਰਨੀ, ਕੁਛ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਆ। ਸੋ ਵੱਡੀ ਗੱਲ ਇਹ ਹੁੰਦੀ ਆ ਕਿ ਤੁਸੀਂ ਕਿੱਦਾਂ ਦੇ ਪਰਿਵਾਰ ਤੋਂ ਬਿਲੋਂਗ ਕਰਦੇ ਜੇ, ਉਹ ਲਾਈਫ ਤੁਹਾਡੀ 'ਤੇ ਸਭ ਤੋਂ ਵੱਡਾ ਰੋਲ ਪਾਉਂਦੀ ਆ। ਤੁਹਾਡੇ ਮਾਂ ਪਿਓ ਨੇ ਤੁਹਾਨੂੰ ਕੀ ਸਿਖਾਇਆ ਆ, ਕਿੱਦਾਂ ਦਾ ਬਣਾਇਆ ਆ, ਉਹ ਜਿਹੜਾ ਤੁਹਾਡਾ ਰੂਪ ਆ ਉਹ ਸਾਰਿਆਂ ਨੂੰ ਦੇਖਦਾ ਆ। ਸੋ ਸਪੋਰਟਸ ਨੇ ਵੱਡੀ ਚੀਜ਼ ਇਹ ਸਿਖਾਈ ਆ ਕਿ ਕਦੀ ਲਾਈਫ ਦੇ ਵਿੱਚ ਹਾਰ ਨਹੀਂ ਮੰਨਣੀ, ਸਿਚੁਏਸ਼ਨ ਕਿੱਦਾਂ ਦੀ ਵੀ ਹੋਵੇ ਉਹ ਤੋਂ ਨਿਕਲਣਾ ਕਿੱਦਾਂ ਆ। ਸੋ ਡਿਸਿਪਲਿਨਡ ਰਹਿਣਾ, ਇਹਨਾਂ ਚੀਜ਼ਾਂ ਦਾ ਬੜਾ ਵੱਡਾ ਰੋਲ ਰਿਹਾ ਆ ਮੇਰੀ ਲਾਈਫ 'ਤੇ। ਬਿਲਕੁਲ। ਤੁਸੀਂ ਪੰਜਾਬ ਨੂੰ, ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਹੋ, ਹੈ ਨਾ? ਤਾਂ ਮੈਂ ਜ਼ਰੂਰ ਇਹ ਗੱਲ ਕਰਨੀ ਚਾਹੂੰਗੀ ਤੁਹਾਡੇ ਨਾਲ ਕਿ ਜੋ ਅੱਜ ਕੱਲ੍ਹ ਪੰਜਾਬ ਦੇ ਹਾਲਾਤ ਆ, ਗੈਂਗਸਟਰ ਹਾਵੀ ਹੋਏ ਆ, ਕਤਲ ਹੋ ਰਹੇ ਆ ਜਾਂ ਕੁਛ, ਤੁਸੀਂ ਇਹਦੇ ਬਾਰੇ ਕੁਛ ਕਹਿਣਾ ਚਾਹੋਗੇ? ਜੀ ਬਿਲਕੁਲ। ਅੱਜ ਕੱਲ੍ਹ ਦਾ ਮਾਹੌਲ ਆ, ਇਹਨਾਂ ਚੀਜ਼ਾਂ ਨੂੰ ਵੇਖ ਕੇ ਡਰ ਵੀ ਬੜਾ ਲੱਗਦਾ ਆ ਅਤੇ ਸੋਚ ਕੇ ਵੀ ਹੈਰਾਨੀ ਹੁੰਦੀ ਆ ਕਿ ਕਦੀ ਸੋਚਿਆ ਹੀ ਨਹੀਂ ਕਿ ਪੰਜਾਬ ਵਰਗੇ ਸੂਬੇ 'ਤੇ ਵੀ ਇੱਦਾਂ ਦੇ ਹਾਲਾਤ ਪੈਦਾ ਹੋ ਜਾਣਗੇ। ਸੋ ਮੈਂ ਖੁਦ ਬੜੀ ਹੈਰਾਨ ਆ ਇਹਨਾਂ ਚੀਜ਼ਾਂ ਨੂੰ ਵੇਖ ਕੇ। ਜਿੱਦਾਂ ਹੁਣ ਸਿੱਧੂ ਮੂਸੇਵਾਲੇ ਨਾਲ ਜਿੱਦਾਂ ਵੀ ਹੋਇਆ ਆ, ਇਹ ਬਹੁਤ ਹੀ ਮਾੜਾ, ਇਹਦੇ ਵਿੱਚ ਉਹਦਾ ਆਪਣਾ ਕੋਈ ਕਸੂਰ ਨਹੀਂ। ਕਈ ਲੋਕ ਕਹਿੰਦੇ ਆ ਕਿ ਜਿਹੜੇ ਸਿੰਗਰ ਆ ਉਹ ਗੈਂਗਸਟਰ ਨੂੰ ਪ੍ਰਮੋਟ ਕਰਦੇ ਆ। ਕੋਈ ਸਿੰਗਰ ਕਿੱਦਾਂ ਗੈਂਗਸਟਰ ਨੂੰ ਪ੍ਰਮੋਟ ਕਰ ਦਊਗਾ? ਜੇ ਤੁਹਾਡੀ ਪਰਵਰਿਸ਼ ਚੰਗੀ ਹੋਊਗੀ, ਉਹ ਆਪ ਆਪਣੇ ਮੂੰਹ ਇੰਨੀਆਂ ਗੱਲਾਂ ਕਹਿੰਦਾ ਸੀ ਕਿ ਮੇਰੇ ਮਾਂ ਪਿਓ ਨੇ ਮੈਨੂੰ ਨਹੀਂ ਹੀ ਸਿਖਾਇਆ ਕਿ ਕਿਸੇ ਨੂੰ ਗੋਲੀ ਮਾਰਨੀ ਜਾਂ ਕਿੱਦਾਂ, ਮੈਂ ਕਦੀ ਕਿਸੇ 'ਤੇ ਕਦੀ ਗੋਲੀ ਚਲਾਈ ਨਹੀਂ। ਫਿਰ ਇਹੋ ਜਿਹੇ ਬੰਦੇ ਨੂੰ ਤੁਸੀਂ ਕਿੱਦਾਂ ਸੋਚ ਲਓਗੇ ਕਿ ਉਹ ਗੈਂਗਸਟਰ ਨੂੰ ਪ੍ਰਮੋਟ ਕਰਦਾ? ਅਸੀਂ ਉਹਦੇ ਗਾਣਿਆਂ ਨੂੰ ਹਮੇਸ਼ਾ ਮੋਟੀਵੇਸ਼ਨਲ ਲੈ ਕੇ ਚੱਲਿਆ। ਜੇ ਤੁਸੀਂ ਜੋ ਚੀਜ਼ਾਂ ਸੁਣਦੇ ਜੇ ਤੁਸੀਂ ਆਪਣੇ ਟਾਰਗੇਟ ਨੂੰ ਮੰਨ ਕੇ ਚੱਲੋਗੇ ਤਾਂ ਫਿਰ ਉਹ ਕਿੱਦਾਂ ਤੁਹਾਨੂੰ ਆਪਣੇ ਟਾਰਗੇਟ ਤੋਂ ਹਟਾ ਦੂਗਾ? ਸੋ ਇੱਥੇ ਵੱਡੀ ਪ੍ਰੋਬਲਮ ਉੱਥੇ ਮਾਂ ਪਿਓ ਦੀ ਵੀ ਆ, ਉੱਥੇ ਵੱਡੀ ਪ੍ਰੋਬਲਮ ਸੁਣਨ ਵਾਲਿਆਂ ਦਾ ਲੈਣ 'ਤੇ ਵੀ ਆ। ਤੁਸੀਂ ਉਹਨੂੰ ਸੁਣਦੇ ਕਿੱਦਾਂ, ਲੈਂਦੇ ਕਿੱਦਾਂ? ਜੇ ਅਸੀਂ ਕਿਉਂਕਿ ਸਾਨੂੰ ਪਤਾ ਅਸੀਂ ਆਪਣੀ ਲਾਈਫ 'ਚ ਕਈ ਵਾਰ ਬੜੇ ਡਿਪਰੈਸਡ ਹੋਏ ਹਾਂ, ਬੜੇ ਪਰੇਸ਼ਾਨ ਹੋਏ ਹਾਂ, ਅਤੇ ਉੱਥੇ ਚੀਜ਼ਾਂ ਜਦੋਂ ਆਪਾਂ ਸੁਣਦੇ ਹਾਂ ਉਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ। ਅਤੇ ਜਦੋਂ ਅਸੀਂ ਉਹਦੇ ਗਾਣੇ ਸੁਣਦੇ ਹਾਂ ਅਤੇ ਅਸੀਂ ਸੋਚਦੇ ਹਾਂ ਕਿ ਕੋਈ ਗੱਲ ਨਹੀਂ, ਇਹ ਬੰਦੇ ਨੇ ਆਪਣੇ ਪੰਜਾਬ ਨੂੰ, ਆਪਣੇ ਸੂਬੇ ਨੂੰ ਕਿੱਥੋਂ ਤੱਕ ਪਹੁੰਚਾਇਆ ਕਿ ਡਰੇਕ ਉਹ ਬੰਦੇ ਨੂੰ ਜਾਣਦਾ ਸੀ।
ਤੇ ਫਿਰ ਸਾਡਾ ਜੀ ਕਰਦਾ ਆ ਕਿ ਅਸੀਂ ਵੀ ਆਪਣੀ ਲਾਈਫ 'ਚ ਕੁਛ ਇਦਾਂ ਦਾ ਕਰੀਏ ਕਿ ਗੋਰੇ ਕਾਲੇ ਸਾਨੂੰ ਵੀ ਜਾਣਨ। ਜਦੋਂ ਅਸੀਂ ਪੱਗ ਬੰਨ੍ਹਦੇ ਆ, ਜਦੋਂ ਸਰਦਾਰ ਬੰਦਾ ਏਡੇ ਵੱਡੀ ਜਗ੍ਹਾ 'ਤੇ ਜਾਂਦਾ ਆ, ਲੋਕੀ ਵੇਖਦੇ ਆ। ਸੋ ਉਹ ਚੀਜ਼ਾਂ ਨੂੰ ਤੁਸੀਂ ਲੈਂਦੇ ਕਿੱਦਾਂ ਜੇ, ਤੁਸੀਂ ਸੁਣਦੇ ਕਿੱਦਾਂ ਜੇ, ਉਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ। ਸੋ ਉੱਥੇ ਵੱਡਾ ਰੋਲ ਮਾਂ ਪਿਓ ਦੀਆਂ ਅਣਗਹਿਲੀਆਂ ਦਾ, ਮਾਂ ਪਿਓ ਦੀਆਂ ਗਲਤੀਆਂ ਦਾ। ਜਦੋਂ ਉਹ ਆਪਣੇ ਬੱਚਿਆਂ ਨੂੰ ਇਹ ਸੋਚ ਕੇ ਜਾਣ ਦਿੰਦੇ ਕਿ ਕੋਈ ਗੱਲ ਨਹੀਂ, ਤੂੰ ਇੰਨੇ ਪੈਸੇ ਲੈ ਜਾ, ਚੱਲ ਜਾ, ਕਿਉਂ ਤੁਸੀਂ ਜਾਣ ਦਿੰਦੇ ਜੇ? ਜਦੋਂ ਤੁਸੀਂ ਆਪ ਸਾਰਾ ਦਿਨ ਫੋਨ 'ਤੇ ਲੱਗੇ ਰਹਿਣਾ, ਤੁਸੀਂ ਬੱਚਿਆਂ ਨੂੰ ਕਿੱਦਾਂ ਵੇਖੋਗੇ? ਸੋ ਇਹ ਚੀਜ਼ਾਂ ਬੜੇ ਛੋਟੀਆਂ ਗੱਲਾਂ ਆ ਜਿਹੜੀਆਂ ਬੱਚੇ ਦੀ ਲਾਈਫ 'ਚ ਬੜਾ ਵੱਡਾ ਰੋਲ ਪਲੇ ਕਰਦੀਆਂ। ਜੇ ਸਾਡੇ ਮਾਂ ਪਿਓ ਹੀ ਆਪਣੀ ਲਾਈਫ ਜੀਣ 'ਤੇ ਲੱਗ ਜਾਂਦੇ ਤਾਂ ਸ਼ਾਇਦ ਉਹ ਮੈਨੂੰ ਅਤੇ ਮੇਰੇ ਬ੍ਰਦਰ ਨੂੰ ਬਣਾ ਨਾ ਪਾਉਂਦੇ। ਮੇਰੇ ਬ੍ਰਦਰ ਸਬ ਇੰਸਪੈਕਟਰ ਲੱਗੇ ਆ, ਮੈਂ ਖੁਦ ਇਨਕਮ ਟੈਕਸ ਇੰਸਪੈਕਟਰ ਹਾਂ। ਅਤੇ ਇਹ ਜੇ ਉਹਨਾਂ ਨੇ ਆਪਣੀ ਲਾਈਫ ਛੱਡ ਕੇ ਸਾਡੇ 'ਤੇ ਫੋਕਸ ਕੀਤਾ, ਇਸ ਕਰਕੇ ਅਸੀਂ ਆਪਣੀ ਲਾਈਫ 'ਚ ਇਹ ਚੀਜ਼ਾਂ ਅਚੀਵ ਕਰ ਪਾਏ। ਸੋ ਇਹ ਗੈਂਗਸਟਰ ਨੂੰ ਪ੍ਰਮੋਸ਼ਨ ਕਰਨਾ, ਲੋਕਾਂ ਨੂੰ ਲੱਗਦਾ ਆ ਇਹ ਮਜ਼ਾਕ ਆ ਜਾਂ ਕਿੱਦਾਂ ਆ ਕਿ ਗੈਂਗਸਟਰ 'ਤੇ ਗਾਣੇ ਗਾ ਦਿੱਤੇ। ਅਤੇ ਇਹ ਗੈਂਗਸਟਰ 'ਤੇ ਗਾਣੇ ਤਾਂ ਉਹਨੇ ਕਦੀ ਗਾਏ ਹੀ ਨਹੀਂ। ਸੁਣਨ ਵਾਲਾ ਬੰਦਾ ਜਦੋਂ ਸੁਣਦਾ ਇਹ ਚੀਜ਼ਾਂ ਤਾਂ ਉਹ ਗੱਲਾਂ ਹੈਰਾਨ ਹੋ ਜਾਂਦਾ ਕਿ ਤੁਸੀਂ ਇਹੋ ਜਿਹੇ ਬੰਦੇ ਨੂੰ ਤੁਸੀਂ ਉੱਧਰਲੇ ਪਾਸੇ ਨੂੰ ਲੈ ਗਏ ਜਾਂ ਕਿੱਦਾਂ ਵੀ ਆ। ਸੋ ਮੇਨ ਰੋਲ ਜਿਹੜਾ ਆ ਮਾਂ ਪਿਓ ਦਾ ਬੜਾ ਵੱਡਾ ਰੋਲ ਆ ਹਰ ਇੱਕ ਬੱਚੇ ਦੀ ਲਾਈਫ 'ਚ, ਉਹਨੂੰ ਵੱਡਿਆਂ ਕਰਨ 'ਚ, ਉਹਨੂੰ ਪਾਲਣ 'ਚ, ਉਹਨੂੰ ਸਿਕਸ਼ਾ ਦੇਣ 'ਚ। ਕੋਈ ਵੀ ਬੰਦਾ ਤੁਹਾਨੂੰ ਆਪਣੇ ਲਾਈਫ ਦੇ ਟਾਰਗੇਟ ਤੋਂ ਹਟਾ ਨਹੀਂ ਸਕਦਾ ਜਦ ਤੱਕ ਤੁਸੀਂ ਖੁਦ ਨਹੀਂ ਹਟਦੇ। ਸੋ ਮੇਰੇ ਖਿਆਲ ਨਾਲ ਕਿ ਇਹ ਚੀਜ਼ਾਂ ਬੜੀਆਂ ਗਲਤ ਹੋਣਦੀਆਂ, ਜਿਨ੍ਹਾਂ ਨੂੰ ਰੋਕ ਦਿੱਤਾ ਜਾਊਗਾ, ਸਟ੍ਰਿਕਟਲੀ ਐਕਸ਼ਨ ਲਿਆ ਜਾਊਗਾ, ਅਤੇ ਸ਼ਾਇਦ ਸਾਡਾ ਪੰਜਾਬ ਜਿਹੜਾ ਆ ਉਹ ਬਚ ਜਾਊਗਾ। ਜੇ ਆਪਾਂ ਸਿੱਧੂ ਮੂਸੇਵਾਲਾ ਦੀ ਗੱਲ ਕਰੀਏ ਤਾਂ ਮੈਨੂੰ ਉਹਦੀ ਇੱਕ ਚੀਜ਼ ਇਹ ਬੜੀ ਵਧੀਆ ਲੱਗਦੀ ਸੀ ਕਿ ਜੇ ਕੋਈ ਅਸੀਂ ਸੋਚਦੇ ਹਾਂ ਕਿ ਕੋਈ ਪੰਜਾਬੀ ਮੁੰਡਾ, ਤਾਂ ਮਤਲਬ ਉਹ ਪੂਰਾ ਉਸ ਚੀਜ਼ 'ਤੇ ਢੁਕਦਾ ਸੀਗਾ। 6.25 ਫੁੱਟ ਕੱਦ, ਪੱਗ, ਕੁੜਤਾ ਪਜਾਮਾ, ਲੋਈ ਐਂਡ ਤਾਂ ਉਹ ਕਿੰਨੀ ਆਪਣੇ ਪੰਜਾਬ ਦੀ ਵਧੀਆ ਪਹਿਚਾਣ ਸੀ। ਜੀ ਵੇਖੋ, ਮੈਂ ਖੁਦ ਹੈਰਾਨ ਆ। ਮੇਰੇ ਬ੍ਰਦਰ ਕੈਨੇਡਾ ਹੀ ਰਹਿੰਦਾ, ਬਰੈਂਪਟਨ ਰਹਿੰਦਾ ਆ। ਉਹ ਜਦੋਂ ਉਹ ਇੰਡੀਆ ਆਇਆ ਸੀ ਉਹਨੇ ਮੈਨੂੰ ਇੰਨੀ ਗੱਲ ਕਹੀ, ਆਂਦਾ ਮੂਸੇ ਵਾਲੇ ਨੇ ਕਈ ਪੱਗਾਂ ਬਚਾਤੀਆਂ ਸਿਰ 'ਤੇ। ਆਂਦਾ ਮੈਂ ਆਪ ਨਹੀਂ ਇਸੇ ਕਰਕੇ ਵਾਲ ਕਟਾਏ ਕਿ ਉਹ ਬੰਦੇ ਨੇ ਕਿਹਾ ਸੀ ਕਿ ਟਾਵਲ ਨਹੀਂ ਸਿਰ 'ਤੇ ਆ ਮਾਣ ਜੱਟਾਂ ਦਾ। ਸੋ ਇਹ ਚੀਜ਼ਾਂ ਬੜੀਆਂ ਉਹਦੇ ਗਾਣਿਆਂ ਨੇ ਬੜੇ ਲੋਕਾਂ ਨੂੰ ਬੜੀਆਂ ਚੀਜ਼ਾਂ ਸਿਖਾਈਆਂ ਵੀ ਆ ਕਿ ਉਹਦੀ ਪੱਗ ਨੇ ਕਈਆਂ ਬੱਚਿਆਂ ਦੇ ਸਿਰ 'ਤੇ ਪੱਗਾਂ ਰਖਾਤੀਆਂ ਦੁਬਾਰਾ। ਲੋਕ ਇਹ ਚੀਜ਼ਾਂ ਵੇਖਦੇ ਨਹੀਂ ਆ। ਬਿਲਕੁਲ, ਗੋਰੇ ਕਾਲੇ ਰਵਾ ਗਿਆ ਕੁਛ ਤਾਂ ਉਹ ਰੱਬੀ ਰੂਹ ਸੀਗਾ ਜਿਹਨੂੰ ਦੁਨੀਆ ਹੀ ਰੋਂਦੀ ਹੈ। ਬਿਲਕੁਲ ਉਹ ਗਲਤ ਹੋਇਆ। ਫਿਰ ਜਦੋਂ ਸਾਡੇ ਮਨ 'ਤੇ ਵੀ ਬੜਾ ਇੰਪੈਕਟ ਪਿਆ, ਐਵੇਂ ਕਹੀਏ ਹਰ ਪਲੇਅਰ ਉਹਦੇ ਲਈ ਰੋਇਆ ਹੋਣਾ, ਕਿਉਂਕਿ ਉਹਦੇ ਗਾਣੇ ਜਦੋਂ ਅਸੀਂ ਉਹਦੇ ਗਾਣੇ ਸੁਣਦੇ ਜ਼ਰੂਰ ਹਾਂ, ਜਦੋਂ ਇਹ ਸੋਚਦੇ ਆ ਨਾ ਕਿ ਗਾਂ ਇਹ ਸੁਣਨ ਨੂੰ ਨਹੀਂ ਮਿਲਣਗੇ, ਫਿਰ ਰੂਹ ਬੜੀ ਕੰਬਦੀ ਆ ਸਾਡੀ ਵੀ। ਸੋ ਇਹ ਚੀਜ਼ਾਂ ਜਿਹੜੀਆਂ ਆ ਉਹ ਬੰਦੇ ਨੇ ਸਾਡੇ ਪੰਜਾਬ ਨੂੰ, ਪੰਜਾਬੀਅਤ ਨੂੰ ਵਰਲਡ ਵਾਈਡ ਲੋਕਾਂ ਨੂੰ ਦੱਸ ਗਿਆ ਕਿ ਪੰਜਾਬੀ ਜਿਹੜੇ ਆ ਜੇ ਆਪਣੀ ਆਈ 'ਤੇ ਆ ਜਾਣ ਤਾਂ ਕਿੱਥੋਂ ਤੱਕ ਪਹੁੰਚ ਸਕਦੇ ਆ। ਬਿਲਕੁਲ ਸਹੀ ਗੱਲ ਹੈ। ਬਾਕੀ ਜਿੱਦਾਂ ਤੁਸੀਂ ਮੈਨੂੰ ਹੁਣੇ ਕਿਹਾ ਕਿ ਪੇਰੈਂਟਸ ਦਾ ਵੀ ਕਾਫੀ ਹੱਥ ਹੁੰਦਾ ਹੈ ਕਿ ਤੁਸੀਂ ਬੱਚੇ ਨੂੰ ਕੀ ਸਿਖਾਉਣਾ ਹੈ, ਕੁਝ ਵੀ ਸੁਣਿਆ ਹੈ ਉਹਦੇ 'ਚੋਂ ਕੀ ਕੱਢ ਕੇ ਸਿਖਾਉਣਾ ਹੈਗਾ। ਕਈ ਵਾਰੀ ਬੱਚਿਆਂ 'ਤੇ ਨਾ ਬੱਚਿਆਂ ਦਾ ਬਚਪਨ ਕਿਹੋ ਜਿਹਾ ਹੈ, ਉਹ ਕਿਹੜੇ ਬਚਪਨ 'ਚੋਂ ਨਿਕਲੇ ਆ, ਉਹ ਵੀ ਮਾਇਨੇ ਰੱਖਦਾ ਹੈ ਕਿ ਉਹ ਵੱਡੇ ਹੋ ਕੇ ਉਹਨੇ ਕੀ ਬਣਨਾ ਹੈਗਾ। ਜਿੱਦਾਂ ਹੁਣ ਜੇ ਘਰੇ ਕਲੇਸ਼ ਆ ਕਈਆਂ ਦੇ ਕੁਛ, ਤਾਂ ਬੱਚੇ 'ਤੇ ਅਸਰ ਨਾ ਪੈਣ ਦਿਓ ਉਸ ਚੀਜ਼ ਦਾ, ਤਾਂ ਕਿਉਂਕਿ ਉਸ ਬਚਪਨ ਦੇ ਵਿੱਚ ਜਿਹੜਾ ਦਿਮਾਗ 'ਚ ਜਿਹੜੀਆਂ ਗੱਲਾਂ ਬੈਠ ਗਈਆਂ ਉਹ ਸਾਰੀ ਜ਼ਿੰਦਗੀ ਨਹੀਂ ਨਿਕਲਦੀਆਂ ਹੈਗੀਆਂ। ਔਰ ਬਿਲਕੁਲ, ਇਹ ਤਾਂ ਵੇਖੋ ਮਾਂ ਦੇ ਪਾਲਣ 'ਤੇ ਡਿਪੈਂਡ ਕਰਦਾ। ਫਿਰ ਜਿਹੜੀ ਮਾਂ ਆ ਉਹ ਤੁਹਾਨੂੰ ਕਿੱਦਾਂ ਦਾ ਐਟਮੋਸਫੇਅਰ ਦਿੰਦੀ ਆ, ਕਿੱਦਾਂ ਉਹ ਤੁਹਾਨੂੰ ਪਾਲਦੀ ਆ, ਰੱਖਦੀ ਆ, ਕਿਹੜੀਆਂ ਚੀਜ਼ਾਂ ਤੁਹਾਨੂੰ ਦੱਸਣੀਆਂ ਚਾਹੀਦੀਆਂ, ਕਿਹੜੀਆਂ ਨਹੀਂ ਦੱਸਣੀਆਂ ਚਾਹੀਦਾ। ਕਿਉਂਕਿ ਜਿਹੜੇ ਪਿਓ ਹੁੰਦੇ ਆ ਵੇਖੋ ਉਹਨਾਂ ਨੇ ਕੰਮਕਾਰ ਕਰਦੇ, ਬਾਕੀ ਗੱਲਾਂ ਸਾਂਭਣੀਆਂ। ਜਿਹੜੀ ਮਾਂ ਆ ਉਹਦੇ ਤੇ ਡਿਪੈਂਡ ਕਰਦਾ ਫਿਰ ਜੋ ਤੁਹਾਨੂੰ ਰੱਖਦੀ, ਕਿੱਦਾਂ ਪਾਲਿਆ ਉਹਨੇ ਤੁਹਾਨੂੰ। ਫਿਰ ਇਹ ਅੱਜ ਕੱਲ੍ਹ ਦੀਆਂ ਜਿਹੜੀਆਂ ਮਾਵਾਂ ਆ, ਜੇ ਉਹ ਆਪਣੇ ਬੱਚਿਆਂ ਨੂੰ ਇੱਦਾਂ ਸਾਂਭ ਕੇ ਰੱਖਣਗੀਆਂ, ਆਪਣੇ ਧਰਮ ਬਾਰੇ ਦੱਸਣਗੀਆਂ, ਆਪਣੇ ਗੁਰੂ ਬਾਰੇ ਦੱਸਣਗੀਆਂ, ਜਿਹੜੀ ਸਾਡੀ ਹਿਸਟਰੀ ਆ ਨਾ ਜੀ, ਉਹੋ ਹੀ ਬੜਾ ਵੱਡਾ ਰੋਲ ਪਲੇ ਕਰਦੀ ਆ ਬੱਚਿਆਂ ਦੀ ਲਾਈਫ 'ਚ। ਅਸੀਂ ਜਿਹੜੇ ਸਕੂਲ 'ਚ ਪੜ੍ਹੇ ਆ ਉੱਥੇ ਚਲੋ ਸਾਨੂੰ ਡਿਵੈਂਟੀ ਜਿਹੜਾ ਇਹ ਪੀਰੀਅਡ ਹੁੰਦਾ ਸੀ ਸਾਡਾ, ਉੱਥੇ ਸਾਨੂੰ ਸਿੱਖ ਇਤਿਹਾਸ ਬਾਰੇ ਸਾਰਾ ਕੁਛ ਦੱਸਦੇ ਵੀ ਸੀ। ਅਤੇ ਜੇ ਵੇਖੋ ਮਾਂ ਪਿਓ ਨੂੰ, ਜੇ ਮਾਂ ਨੂੰ ਸਾਰੀਆਂ ਚੀਜ਼ਾਂ ਪਤਾ ਹੋਣਗੀਆਂ, ਬੱਚਿਆਂ ਨੂੰ ਦੱਸਣਗੀਆਂ, ਆਪਣੇ ਧਰਮ ਨਾਲ ਜੋੜ ਕੇ ਰੱਖਣਗੀਆਂ, ਹਰੀ ਸਿੰਘ ਨਲੂਏ ਬਾਰੇ ਦੱਸਣਗੀਆਂ, ਇਹਨਾਂ ਚੀਜ਼ਾਂ ਬਾਰੇ, ਫਿਰ ਲੋਕਾਂ ਨੂੰ ਮੋਟੀਵੇਸ਼ਨ ਮਿਲਦੀ ਰਹੂਗੀ ਕਿ ਸਾਡੇ ਪੁਰਖੇ ਇੱਦਾਂ ਦੇ ਹੀ ਅਤੇ ਸਾਨੂੰ ਅੱਗੇ ਇੱਦਾਂ ਦਾ ਬਣਨਾ ਆ। ਬਿਲਕੁਲ, ਸਾਡਾ ਇਤਿਹਾਸ ਬਹੁਤ ਅਮੀਰ ਹੈ। ਜੇ ਉਹੀ ਦੱਸਿਆ ਜਾਵੇ ਤਾਂ ਸ਼ਾਇਦ ਬੱਚੇ ਫਿਰ ਥੋੜ੍ਹਾ ਦੂਜੇ ਕਲਚਰ ਵੱਲ ਵੀ ਘੱਟ ਜਾਣਗੇ ਜੇ ਉਹ ਪੁਰਾਣੀਆਂ ਚੀਜ਼ਾਂ ਉਹਨਾਂ ਨੂੰ ਦੱਸੀਆਂ ਜਾਣ। ਬਾਕੀ ਹੁਣ ਜਿੱਦਾਂ ਬੱਚੇ, ਨਵੀਂ ਜਿਹੜੀ ਪੀੜ੍ਹੀ ਆ ਰਹੀ ਹੈ, ਤੁਹਾਨੂੰ ਕੀ ਲੱਗਦਾ ਕਿ ਪੇਰੈਂਟਸ ਨੂੰ ਜਾਂ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਕਿ ਉਹ ਥੋੜ੍ਹੀ ਸਪੋਰਟਸ ਵੱਲ ਜ਼ਿਆਦਾ ਧਿਆਨ ਹੋਵੇ ਉਹਨਾਂ ਦਾ, ਤਾਂ ਕਿ ਉਹਨਾਂ ਮਾਨਸਿਕਤਾ ਵੀ ਉਹਦੇ ਨਾਲ ਡਿਵੈਲਪ ਹੋਵੇ? ਜੀ ਬਿਲਕੁਲ, ਵੇਖੋ ਅਸੀਂ ਸ਼ਾਮ ਨੂੰ ਸਵੇਰ ਨੂੰ ਜਦੋਂ ਅਸੀਂ ਗਰਾਊਂਡ ਜਾਂਦੇ ਆ, ਆਪਣਾ ਧਿਆਨ ਬਾਕੀ ਚੀਜ਼ਾਂ ਤੋਂ ਬਿਲਕੁਲ ਹਟ ਜਾਂਦਾ ਆ, ਕਿਉਂਕਿ ਗਰਾਊਂਡ ਇੱਕ ਜਗ੍ਹਾ ਹੀ ਇੱਦਾਂ ਦੀ ਆ, ਤੁਸੀਂ ਆਪਣੀ ਬੋਡੀ ਨੂੰ ਐਕਟਿਵ ਰੱਖਦੇ ਜੇ, ਵਰਕਆਊਟ ਕਰਦੇ, ਹੋਰ ਕੁਛ ਨਹੀਂ। ਬੱਚਿਆਂ ਨੂੰ ਗਰਾਊਂਡ 'ਚ ਹੀ ਲੈ ਕੇ ਚੱਲ ਜਾਣ ਮਾਂ ਪਿਓ, ਉਹਦੇ ਨਾਲ ਹੀ ਬੜਾ ਵੱਡਾ ਇਫੈਕਟ ਪੈ ਜਾਂਦਾ। ਜਦੋਂ ਉੱਥੇ ਕੋਈ ਪਲੇਅਰ ਆ ਜਾਂ ਕੋਈ ਉੱਥੇ ਵਰਕਆਊਟ ਕਰਦਾ, ਉਹਨਾਂ ਨੂੰ ਵੇਖਣਗੇ, ਉਹਨਾਂ ਨੂੰ ਮੋਟੀਵੇਸ਼ਨ ਮਿਲੂਗੀ,
ਸਾਨੂੰ ਵਧੀਆ ਲੱਗਦਾ ਜਦੋਂ ਅਸੀਂ ਗਰਾਊਂਡ 'ਚ ਜਾਂਦੇ ਆ, ਜੇ ਸਾਨੂੰ ਕੋਈ ਵੇਖਦਾ, ਕੋਈ ਬਜ਼ੁਰਗ ਆ ਕੇ ਸਾਨੂੰ ਕਹਿੰਦਾ ਆ ਕਿ ਮੈਨੂੰ ਯਾਦ ਆ, ਮੈਨੂੰ ਥੋੜ੍ਹੇ ਦਿਨ ਪਹਿਲਾਂ ਇੱਕ ਬਜ਼ੁਰਗ ਮਿਲੇ ਸੀ, ਮੈਨੂੰ ਕਹਿੰਦੇ ਵੀ ਤੂੰ ਅਸਲੀ ਪੰਜਾਬਣ ਲੱਗਦੀ ਆ, ਵੇਖ ਕੇ ਵੀ ਤੂੰ ਇੱਦਾਂ ਲੱਗਦਾ ਕਿ ਸਰੀਰ 'ਤੇ ਕੰਮ ਕੀਤਾ ਆ, ਵੀ ਮਿਹਨਤ ਕੀਤੀ ਆ। ਵੇਖੋ ਇਹ ਚੀਜ਼ਾਂ ਜਦੋਂ ਬੱਚੇ ਵੇਖਣਗੇ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲੂਗੀ। ਮੈਨੂੰ ਵੀ ਕਿਤੋਂ ਮੋਟੀਵੇਸ਼ਨ ਮਿਲੀ ਸੀ ਜਦੋਂ ਮੈਂ ਛੋਟੀ ਹਾਂ। ਮੈਂ ਇੱਕ ਮੈਗਜ਼ੀਨ 'ਤੇ ਫੋਟੋ ਵੇਖੀ ਸੀ, ਇੱਕ ਲੜਕੀ ਸੀ, ਉਹ ਬੋਡੀ ਬਿਲਡਰ ਸੀ, ਉਹ ਬਿਲਕੁਲ ਡਿਫਰੈਂਟ ਸੀ ਸਾਰਿਆਂ ਤੋਂ। ਫਿਰ ਮੈਨੂੰ ਸੀ ਕਿ ਯਾਰ ਕੁਛ ਇੱਦਾਂ ਦਾ ਬੰਦਾ ਲੱਗੇ ਕਿ ਬਾਕੀ ਚੀਜ਼ਾਂ ਤੋਂ ਅਲੱਗ ਜਿਹਾ ਹੋ ਜੇ, ਥੋੜ੍ਹਾ ਅਲੱਗ ਦਿਖੇ, ਅਤੇ ਉਹਦੇ ਨਾਲ ਤੁਹਾਡੀ ਜਿਹੜੀ ਪਰਸਨੈਲਿਟੀ ਆ ਉਹ ਆਪੇ ਬੋਲਦੀ ਆ ਵੀ ਤੁਸੀਂ ਵੀ ਕਿੱਦਾਂ ਦੀ ਪਰਸਨੈਲਿਟੀ, ਕਿੱਦਾਂ ਦੀ ਥਾਂ ਤੋਂ ਬਿਲੋਂਗ ਕਰਦੇ ਜੇ। ਵੀ ਜਦੋਂ ਹੁਣ ਕੱਦ ਕਾਠ ਚੰਗਾ ਹੋਊਗਾ, ਫਿਰ ਬੱਚੇ ਗਰਾਊਂਡ 'ਚ, ਮੇਨ ਪ੍ਰੋਬਲਮ ਇਹ ਆ ਕਿ ਜਦੋਂ ਮਾਂ ਪਿਓ ਸ਼ਾਮੀ ਗਰਾਊਂਡ 'ਚ ਹੀ ਬੱਚਿਆਂ ਨੂੰ ਲੈ ਕੇ ਚੱਲ ਜਾਣ, ਉਹਦੇ ਨਾਲ ਬੱਚੇ ਭੱਜੇ ਨੱਠਣ, ਚੀਜ਼ਾਂ ਨੂੰ ਵੇਖਣ। ਵੇਖੋ ਇਹ ਚੀਜ਼ਾਂ ਬਾਹਰ ਬਹੁਤ ਹੈਗੀਆਂ ਆ। ਬੱਚਿਆਂ ਨੂੰ ਹੋਰ ਕੁਛ ਨਹੀਂ, ਗਰਾਊਂਡ ਦੇ ਵਿੱਚ ਜ਼ਰੂਰ ਲੈ ਕੇ ਜਾਂਦੇ ਆ ਪੇਰੈਂਟਸ, ਉਹਨਾਂ ਨਾਲ ਉਹਨਾਂ ਦੀ ਕਲਚਰਲ ਐਕਟੀਵਿਟੀ ਹੋ ਜਾਂਦੀ ਆ। ਜੇ ਬੱਚੇ ਨੂੰ ਕੁਛ ਪਸੰਦ ਆ, ਉਹ ਪ੍ਰੋਫੈਸ਼ਨ ਐਜ਼ ਅ ਪ੍ਰੋਫੈਸ਼ਨ ਅਡੋਪਟ ਕਰ ਲੈਂਦਾ ਆ। ਸੋ ਇਹ ਚੀਜ਼ਾਂ ਮੇਨ ਹੈ ਕਿ ਸਰਕਾਰਾਂ ਨੂੰ ਗਰਾਊਂਡਾਂ ਵੱਧ ਤੋਂ ਵੱਧ ਅਵੇਲੇਬਲ ਕਰਾਉਣੀਆਂ ਚਾਹੀਦੀਆਂ ਆ। ਫਿਰ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ, ਉਹਨਾਂ ਨੂੰ ਪ੍ਰੋਪਰ ਉਹਨਾਂ ਦੀ ਮੇਨਟੇਨੈਂਸ ਜ਼ਰੂਰੀ ਆ। ਅਤੇ ਉਦੋਂ ਬਾਅਦ ਮਾਂ ਪਿਓ ਨੂੰ ਚਾਹੀਦਾ ਕਿ ਬੱਚਿਆਂ ਨੂੰ ਹੋਰ ਕੁਛ ਨਹੀਂ, ਸ਼ਾਮੀ ਟਾਈਮ ਕੱਢ ਕੇ ਗਰਾਊਂਡ ਲੈ ਜਾਣ ਇੱਕ ਵਾਰ, ਉਹਦੇ ਨਾਲ ਬੱਚਾ ਕਿਸੇ ਨਾ ਕਿਸੇ ਪਾਸੇ ਜ਼ਰੂਰ ਲੱਗ ਜਾਂਦਾ ਹੈ। ਨਵਜੀਤ, ਸੱਚੀ ਮੇਰਾ ਅੱਜ ਨਾ ਇੱਕ ਘੈਂਟ ਪੰਜਾਬਣ ਨੂੰ ਮਿਲ ਕੇ ਦੇਖ ਕੇ ਮੇਰਾ ਵੀ ਸੱਚੀ ਰੂਹ ਖੁਸ਼ ਹੋ ਗਿਆ ਅੱਜ। ਔਰ ਉੱਤੋਂ ਗੱਲ ਇਹ ਹੈ ਕਿ ਉਹ ਜਿਹੜੀ ਮਾਝੇ ਦੀ ਭਾਸ਼ਾ ਸੁਣੀ ਨਾ ਮੈਂ ਅੱਜ, ਮੇਰੇ ਮਾਝੇ ਦੀ ਭਾਸ਼ਾ ਨਾ ਹਾਡਾ, ਸਾਨੂੰ ਮਜ਼ਾ ਹੀ ਆ ਗਿਆ ਤੁਹਾਡੇ ਨਾਲ। ਮੇਰੀ ਭਾਸ਼ਾ 'ਚ ਮਾਝਾ ਬਹੁਤ ਜ਼ਿਆਦਾ ਹੀ ਬਹੁਤ ਵਧੀਆ ਲੱਗ ਰਿਹਾ ਮੈਨੂੰ ਸੱਚੀ ਗੱਲ ਕਰਕੇ। ਸੋ ਮੈਨੂੰ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ। ਤੁਸੀਂ ਐਂਡ 'ਚ ਕੁਛ ਸਰਕਾਰ ਨੂੰ, ਮਾਪਿਆਂ ਨੂੰ, ਜਾਂ ਕੁਛ ਕਿ ਬੱਚਿਆਂ ਨੂੰ ਆਉਣ ਦੇਣ, ਕੁੜੀਆਂ ਨੂੰ ਜਿੱਦਾਂ ਇਸ ਫੀਲਡ 'ਚ ਆਉਣ ਦੇਣ ਦਾ ਕੋਈ ਸੁਨੇਹਾ ਜਾਂ ਕੁਛ, ਕੋਈ ਵੀ ਸੁਨੇਹਾ ਦੇਣਾ ਚਾਹੋ? ਵੇਖੋ ਮੇਰਾ ਹਮੇਸ਼ਾ ਇਹੋ ਮੈਸੇਜ ਹੁੰਦਾ ਆ, ਆਪਾਂ ਗੌਰਮੈਂਟ ਦੀ ਅਤੇ ਪੇਰੈਂਟਸ ਦੀ ਬੜੀ ਗੱਲ ਕਰ ਲਈ, ਪਰ ਹੁਣ ਮੇਨ ਗੱਲ ਇਹ ਆ ਕਿ ਜਿਹੜੇ ਬੱਚੇ ਆ, ਜਦੋਂ ਮਾਂ ਪਿਓ ਤੁਹਾਨੂੰ ਘਰੋਂ ਬਾਹਰ ਭੇਜਦੇ ਆ ਅਤੇ ਤੁਸੀਂ ਮਾਂ ਪਿਓ ਦੀ ਇੱਕ ਰਿਸਪੋਂਸੀਬਿਲਿਟੀ ਲੈ ਕੇ ਚੱਲਦੇ ਜੇ ਨਾਲ, ਅਤੇ ਕੁਛ ਇੱਦਾਂ ਦਾ ਨਾ ਕਰਿਆ ਕਰੋ ਜਿਨ੍ਹਾਂ ਨਾਲ ਉਹਨਾਂ ਦਾ ਸਿਰ ਝੁਕੇ ਜਾਂ ਕੁਛ ਕਰੇ ਤੁਸੀਂ। ਕਿਉਂਕਿ ਯਾਰ ਦੋਸਤ ਸਾਰੀਆਂ ਇੱਕ ਪਾਸੇ, ਜਿੱਥੇ ਮਾਂ ਪਿਓ ਤੁਹਾਡੇ ਨਾਲ ਖਲੋ ਜਾਂਦੇ ਆ, ਸ਼ਾਇਦ ਮੇਰੇ ਹਿਸਾਬ ਨਾਲ ਉੱਥੇ ਕੋਈ ਵੀ ਯਾਰੀ ਦੋਸਤੀ ਉੱਥੇ ਖਲੋਂਦੀ ਨਹੀਂ ਆ। ਸੋ ਮਾਂ ਪਿਓ ਦਾ ਸਤਿਕਾਰ ਕਰੋ ਪੂਰਾ, ਜਿੱਦਾਂ ਉਹ ਕਹਿੰਦੇ ਆ ਉੱਦਾਂ ਕਰੋ। ਜੇ ਮਾਂ ਪਿਓ ਝਿੜਕਦੇ ਵੀ ਆ, ਕੁਛ ਕਹਿੰਦੇ ਵੀ ਆ, ਅਤੇ ਉਹ 'ਚ ਸਾਡੀ ਆਪਣੀ ਭਲਾਈ ਆ, ਇਸ ਕਰਕੇ ਉਹ ਕਹਿੰਦੇ ਆ। ਗੁੱਸੇ ਵੀ ਹੋ ਲੈਂਦੇ ਆ। ਇਹ ਸੋਚੋ ਕਿ ਕੱਲ੍ਹ ਨੂੰ ਸਾਡੇ ਵੀ ਬੱਚੇ ਹੋਣੇ ਆ, ਜੇ ਉਹ ਆਪਣੇ ਨਾਲ ਅੱਗੋਂ ਜਵਾਬ ਦੇਣਗੇ ਤਾਂ ਕਿੱਦਾਂ ਦਾ ਲੱਗੂਗਾ। ਸੋ ਮੇਨ ਗੱਲ ਇਹ ਹੈ ਕਿ ਮੇਰਾ ਸਾਰੇ ਹੀ ਅੱਜ ਦੇ ਯੂਥ ਨੂੰ, ਸਾਰੀ ਜਨਰੇਸ਼ਨ ਨੂੰ ਇਹੋ ਮੈਸੇਜ ਆ ਕਿ ਆਪਣੇ ਮਾਂ ਪਿਓ ਦੀ ਰਿਸਪੈਕਟ ਕਰੋ। ਭਾਵੇਂ ਉਹ ਗੁੱਸੇ ਕਰਦੇ ਆ, ਗਿਲਾ ਕਰਦੇ ਆ, ਕੁਛ ਵੀ ਕਰਦੇ, ਉਹਨਾਂ ਦੀ ਇੱਜ਼ਤ ਲੈ ਕੇ ਤੁਸੀਂ ਘਰੋਂ ਤੁਰਦੇ ਜੇ, ਉਸ ਇੱਜ਼ਤ ਨੂੰ ਬਰਕਰਾਰ ਰੱਖੋ, ਉਹਨਾਂ ਨੂੰ ਮਾਣ ਦਿਵਾਓ। ਕਿਉਂਕਿ ਜਦੋਂ ਬੱਚੇ ਮਾਂ ਪਿਓ ਦਾ ਮਾਣ ਨਾਲ ਸਿਰ 'ਚ ਤਾਂ ਚੁੱਕਦੇ ਆ, ਅਤੇ ਉਹਦੇ ਨਾਲੋਂ ਵੱਡੀ ਲਾਈਫ 'ਚ ਅਚੀਵਮੈਂਟ ਹੋਰ ਕੋਈ ਨਹੀਂ ਆ। ਸੋ ਕੋਸ਼ਿਸ਼ ਕਰੋ ਕਿ ਆਪਣਾ ਜਿਹੜਾ ਪੰਜਾਬੀਅਤ ਹੈ ਉਹਨੂੰ ਬਰਕਰਾਰ ਰੱਖੋ, ਆਪਣੀ ਪੱਗ ਸਿਰ 'ਤੇ ਰੱਖੋ, ਅਤੇ ਆਪਣੇ ਮਾਂ ਪਿਓ ਦਾ ਨਾਮ ਉੱਚਾ ਕਰੋ। ਬਸ ਬਹੁਤ ਵਧੀਆ। ਮਤਲਬ ਜਿਹੜੇ ਬੱਚਿਆਂ ਨੂੰ ਮੈਂ ਕਹਿੰਦੀ ਹਾਂ ਕਿ ਮਾਂ-ਬਾਪ ਦੋਨਾਂ ਦਾ ਪਿਆਰ ਮਿਲਦਾ ਹੈ, ਝਿੜਕਾਂ ਮਿਲਦੀਆਂ, ਉਹ ਬਹੁਤ ਕਿਸਮਤ ਵਾਲੇ ਹੁੰਦੇ। ਇਹ ਵੀ ਬਹੁਤ ਵੱਡੀ ਕਿਸਮਤ ਵਾਲੀ ਗੱਲ ਹੁੰਦੀ ਕਿ ਜਿਨ੍ਹਾਂ ਨੂੰ ਦੋਨਾਂ ਦਾ ਹੀ ਪਿਆਰ ਮਿਲਦਾ। ਕਈ ਬਹੁਤ ਅਧੂਰੇ ਹੁੰਦੇ ਆ, ਹੈ ਨਾ? ਹਾਂਜੀ ਹਾਂਜੀ। ਸੋ ਨਵਜੀਤ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਮੈਨੂੰ ਬਹੁਤ ਚੰਗਾ ਲੱਗਿਆ ਅੱਜ ਗੱਲ ਕਰਕੇ। ਤਾਂ ਉਮੀਦ ਕਰਦੀ ਹਾਂ ਕਿ ਜ਼ਰੂਰ ਇਸ ਇੰਟਰਵਿਊ ਨੂੰ ਦੇਖ ਕੇ ਕੁਛ ਸਪੋਰਟਸ ਦਾ, ਕੁਛ ਵੀ ਕਿਸੇ ਦੇ ਵੀ ਮਾਈਂਡ 'ਚ ਕੋਈ ਗੱਲ ਪੈਂਦੀ ਆ ਤਾਂ ਆਪਣੀ ਕਾਮਯਾਬੀ ਆ। ਜੀ ਬਿਲਕੁਲ ਬਿਲਕੁਲ ਜੀ। ਹਾਂਜੀ। ਸੋ ਇਹ ਸੀ ਨਵਜੀਤ ਕੌਰ ਢਿੱਲੋਂ ਜੀ ਨਾਲ ਅੱਜ ਮੇਰੀ ਮੁਲਾਕਾਤ, ਅਤੇ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਵੇਗੀ। ਬਾਕੀ ਗਰਮੀ ਬਹੁਤ ਹੋ ਗਈ ਹੈ, ਪਲੀਜ਼ ਆਪਣਾ ਵੀ ਖਿਆਲ ਰੱਖੋ, ਅਤੇ ਛੱਤ 'ਤੇ ਪਾਣੀ ਪਾ ਕੇ ਰੱਖ ਦਿਆ ਕਰੋ ਪੰਛੀਆਂ ਲਈ, ਵਿਚਾਰੇ ਬਹੁਤ ਪਿਆਸੇ ਹੁੰਦੇ ਆ, ਹੈ ਨਾ? ਸੋ ਖੁਸ਼ ਰਹੋ, ਆਬਾਦ ਰਹੋ। ਸਤਿ ਸ਼੍ਰੀ ਅਕਾਲ ਜੀ।